ਧੰਨ ਗੁਰੂ ਨਾਨਕ ਬਾਣੀ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਕਮੈਂਟ ਕਰਕੇ, ਲਾਈਕ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਅੱਜ ਦੀ ਕਥਾ ਦਾ ਜੋ ਵਿਸ਼ਾ ਹੈ, ਮੈਂ ਆਖਾਂ ਤਾਰੂ ਸਿੰਘ ਦੇ ਵਾਰਸਾਂ ਨੂੰ। ਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੀ ਅਰਦਾਸ ਵਿੱਚ ਇਹ ਬਚਨ ਆਖੇ ਜਾਂਦੇ ਨੇ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਕਢਵਾਏ, ਖੋਪਰੀਆਂ ਲੁਹਾਈਆਂ। ਹੁਣ ਸਾਧ ਸੰਗਤ ਜੀ, ਉਸ ਦਾ ਭਾਵ ਹੈ ਕਿ ਕਈ ਸਿੰਘਾਂ ਦੀਆਂ ਖੋਪਰੀਆਂ ਲੱਥੀਆਂ ਹੋਣਗੀਆਂ। ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਖੋਪਰੀਆਂ ਲੁਹਾਈਆਂ, ਤਾਂ ਅਚਨਚੇਤ 25 ਸਾਲ ਦਾ ਸੁੰਦਰ ਖਿੜਿਆ ਹੋਇਆ ਚਿਹਰਾ, ਦਾੜਾ ਤੇ ਇੱਕ ਕਾਲਾ ਕੇਸ ਸਾਹਮਣੇ ਆ ਜਾਂਦਾ ਹੈ। ਤਾਂ ਸਾਧ ਸੰਗਤ ਜੀ, ਉਦੋਂ ਸਾਡੀ ਸੁਰਤ ਵਿੱਚ ਨੌਜਵਾਨ ਸ਼ਹੀਦ ਭਾਈ ਤਾਰੂ ਸਿੰਘ ਦੀ ਯਾਦ ਆ ਜਾਂਦੀ ਹੈ। ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇਹਨਾਂ ਸਾਰਿਆਂ ਦੀ ਸੰਪੂਰਨਤਾ ਕੇਸਾਂ 'ਤੇ ਜਾ ਕੇ ਹੁੰਦੀ ਹੈ। ਭਾਵੇਂ ਖੋਪਰੀ ਲੁਹਾਈ, ਭਾਵੇਂ ਚਰਖੜੀ 'ਤੇ ਚੜ੍ਹੇ, ਭਾਵੇਂ ਬੰਦ ਕਟਵਾਏ, ਭਾਵੇਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ। ਅਰਦਾਸ ਦਾ ਇਹ ਜਿਹੜਾ ਬੰਦ ਹੈ ਸੰਪੂਰਨ ਇੱਥੇ ਹੁੰਦਾ ਹੈ ਕਿ ਧਰਮ ਨਹੀਂ ਹਾਰਿਆ। ਕਿਹੜਾ ਧਰਮ ਨਹੀਂ ਹਾਰਿਆ? ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਜਿਵੇਂ ਸਾਧ ਸੰਗਤ ਜੀਓ, ਸਰੀਰ ਦੇ ਜਿਉਂਦੇ ਰਹਿਣ ਵਾਸਤੇ ਸਵਾਸ ਜ਼ਰੂਰੀ ਨੇ, ਇਵੇਂ ਹੀ ਸਿੱਖੀ ਨੂੰ ਕਮਾਉਣ ਵਾਸਤੇ ਕੇਸ ਵੀ ਜ਼ਰੂਰੀ ਨੇ। ਹੁਣ ਗੱਲ ਕਰ ਰਹੇ ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ, ਜਿਨ੍ਹਾਂ ਦਾ ਜਨਮ ਸਾਧ ਸੰਗਤ ਜੀਓ ਪਿੰਡ ਪੂਲੇ ਵਿੱਚ ਹੋਇਆ ਹੈ। ਭਾਈ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਇੱਕ ਛੋਟੀ ਭੈਣ ਹੈ। ਪਿਤਾ ਜੀ ਚੜ੍ਹਾਈ ਕਰ ਚੁੱਕੇ ਨੇ। ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਕਿਰਤੀ ਕਿਸਾਨ ਦਾ ਬੱਚਾ ਹੈ, ਜੋ ਸਿਰਫ ਹਲ ਵਾਹ ਕੇ ਰੋਜੀ ਰੋਟੀ ਕਮਾਉਂਦਾ ਹੈ, ਅਤੇ ਇਸ ਕਮਾਈ ਨੂੰ ਉਹਨਾਂ ਸਿੱਖਾਂ ਤੱਕ ਪਹੁੰਚਾਉਂਦਾ ਹੈ ਜੋ ਪੰਜਾਬ ਦੀ ਆਨ ਸ਼ਾਨ ਵਾਸਤੇ ਦੁਸ਼ਮਣ ਦੀਆਂ ਫੌਜਾਂ ਨਾਲ ਲੜਦੇ ਨੇ, ਦੁਸ਼ਮਣਾਂ ਨਾਲ ਲੜਦੇ ਨੇ ਅਤੇ ਆਪਣੇ ਆਪ ਨੂੰ ਬਚਾ ਕੇ ਜੰਗਲਾਂ ਵਿੱਚ ਰੱਖਦੇ ਨੇ। ਹੁਣ ਸਾਧ ਸੰਗਤ ਜੀਓ, ਖਾਨ ਬਹਾਦਰ ਜ਼ਕਰੀਆ ਖਾਂ ਇਹ ਲਾਹੌਰ ਵਿੱਚ ਬੈਠਾ ਹੈ, ਭਗਤ ਨਿਰੰਜਨ ਦੇ ਨਾਲ ਗੱਲਾਂ ਕਰ ਰਿਹਾ ਹੈ। ਗੱਲ ਸਿੱਖਾਂ ਦੇ ਸੰਬੰਧ ਵਿੱਚ ਕਰ ਰਹੇ ਨੇ। ਜ਼ਕਰੀਆ ਖਾਂ ਕਹਿੰਦਾ ਹੈ, ਨਾ ਤਾਂ ਮੈਂ ਸਿੱਖਾਂ ਦੇ ਘਰ ਛੱਡੇ ਨੇ, ਨਾ ਜ਼ਮੀਨਾਂ ਛੱਡੀਆਂ ਨੇ, ਨਾ ਕੁਝ ਖਾਣ ਨੂੰ ਛੱਡਿਆ ਹੈ। ਮੈਂ ਇਹਨਾਂ ਦੇ ਜਿਉਂਦੇ ਰਹਿਣ ਵਾਸਤੇ ਜ਼ਰੂਰੀ ਲੋੜਾਂ ਉਜਾੜ ਦਿੱਤੀਆਂ, ਪਰ ਹੈਰਾਨੀ ਦੀ ਗੱਲ ਹੈ ਕਿ ਇਹ ਸਿੱਖ ਅਜੇ ਤੱਕ ਮਰੇ ਨਹੀਂ। ਹੁਣ ਸਾਧ ਸੰਗਤ ਜੀ, ਭਗਤ ਨਿਰੰਜਨ ਨੇ ਕੀ ਆਖਿਆ? ਕਹਿਣ ਲੱਗਾ, ਖਾਨ ਸਾਹਿਬ, ਸਿੱਖ ਬੜੇ ਕਿਰਤੀ ਨੇ। ਤੁਸੀਂ ਉਹਨਾਂ ਸਿੱਖਾਂ ਦੀ ਗੱਲ ਕਰਦੇ ਹੋ ਜਿਹੜੇ ਜੰਗਲਾਂ ਵਿੱਚ ਬੈਠੇ ਨੇ, ਪਰ ਤੁਸੀਂ ਇਹ ਨਹੀਂ ਸਮਝਿਆ ਕਿ ਪਿੰਡਾਂ ਵਿੱਚ ਉਹ ਸਿੱਖ ਵੀ ਬੈਠੇ ਨੇ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਖਾਨ ਕਹਿੰਦਾ, ਪਿਆਰ ਕੈਸਾ? ਨਿਰੰਜਨ ਕਹਿੰਦਾ, ਉਹ ਆਪ ਨੰਗੇ ਤੇ ਭੁੱਖੇ ਰਹਿੰਦੇ ਨੇ, ਪਰ ਆਪਣੇ ਤਣ ਦੇ ਵਸਤਰ ਅਤੇ ਅੰਨ ਦੇ ਨਾਲ ਜੰਗਲਾਂ ਵਿੱਚ ਬੈਠੇ ਸਿੱਖਾਂ ਨੂੰ ਖਵਾਉਂਦੇ ਨੇ, ਸੇਵਾ ਕਰਦੇ ਨੇ। ਹੁਣ ਸਾਧ ਸੰਗਤ ਜੀਓ, ਭਾਈ ਤਾਰੂ ਸਿੰਘ ਘਰ ਵਿੱਚ ਪਏ ਅਨਾਜ ਨਾਲ ਸਿੱਖਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਂ ਨੇ ਪ੍ਰਸ਼ਾਦੇ ਤੇ ਦਾਲ ਬਣਾ ਦੇਣੀ। ਭਾਈ ਤਾਰੂ ਸਿੰਘ ਅਤੇ ਛੋਟੀ ਭੈਣ ਜੰਗਲਾਂ ਵਿੱਚ ਜਾ ਕੇ ਸਿੰਘਾਂ ਨੂੰ ਲੰਗਰ ਛਕਾਉਂਦੇ ਰਹੇ। ਅਤੇ ਸਾਧ ਸੰਗਤ ਜੀਓ, ਜਦੋਂ ਲੰਗਰ ਛਕਾਉਂਦੇ ਅਤੇ ਕਿਸੇ ਨੂੰ ਵਸਤਰ ਦਿੰਦੇ ਤਾਂ ਕਮਾਈ ਵਾਲੇ ਸਿੱਖਾਂ ਨੇ ਸਾਧ ਸੰਗਤ ਇੱਕੋ ਗੱਲ ਕਹਿਣੀ, ਤਾਰੂ ਸਿੰਘ ਗੁਰੂ ਗੋਬਿੰਦ ਸਿੰਘ ਮਿਹਰ ਕਰੇ।
ਤੈਨੂੰ ਗੁਰੂ ਪੁੱਤਰਾਂ ਦਾ ਦਰਜਾ ਮਿਲੇ ਤੇ ਤੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਵੇ। ਹੁਣ ਸਾਧ ਸੰਗਤ ਜੀਓ, ਇਹ ਸੇਵਾ ਕਈ ਮਹੀਨੇ ਚੱਲਦੀ ਰਹੀ। ਤੋ ਸਾਧ ਸੰਗਤ ਜੀ, ਭਗਤ ਨਿਰੰਜਨ ਨੇ ਇਸ ਸੇਵਾ ਦੀ ਮੁਖਬਰੀ ਕੀਤੀ ਹੈ। ਜ਼ਕਰੀਆ ਕੋਲ ਜਾ ਕੇ ਚੁਗਲੀ ਕੀਤੀ ਤਾਂ ਲਾਹੌਰ ਤੋਂ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਨੇ। ਸਿਪਾਹੀ ਆਏ, ਤਾਰੂ ਸਿੰਘ ਨੂੰ ਫੜ ਕੇ ਸਾਧ ਸੰਗਤ ਜੀਓ ਲਿਜਾਣ ਲੱਗੇ ਨੇ। ਮਾਂ ਨੇ ਪਿੱਠ 'ਤੇ ਹੱਥ ਰੱਖਿਆ, ਮੱਥਾ ਚੁੰਮਿਆ ਤੇ ਕਿਹਾ, ਤਾਰੂ ਸਿੰਘ, ਮੈਂ ਤੈਨੂੰ ਮੱਖਣਾ ਨਾਲ ਦਹੀਂ ਨਾਲ ਪਾਲਿਆ, ਤੇਰੇ ਕੇਸ ਪਾਲੇ ਨੇ। ਮੈਨੂੰ ਤੇਰੀ ਸ਼ਹਾਦਤ ਦੀ ਖਬਰ ਮਿਲੇ, ਇਹ ਖਬਰ ਨਾ ਸੁਣਨ ਨੂੰ ਮਿਲੇ ਕਿ ਤਾਰੂ ਸਿੰਘ ਡੋਲ ਗਿਆ। ਭੈਣ ਨੇ ਪਿਆਰ ਕੀਤਾ, ਮਾਂ ਤੇ ਭੈਣ ਨੇ ਤਾਰੂ ਸਿੰਘ ਨੂੰ ਤੋਰਿਆ। ਸਾਧ ਸੰਗਤ ਜੀਓ, ਤਾਰੂ ਸਿੰਘ ਨੂੰ ਜ਼ਕਰੀਆ ਦੇ ਜਾ ਕੇ ਪੇਸ਼ ਕੀਤਾ। ਬੜੇ ਸਵਾਲ ਜਵਾਬ ਹੋਏ ਨੇ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਤੈਨੂੰ ਮਾਇਆ ਸਭ ਤੋਂ ਵੱਧ ਦਿੱਤੀ ਜਾਵੇਗੀ, ਨੌਜਵਾਨ ਮੁਟਿਆਰ ਨਾਲ ਤੇਰਾ ਵਿਆਹ ਕਰ ਦੇਵਾਂਗੇ, ਪਰ ਇੱਕ ਗੱਲ ਮੰਨ, ਤੂੰ ਸਿੱਖੀ ਨੂੰ ਛੱਡ ਦੇ, ਜੋ ਮੰਗੇਗਾ ਸੋਈ ਤੈਨੂੰ ਮਿਲ ਜਾਏਗਾ। ਭਾਈ ਤਾਰੂ ਸਿੰਘ ਨੇ ਅੱਗੋਂ ਸਾਧ ਸੰਗਤ ਜੋ ਬਚਨ ਕੀਤਾ, ਕਹਿਣ ਲੱਗਾ, ਮੈਂ ਸਰੀਰ ਤਾਂ ਛੱਡ ਸਕਦਾ, ਤਿਆਗ ਸਕਦਾ ਹਾਂ, ਪਰ ਸਿੱਖੀ ਨਹੀਂ। ਉਹ ਕਹਿਣ ਲੱਗੇ, ਮੁਸਲਮਾਨ ਬਣ ਜਾ। ਤਾਰੂ ਸਿੰਘ ਕਹਿੰਦਾ, ਤੁਹਾਨੂੰ ਤੁਹਾਡਾ ਧਰਮ ਪਿਆਰਾ ਹੈ, ਮੈਨੂੰ ਆਪਣਾ ਪਿਆਰਾ, ਮੈਨੂੰ ਸਿੱਖੀ ਪਿਆਰੀ ਹੈ, ਸਵਾਸਾਂ ਨਾਲ ਨਿਭਾਵਾਂਗਾ। ਸਾਧ ਸੰਗਤ ਜ਼ਕਰੀਆ ਕਹਿੰਦਾ ਹੈ, ਸਿੱਖੀ ਦੇ ਕੇਸਾਂ ਦੀ ਗੱਲ ਕਰਦਾ ਹੈ, ਮੈਂ ਤੇਰੇ ਸਿਰ ਵਿੱਚ ਜੁੱਤੇ ਮਾਰ ਕੇ ਕੇਸ ਲਾ ਦੇਵਾਂਗਾ। ਤੇ ਤਾਰੂ ਸਿੰਘ ਨੇ ਅੱਗੋਂ ਕੀ ਆਖਿਆ, ਕੜਕਵਾਂ ਜਵਾਬ ਦਿੱਤਾ। ਸਾਧ ਸੰਗਤ, ਤੂੰ ਜੁੱਤਿਆਂ ਦੀ ਗੱਲ ਕਰਦਾ ਹੈ, ਤੂੰ ਜੁੱਤੀ ਕੀ ਮਾਰਨੀ ਹੈ? ਮੈਂ ਗੁਰੂ 'ਤੇ ਭਰੋਸਾ ਕਰਕੇ ਕਹਿੰਦਾ ਹਾਂ ਕਿ ਤੈਨੂੰ ਜੁੱਤੀ ਅੱਗੇ ਲਗਾ ਕੇ ਲੈ ਕੇ ਜਾਵਾਂਗਾ। ਹੁਣ ਸਾਧ ਸੰਗਤ ਮੋਚਿਆਂ ਨੂੰ ਬੁਲਾਇਆ ਗਿਆ। ਭਾਈ ਤਾਰੂ ਸਿੰਘ ਦੀ ਖੋਪਰੀ ਲਾਹੁਣ ਦਾ ਹੁਕਮ ਕੀਤਾ ਗਿਆ। ਜਦੋਂ ਉਹ ਭਾਈ ਤਾਰੂ ਸਿੰਘ ਦੀ ਸਾਧ ਸੰਗਤ ਜੀ ਉਹ ਨੇੜੇ ਲੱਗਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਤੋਂ, ਭਾਈ ਸਾਹਿਬ ਦੀਆਂ ਅੱਖਾਂ ਤੋਂ ਇੰਨਾ ਡਰ ਲੱਗਦਾ ਹੈ ਕਿ ਕੇਸ ਕੱਟਣ ਵਾਲਿਆਂ ਦੇ ਹੱਥਾਂ ਵਿੱਚੋਂ ਕੈਂਚੀਆਂ ਡਿੱਗ ਪੈਂਦੀਆਂ ਨੇ। ਸਾਧ ਸੰਗਤ ਜੀ, ਹੁਣ ਰੰਬੀ ਤੇ ਹਥੌੜੇ ਨਾਲ ਮੱਥੇ ਵਾਲੀ ਥਾਂ ਤੋਂ ਮਾਸ ਪੁੱਟਿਆ ਗਿਆ। ਜਦੋਂ ਥੱਲੋਂ ਹੱਡੀ ਆਈ ਤਾਂ ਇਸ ਨੂੰ ਚੀਰਦੇ ਹੋਏ ਪਹਿਲਾਂ ਉਹਨਾਂ ਨੇ ਸੱਜੇ ਪਾਸਿਓਂ ਥੱਲੇ ਘੁਮਾ ਕੇ ਕੰਨਾਂ ਤੋਂ ਇੱਕ ਪਾਸਾ ਗਿੱਚੀ ਤੱਕ ਲੈ ਗਏ ਨੇ, ਉਸ ਤੋਂ ਬਾਅਦ ਦੂਸਰਾ ਪਾਸਾ, ਦੋਨੋਂ ਕੱਟ ਕੇ ਜਦੋਂ ਜਾ ਕੇ ਗਿੱਚੀ 'ਤੇ ਰੁਕੇ ਤਾਂ ਉਹਨਾਂ ਉੱਥੋਂ ਖੋਪਰੀ ਪੁੱਟ ਲਈ। ਹੁਣ ਸਿਰ ਉੱਪਰ ਖੋਪਰੀ ਹੈ। ਭਾਈ ਸਾਹਿਬ ਗੁਰੂ ਗੁਰੂ ਕਰੀ ਜਾਂਦੇ ਨੇ, ਨਾਮ ਜਪਦਿਆਂ ਹੋਇਆਂ ਸਾਧ ਸੰਗਤ ਖੋਪਰੀ ਉਤਾਰ ਦਿੱਤੀ ਗਈ ਹੈ। ਸਾਰਾ ਦਾੜਾ, ਸਾਰਾ ਤਾਣਾ ਭਾਈ ਸਾਹਿਬ ਦਾ ਖੂਨ ਦੇ ਨਾਲ ਭਿੱਜ ਗਿਆ। ਹੁਣ ਸਾਧ ਸੰਗਤ ਜੀਓ, ਇਹ ਸਭ ਕੁਛ ਹੋਇਆ, ਪਰ ਰਾਤ ਨੂੰ ਸਾਧ ਸੰਗਤ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਸਾਰੀ ਰਾਤ ਡਰਦਾ ਰਿਹਾ, ਸੋਚਦਾ ਹੈ ਕਿ ਇੱਕ ਧਰਮੀ ਤੇ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਨੂੰ, ਭਲਾ ਕਰਨ ਵਾਲੇ ਨੂੰ ਇੰਨਾ ਮੈਂ ਦੁਖੀ ਕੀਤਾ ਹੈ, ਦੁੱਖ ਦਿੱਤਾ ਹੈ। ਤੇ ਸਾਧ ਸੰਗਤ ਜ਼ਕਰੀਆ ਦੀ ਜਿਹੜੀ ਹੁਣ ਹਾਲਤ ਹੈ, ਨਾਜ਼ੁਕ ਹੋ ਗਈ ਹੈ। ਉਹਨੇ ਸਰਦਾਰ ਸੁਬੇਗ ਸਿੰਘ ਨਾਲ ਰਾਬਤਾ ਕੀਤਾ, ਜਿਨ੍ਹਾਂ ਨੂੰ ਬਾਅਦ ਵਿੱਚ ਚਰਖੜੀ 'ਤੇ ਚਾੜਿਆ ਗਿਆ ਸੀ। ਉਹੀ ਸੁਬੇਗ ਸਿੰਘ ਕਹਿਣ ਲੱਗਾ, ਮੈਂ ਬਹੁਤ ਵੱਡਾ ਗੁਨਾਹੀ ਹਾਂ, ਤੁਸੀਂ ਕਿਸੇ ਤਰੀਕੇ ਨਾਲ ਮੇਰੀ ਇਹ ਭੁੱਲ ਬਖਸ਼ਾ ਦਿਓ। ਸੁਬੇਗ ਸਿੰਘ ਕਹਿਣ ਲੱਗਾ, ਤੁਸੀਂ ਗੁਰਸਿੱਖ ਦੇ ਕੇਸਾਂ ਨੂੰ ਹੱਥ ਪਾਇਆ ਹੈ। ਸੁਬੇਗ ਸਿੰਘ ਭਾਈ ਤਾਰੂ ਸਿੰਘ ਕੋਲ ਜਾ ਕੇ ਬੇਨਤੀ ਕਰਦਾ, ਪਰ ਭਾਈ ਸਾਹਿਬ ਨੇ ਕਿਹਾ, ਮੈਂ ਹੁਣ ਕੁਝ ਨਹੀਂ ਕਰ ਸਕਦਾ। ਤੇ ਸਾਧ ਸੰਗਤ ਚੇਤੇ ਰੱਖਿਓ, 22 ਦਿਨ ਭਾਈ ਸਾਹਿਬ ਦਾ ਸਰੀਰ ਚੱਲਦਾ ਰਿਹਾ। 22 ਦਿਨ ਹੀ ਜਪਜੀ ਸਾਹਿਬ ਦਾ ਪਾਠ ਕਰੀ ਗਏ ਨੇ, ਗੁਰੂ ਗੁਰੂ ਜਪੀ ਗਏ ਨੇ। 22 ਦਿਨ ਭਾਈ ਸਾਹਿਬ ਦੇ ਚਰਨਾਂ ਦੀ ਜੁੱਤੀ ਜ਼ਕਰੀਆ ਦੇ ਸਿਰ ਵਿੱਚ ਵੱਜਦੀ ਰਹੀ ਤੇ ਉਸ ਨੂੰ ਸਕੂਨ ਮਿਲਦਾ ਰਿਹਾ। ਆਖੀਰ ਇਸ ਜੁੱਤੀ ਨਾਲ ਜ਼ਕਰੀਆ ਦੀ ਮੌਤ ਹੋਈ। ਗੁਰਬਾਣੀ ਕਹਿੰਦੀ ਹੈ, ਇੱਕ ਸਾਧ ਬਚਨ ਅਟਲਾਦਾ। ਭਾਈ ਸਾਹਿਬ ਨੇ ਸਿੱਖਾਂ ਨੂੰ ਸਾਧ ਸੰਗਤ ਜੀ ਉਹ ਭੇਜ ਕੇ ਅੰਮ੍ਰਿਤਸਰ ਸਾਹਿਬ ਤੋਂ ਜਲ ਮੰਗਵਾਇਆ। ਭਾਈ ਤਾਰੂ ਸਿੰਘ ਨੇ ਇਸ਼ਨਾਨ ਕੀਤਾ ਤੇ ਸਾਧ ਸੰਗਤ ਇੱਕ ਗੱਲ ਕਹੀ ਹੈ ਕਿ ਗੁਰੂ ਕੇ ਸਿੱਖੋ, ਮੈਂ ਉਨੀ ਦੇਰ ਤੱਕ ਨਹੀਂ ਜਾਵਾਂਗਾ ਜਿੰਨੀ ਦੇਰ ਤੱਕ ਕੇਸਾਂ ਦੀ ਗੱਲ ਕਰਨ ਵਾਲੇ ਨੂੰ ਜੁੱਤੀਆਂ ਮਾਰ ਕੇ ਅੱਗੇ ਨਹੀਂ ਲਿਜਾਇਆ ਜਾਂਦਾ। ਹੁਣ ਸਾਧ ਸੰਗਤ ਪਹਿਲਾਂ ਜ਼ਕਰੀਆ ਦੀ ਮੌਤ ਹੋਈ, ਪਿੱਛੋਂ ਭਾਈ ਸਾਹਿਬ 5 ਭੂਤ ਸਰੀਰ ਨੂੰ ਤਿਆਗ ਗਏ ਨੇ। ਸੋ ਸਾਧ ਸੰਗਤ ਜੀ ਉਹ ਕੇਸਾਂ ਸਵਾਸਾਂ ਦੇ ਨਾਲ ਸਿੱਖੀ ਨੂੰ ਨਿਭਾਇਆ।
ਅੱਜ ਅਸੀਂ ਸਾਡੇ ਨੌਜਵਾਨ, ਸਾਡੀਆਂ ਬੀਬੀਆਂ, ਸਾਧ ਸੰਗਤ ਜੀ ਆਪ ਦੁਕਾਨਾਂ 'ਤੇ ਜਾ ਕੇ ਆਪਣੇ ਕੇਸਾਂ ਨੂੰ ਦੁਕਾਨਾਂ ਵਾਲੇ ਨੂੰ ਜਾ ਕੇ ਦੇ ਆਉਂਦੇ ਨੇ, ਭਾਵ ਕਿ ਕੇਸ ਕਤਲ ਕਰਵਾਈ ਜਾਂਦੇ ਨੇ, ਪਤਿਤ ਹੋ ਰਹੇ ਨੇ। ਭਾਈ ਸਾਹਿਬ ਦੀ ਸ਼ਹਾਦਤ ਨੂੰ ਸਾਹਮਣੇ ਰੱਖ ਕੇ ਇੱਕੋ ਹੀ ਗੱਲ ਸੋਚੀਏ ਕਿ ਭਾਈ ਸਾਹਿਬ ਨੇ ਆਪਣੀ ਖੋਪਰ ਇਹ ਜਿਹੜਾ ਸੀ ਕਿਉਂ ਲੁਹਾਇਆ, ਕਿਉਂ ਐਡੀ ਵੱਡੀ ਕੁਰਬਾਨੀ ਦਿੱਤੀ ਸਾਧ ਸੰਗਤ ਜੀ, ਸਿਰਫ ਕੇਸਾਂ ਕਰਕੇ। ਇਸ ਕਰਕੇ ਸਿੱਖੀ ਨੂੰ ਬਚਾਉਣ ਵਾਸਤੇ ਸਾਧ ਸੰਗਤ ਸਭ ਕੁਛ ਤਿਆਗ ਗਏ। ਨੌਜਵਾਨੀ ਆਪਣੀ ਤਿਆਗ ਕੇ ਚਲੇ ਗਏ ਨੇ। ਸੁੱਖ ਆਰਾਮ ਉਹ ਵੀ ਲੈ ਸਕਦੇ ਸਨ, ਪਰ ਸਾਧ ਸੰਗਤ ਜੀ ਉਹ ਸਿੱਖੀ ਨੂੰ ਬਚਾਉਣ ਵਾਸਤੇ ਸਿੱਖੀ ਦੇ ਉੱਪਰ ਦ੍ਰਿੜ ਰਹੇ ਨੇ, ਡੋਲੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਬਾਣੀ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਅਤੇ ਕਮੈਂਟ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਅੱਜ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਪਨ ਦੀ ਸਾਖੀ ਸ਼ਰਵਣ ਕਰੀਏ ਜੀ। ਸਾਧ ਸੰਗਤ ਜੀਓ, ਜਿਵੇਂ ਕਿ ਬਚਪਨ ਹਰ ਇੱਕ ਦਾ ਸ਼ਾਹੀ ਜੀਵਨ ਹੁੰਦਾ ਹੈ, ਪਰ ਕਈ ਮਹਾਂਪੁਰਖਾਂ ਦੇ ਬਚਪਨ ਦਾ ਜੀਵਨ ਸਾਧ ਸੰਗਤ ਜੀ ਬਹੁਤ ਹੀ ਵਿਸਮਾਦ ਕਰਨ ਵਾਲਾ ਹੁੰਦਾ ਹੈ। ਸਮਾਂ ਆਪਣੀ ਇਕਸਾਰਤਾ ਨਾਲ, ਮਿੱਠੀ ਮਿੱਠੀ ਚਾਲ ਨਾਲ ਤੁਰਿਆ ਗਿਆ। ਜਿਉਂ-ਜਿਉਂ ਸਮਾਂ ਤੁਰਿਆ, ਸਾਹਿਬਜ਼ਾਦੇ ਗੋਬਿੰਦ ਰਾਏ ਜੀ ਵੱਡੇ ਹੁੰਦੇ ਗਏ। ਪਹਿਲਾਂ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਦਾਸੀਆਂ ਦੀ ਗੋਦਾਂ ਵਿੱਚ, ਤੇ ਉਹਨਾਂ ਦੇ ਪ੍ਰੀਤ ਥਰ-ਥਰਾਂ ਦੇ ਹੱਥਾਂ ਵਿੱਚ ਉੱਪਰ ਖੇਡੇ। ਫਿਰ ਸਾਫ ਸੁਥਰੇ ਗਲੀਚਿਆਂ ਵਾਲੇ ਫਰਸ਼ਾਂ ਉੱਪਰ ਰੜਨ ਲੱਗੇ ਨੇ ਸਤਿਗੁਰੂ ਪਾਤਸ਼ਾਹ। ਰੜਦੇ ਰੜਦੇ ਹੀ ਉੱਠ ਕੇ ਖਲੋਣ ਲੱਗ ਪਏ ਨੇ ਸਾਧ ਸੰਗਤ ਜੀ। 1 ਸਾਲ ਦੇ ਹੋ ਗਏ, ਮਾਤਾ ਜੀ ਨੇ ਖੁਸ਼ੀਆਂ ਕੀਤੀਆਂ, ਪੁੰਨ ਦਾਨ ਕੀਤੇ, ਤੋਤਲੀ ਜੀਭਾਂ ਨਾਲ ਮਿੱਠੇ ਬਚਨ ਕਰਨ ਲੱਗੇ ਨੇ। ਜਿਹੜੇ ਮੱਥੇ ਲੱਗਦਾ, ਜੋ ਵੀ ਦਰਸ਼ਨ ਪਾਉਂਦਾ ਸਾਧ ਸੰਗਤ ਜੀ ਤੇ ਬਚਨ ਸੁਣਦਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਨਿਹਾਲ ਕਰ ਦਿੰਦੇ। ਪਾਪੀ ਜੀ ਦੇ ਅੰਦਰ ਵੀ ਸਾਧ ਸੰਗਤ ਜੀਓ ਗੁਰੂ ਪਾਤਸ਼ਾਹ ਮਹਾਰਾਜ ਜੀ ਖੁਸ਼ੀਆਂ ਬਖਸ਼ ਦਿੰਦੇ। ਸੋ ਸਾਧ ਸੰਗਤ ਜੀ, ਬਹੁਤ ਸਾਰੇ ਸਿੱਖ ਸਤਿਕਾਰਯੋਗ ਮਾਈਆਂ ਬੀਬੀਆਂ ਧਰਮਸ਼ਾਲਾ ਦੇ ਬੂਹੇ ਅੱਗੇ ਆ ਖਲੋਂਦੀਆਂ ਕਿ ਸਾਹਿਬਾਂ ਦੇ ਕਿਵੇਂ ਨਾ ਕਿਵੇਂ ਦਰਸ਼ਨ ਹੋ ਜਾਣ। ਜੇ ਰੋਗੀ ਨੇ ਦੀਦਾਰ ਪਾਇਆ ਤਾਂ ਉਹ ਨਿਰੋਗ ਹੋ ਗਿਆ ਸਾਧ ਸੰਗਤ ਜੀਓ। ਜੇ ਜੋਗੀ ਨੇ ਦਰਸ਼ਨ ਕੀਤਾ ਤਾਂ ਉਹ ਮੁਕਤ ਹੋ ਗਿਆ। ਜੇ ਭੋਗੀ ਨੇ ਦਾਤੇ ਨੂੰ ਦੇਖਿਆ ਤਾਂ ਉਹ ਭਗਤ ਹੋ ਗਿਆ। ਮਮਤਾ ਮਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਕੁਛੜ ਚੁੱਕੀ ਇਸ ਤਰ੍ਹਾਂ ਨੱਠੀਆਂ ਆਉਂਦੀਆਂ ਜਿਵੇਂ ਸਾਧ ਸੰਗਤ ਜੀ ਗਊ ਹਰੇ ਪੱਠਿਆਂ ਦੇ ਵੱਛੇ ਵੱਲ ਜਾਂਦੀ ਹੈ। ਉਹ ਆਪਣੇ ਪੁੱਤਰਾਂ ਸਮੇਤ ਬਾਲ ਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮੁੱਖੋਂ ਜੋ ਵੀ ਬਚਨ ਨਿਕਲਦਾ ਉਹ ਸੱਤ ਹੁੰਦਾ। ਕਿਸੇ ਨੂੰ ਆਖਦੇ ਤੂੰ ਧਣੀ ਹੈ ਤਾਂ ਉਹ ਦੌਲਤਮੰਦ ਹੋ ਜਾਂਦਾ। ਕਿਸੇ ਨੂੰ ਕਹਿੰਦੇ ਕਿ ਤੂੰ ਭਗਤ ਹੈ ਤਾਂ ਸੱਚਮੁੱਚ ਭਗਤੀ ਕਰਨ ਲੱਗ ਪੈਂਦਾ। ਜੋਤਸ਼ੀਆਂ ਤੇ ਵੈਦਾਂ ਦੇ ਘਰਾਂ ਦੀ ਤਰ੍ਹਾਂ ਮਾਤਾ ਗੁਜਰੀ ਦੇ ਘਰ ਅੱਗੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੀੜ ਲੱਗੀ ਰਹਿੰਦੀ। ਸੁਗੰਧੀ ਵਾਂਗ ਇਹ ਖਬਰ ਸਾਰੇ ਪਟਨੇ ਸ਼ਹਿਰ ਵਿੱਚ ਖਿਲਰ ਗਈ ਕਿ ਪਟਨੇ ਦੇ ਸਾਲਸਰਾਏ ਦੀ ਧਰਮਸ਼ਾਲਾ ਵਿੱਚ ਮਦਰ ਦੇਸ ਪੰਜਾਬ ਤੋਂ ਆਏ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਐਸੇ ਬਾਲਕ ਨੇ ਜਨਮ ਲਿਆ ਹੈ ਜੋ ਬਚਪਨ ਤੋਂ ਹੀ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਇਹ ਕਣਸੋ ਇੱਕ ਐਸੀ ਮਾਤਾ ਨੇ ਸੁਣੀ ਜਿਸ ਦਾ ਪੁੱਤਰ ਚੰਦਰੇ ਤਾਪ ਨਾਲ ਰੋਗੀ ਸੀ। 10 ਸਾਲ ਦੇ ਬੱਚੇ ਦਾ ਲਹੂ ਤਾਪ ਨੇ ਇਸ ਤਰ੍ਹਾਂ ਪੀ ਲਿਆ ਸੀ ਜਿਵੇਂ ਜੇਠ ਦੇ ਦਿਨਾਂ ਦਾ ਰਾਹੀ ਠੰਡੇ ਜਲ ਦੀ ਸਾਰੀ ਮਸ਼ਕ ਪੀ ਜਾਂਦਾ ਹੈ। ਲਹੂ ਪੀ ਕੇ ਬੱਚੇ ਨੂੰ ਹੱਡੀਆਂ ਦੀ ਮੁੱਠੀ ਕਰਕੇ ਵੀ ਤਾਪ ਉਸ ਦਾ ਪਿੱਛਾ ਨਹੀਂ ਸੀ ਛੱਡਦਾ। ਨੈਣਾਂ ਵਿੱਚ ਅਥਰੂ ਤੇ ਦਿਲ ਵਿੱਚ ਸ਼ਰਧਾ ਰੱਖ ਕੇ ਉਹ ਮਾਤਾ ਆਪਣੇ ਬੱਚੇ ਨੂੰ ਲੈ ਕੇ ਆਈ ਹੈ। ਉਸਨੇ ਪੁੱਤਰ ਦਾ ਮੰਜਾ ਧਰਮਸ਼ਾਲਾ ਦੇ ਬਾਹਰ ਰੱਖ ਦਿੱਤਾ ਹੈ।
ਉਹ ਉਡੀਕ ਕਰਨ ਲੱਗੀ ਕਿ ਕਦੋਂ ਧਰਮਸ਼ਾਲਾ ਦਾ ਬੂਹਾ ਖੁੱਲ੍ਹਦਾ ਹੈ ਤੇ ਕਦੋਂ ਗੁਰੂ ਗੋਬਿੰਦ ਰਾਏ ਜੀ ਬਾਹਰ ਆਉਂਦੇ ਨੇ। ਜਿਉਂ ਹੀ ਬਾਹਰ ਆਉਣਗੇ ਤਿਉਂ ਹੀ ਉਹ ਬੇਨਤੀ ਕਰੇਗੀ, ਪੁੱਤਰ ਵਾਸਤੇ ਜੀਵਨ ਦਾਨ ਮੰਗੇਗੀ। ਸੂਰਜ ਚੜ੍ਹਨ ਦੇ ਨਾਲ ਹੀ ਧਰਮਸ਼ਾਲਾ ਦਾ ਦਰਵਾਜ਼ਾ ਖੁੱਲ੍ਹਿਆ। ਦਰਵਾਜ਼ੇ ਦੇ ਖੁੱਲ੍ਹਣ ਪਿੱਛੋਂ ਦਾਸੀ ਦੀ ਉਂਗਲੀ ਲੱਗ ਕੇ ਮੇਰਾਂ ਦੇ ਦਾਤੇ ਬਾਹਰ ਆਏ ਨੇ। ਉਹਨਾਂ ਨੇ ਗੰਗਾ ਕਿਨਾਰੇ ਫਿਰਨ ਵਾਸਤੇ ਜਾਣਾ ਸੀ। ਸਾਹਿਬਾਂ ਨੂੰ ਦੇਖ ਕੇ ਬਿਮਾਰ ਬੱਚੇ ਦੀ ਮਾਤਾ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੇ ਦਾਤਾ ਮਿਹਰ ਕਰੋ, ਕਿਰਪਾ ਕਰੋ, ਕਿਰਪਾ ਦ੍ਰਿਸ਼ਟੀ ਦੇ ਨਾਲ ਮੇਰੇ ਬੱਚੇ ਨੂੰ ਅਰੋਗਤਾ ਬਖਸ਼ ਦੇਵੋ, ਤੰਦਰੁਸਤੀਆਂ ਬਖਸ਼ ਦੇਵੋ। ਦੇਖੋ ਕਿਵੇਂ ਮੌਤ ਨਾਲ ਘੁਲ ਰਿਹਾ ਹੈ, ਨਿਰਾ ਹੱਡੀਆਂ ਦੀ ਮੁੱਠ ਰਹਿ ਗਿਆ ਹੈ। ਕਰੋ ਕਿਰਪਾ, ਇੱਕ ਤੁਸਾਂ ਦਾ ਆਸਰਾ ਹੈ, ਹੋਰ ਸਾਰੇ ਆਸਰੇ ਟੁੱਟ ਗਏ ਨੇ। ਦਇਆ ਕਰੋ, ਮੂੰਹ ਵਿੱਚ ਘਾਲ ਲੈ ਕੇ ਬੇਨਤੀਆਂ ਕਰ ਰਹੀ ਹਾਂ। ਆਪ ਸਰਬ ਕਲਾ ਸੰਪੂਰਨ ਦਾਤਾ ਹੋ, ਦਇਆ ਦੇ ਸਾਗਰ ਹੋ। ਸਾਹਿਬ ਰੁਕ ਗਏ। ਇੱਕ ਮਾਤਾ ਦੇ ਅਥਰੂ ਨਾ ਦੇਖ ਸਕੇ। ਉਹਦੇ ਹਿਰਦੇ ਦੀ ਪੁਕਾਰ ਨੂੰ ਸੁਣਿਆ ਤੇ ਮੰਜੀ ਦੇ ਲਾਗੇ ਹੋ ਕੇ ਬਚਨ ਕੀਤਾ, ਹੇ ਮਾਤਾ ਧੀਰਜ ਕਰ, ਤੇਰਾ ਪੁੱਤਰ ਰਾਜੀ ਹੈ, ਇਸ ਦੀ ਉਮਰ ਵੱਡੀ ਹੈ। ਇਹ ਬਚਨ ਕਰਕੇ ਸਾਹਿਬ ਮੁਸਕਰਾਉਂਦੇ ਹੋਏ ਅੱਗੇ ਨਿਕਲ ਗਏ। ਸਤਿਗੁਰੂ ਜੀ ਦਾ ਬਚਨ ਸੁਣ ਕੇ ਮਾਤਾ ਨੂੰ ਹੌਸਲਾ ਹੋਇਆ। ਉਸਨੇ ਬੱਚੇ ਦੀ ਮੰਜੀ ਚੁਕਵਾਈ ਤੇ ਘਰ ਲੈ ਆਈ। ਸਾਧ ਸੰਗਤ ਜੀ, ਪੂਰੇ 15 ਦਿਨਾਂ ਪਿੱਛੋਂ ਬੱਚਾ ਤੁਰਨ ਫਿਰਨ ਲੱਗ ਪਿਆ। ਹੌਲੀ ਹੌਲੀ 9 ਹੋ ਗਿਆ। ਖੁਸ਼ੀਆਂ ਕੀਤੀਆਂ, ਬਹੁਤ ਸਾਰਾ ਧਨ ਪਦਾਰਥ ਲੈ ਕੇ ਮਾਤਾ ਗੁਜਰੀ ਜੀ ਦੇ ਪਾਸ ਆਈ ਹੈ। ਮਾਤਾ ਜੀ ਨੂੰ ਅਤੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੂੰ ਮੱਥਾ ਟੇਕਿਆ। ਬੱਚੇ ਨੂੰ ਮੱਥਾ ਟਿਕਾਇਆ ਤੇ ਨਿਹਾਲ ਹੋ ਗਈ। ਉਸ ਦਾ ਪੁੱਤਰ ਬਹੁਤ ਵੱਡੀ ਉਮਰ ਵਾਲਾ ਹੋਇਆ। ਇਸ ਤਰ੍ਹਾਂ ਦਾਤੇ ਨੇ ਹਜ਼ਾਰਾਂ ਨੂੰ ਉਤਾਰਿਆ। ਸਮਾਂ ਬੀਤਦਾ ਗਿਆ। ਸਤਿਗੁਰੂ ਗੋਬਿੰਦ ਰਾਏ ਜੀ ਸੁੰਦਰ ਬਸਤਰ, ਗਹਿਣੇ ਤੇ ਨਿੱਕੇ ਨਿੱਕੇ ਪੈਰੀ ਮੋਜੇ ਪਹਿਨ ਕੇ ਠੁਮਕ ਕਰਦੇ ਹੋਏ ਬੱਚਿਆਂ ਨਾਲ ਖੇਡਣ ਜਾਣ ਲੱਗੇ। ਮਨ ਮੋਹਣੇ, ਮਨ ਹਰ ਪਾਸੇ ਸਤਿਕਾਰੇ ਜਾਣ ਲੱਗੇ। ਹਾਣੀ ਬਾਲ ਉਹਨੂੰ ਆਪਣਾ ਸਰਦਾਰ ਸਮਝਦੇ ਸਨ। ਖੇਡਾਂ ਦਾ ਢੰਗ ਬਚਪਨ ਤੋਂ ਹੀ ਨਿਰਾਲਾ ਸੀ। ਸਾਧ ਸੰਗਤ ਜੀਓ, ਬਸ ਸ਼ਸਤਰ ਵਿਦਿਆ ਸਿੱਖਣ ਤੇ ਯੁੱਧ ਕਰਨ ਦੇ ਸਾਰੇ ਪੈਂਤੜੇ ਆਉਂਦੇ ਸਨ। ਸਾਰੇ ਬੱਚਿਆਂ ਨੂੰ ਦੋਹਾਂ ਟੋਲੀਆਂ ਵਿੱਚ ਵੰਡ ਲੈਂਦੇ ਤੇ ਫਿਰ ਫਰਜ਼ੀ ਲੜਾਈ ਲੜਦੇ। ਉਸ ਸਮੇਂ ਪਟਨੇ ਦਾ ਹਾਕਮ ਮੁਸਲਮਾਨ ਨਵਾਬ ਸੀ। ਉਹ ਨਵਾਬ ਜਦੋਂ ਆਪਣੇ ਮਹਿਲਾਂ ਵਿੱਚੋਂ ਬਾਹਰ ਆਉਂਦਾ ਤਾਂ ਉਹਦੇ ਨਾਲ ਬਹੁਤ ਸਾਰੇ ਅਹਿਲਕਾਰ ਤੇ ਨੌਕਰ ਚਾਕਰ ਹੁੰਦੇ। ਸਾਧ ਸੰਗਤ ਜੀ, ਸਾਰੇ ਸ਼ਹਿਰ ਦੇ ਨਰ ਨਾਰੀ, ਬਾਲ ਬੁੱਢੇ ਨੌਜਵਾਨ ਉਸ ਨੂੰ ਝੁਕ ਕੇ ਸਲਾਮ ਕਰਦੇ ਸਨ। ਜਿਨ੍ਹਾਂ ਨੇ ਕੋਈ ਫਰਿਆਦ ਕਰਨੀ ਹੁੰਦੀ ਤਾਂ ਉਹ ਰਾਹ ਵਿੱਚ ਹੀ ਲੇਟ ਜਾਂਦੇ। ਇਹ ਰਿਵਾਜ ਤੁਰਿਆ ਆਉਂਦਾ ਸੀ ਕਿ ਜੇਕਰ ਕਿਸੇ ਨਾ ਕਿਸੇ ਕਾਰਨ ਕੋਈ ਨਵਾਬ ਨੂੰ ਸਲਾਮ ਨਾ ਕਰੇ ਤਾਂ ਉਸ ਦੀ ਜਵਾਬ ਤਲਬੀ ਹੁੰਦੀ ਸੀ। ਕਈਆਂ ਨੂੰ ਬਹੁਤ ਕਰੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਖਾਸ ਕਰਕੇ ਹਿੰਦੂਆਂ ਨੂੰ ਜ਼ਰੂਰ ਹੀ ਝੁਕ ਕੇ ਸਲਾਮ ਕਰਨਾ ਪੈਂਦਾ। ਮੁਸਲਮਾਨਾਂ ਨਾਲੋਂ ਹਿੰਦੂਆਂ ਉੱਤੇ ਸਖਤੀ ਜ਼ਿਆਦਾ ਸੀ। ਸਾਧ ਸੰਗਤ ਜੀ, ਇੱਕ ਦਿਨ ਐਸਾ ਸਬਬ ਬਣਿਆ ਕਿ ਨਵਾਬ ਆ ਰਿਹਾ ਸੀ। ਉਹਦੇ ਆਉਣ ਤੋਂ ਪਹਿਲਾਂ ਸਤਿਗੁਰੂ ਜੀ ਆਪਣੇ ਹਾਣੀਆਂ ਤੇ ਆਪ ਤੋਂ ਵੱਡੇ ਬਾਲਕਾਂ ਨਾਲ ਖੇਡ ਰਹੇ ਸਨ। ਸਾਹਿਬਾਂ ਨੇ ਜਦੋਂ ਦੇਖਿਆ ਕਿ ਨਵਾਬ ਆ ਰਿਹਾ ਤਾਂ ਸਾਹਿਬਾਂ ਨੇ ਸਾਥੀ ਮੁੰਡਿਆਂ ਨੂੰ ਹੁਕਮ ਦਿੱਤਾ, ਕੋਈ ਨਵਾਬ ਨੂੰ ਸਲਾਮ ਨਾ ਕਰੇ, ਸਗੋਂ ਮਖੌਲ ਕੀਤਾ ਜਾਵੇ। ਅਸੀਂ ਕਿਸੇ ਦੇ ਅਧੀਨ ਨਹੀਂ, ਡਰਿਓ ਨਾ। ਨਵਾਬ ਨੇੜੇ ਆਇਆ। ਉਸ ਦੇ ਅਹਿਲਕਾਰ ਉਹਦੇ ਅੱਗੇ ਸਨ। ਉਹ ਸਾਰਿਆਂ ਨੂੰ ਦੱਸੀ ਜਾਂਦੇ ਸਨ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ, ਉੱਠ ਕੇ ਖਲੋ ਜਾਵੋ, ਸਲਾਮ ਕਰੋ। ਅਹਿਲਕਾਰ ਦੀ ਜ਼ਬਾਨੋਂ ਇਹ ਸ਼ਬਦ ਸੁਣ ਕੇ ਮੁੰਡੇ ਇਕੱਠੇ ਹੋ ਕੇ ਖਲੋ ਗਏ। ਨਵਾਬ ਪੂਰੀ ਸ਼ਾਨ ਨਾਲ ਆ ਰਿਹਾ ਸੀ। ਜਦੋਂ ਬਰੋਬਰ ਤੇ ਆਇਆ ਤਾਂ ਹੋਰ ਸਾਰਿਆਂ ਸਲਾਮ ਕੀਤੀ, ਪਰ ਮੁੰਡਿਆਂ ਨੇ ਸਲਾਮ ਨਾ ਕੀਤੀ। ਉਹ ਅੱਗੋਂ ਹੱਸਣ ਲੱਗ ਪਏ। ਉਸ ਹਾਸੇ ਨੂੰ ਮਖੌਲ ਸਮਝਿਆ, ਪਰ ਸਤਿਗੁਰੂ ਦੇ ਚਿਹਰੇ ਦਾ ਐਸਾ ਪ੍ਰਭਾਵ ਪਿਆ ਕਿ ਨਵਾਬ ਤੇ ਨਵਾਬ ਦੇ ਸਾਰੇ ਅਹਿਲਕਾਰਾਂ ਨੂੰ ਹੌਸਲਾ ਨਾ ਪਿਆ ਕਿ ਉਹ ਕੁਝ ਕਹਿਣ। ਮਨ ਵਿੱਚ ਹੀ ਸੜਦੇ ਕੁੱਟਦੇ ਅੱਗੇ ਚਲੇ ਗਏ ਨੇ। ਤਾਂ ਸਾਧ ਸੰਗਤ ਜੀ, ਉਸ ਸਮੇਂ ਹਿੰਦੂ ਮਾਪਿਆਂ ਦੇ ਮਨਾਂ ਉੱਤੇ ਮੁਗਲ ਰਾਜ ਦਾ ਬੜਾ ਰੋਹਬ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੁੱਤਰਾਂ ਨੇ ਅੱਜ ਨਵਾਬ ਸਾਹਿਬ ਨੂੰ ਸਲਾਮ ਨਹੀਂ ਕੀਤਾ ਤੇ ਨਵਾਬ ਦੀ ਕਰੋਪੀ ਦਾ ਸ਼ਿਕਾਰ ਉਹਨਾਂ ਨੂੰ ਹੋਣਾ ਪਵੇਗਾ, ਤਾਂ ਉਹ ਸਾਧ ਸੰਗਤ ਜੀ ਘਬਰਾ ਗਏ। ਹਰ ਇੱਕ ਮਾਂ ਬਾਪ ਨੇ ਆਪਣੇ ਪੁੱਤਰ ਨੂੰ ਝਿੜਕਿਆ। ਕਈਆਂ ਨੇ ਗੁੱਸੇ ਵਿੱਚ ਆ ਕੇ ਘੂਰਿਆ ਵੀ ਕਿ ਉਸਨੇ ਨਵਾਬ ਸਾਹਿਬ ਨੂੰ ਸਲਾਮ ਕਿਉਂ ਨਹੀਂ ਕੀਤੀ। ਪਰ ਮੁੰਡੇ ਅੱਗੋਂ ਉਤਰ ਦਿੰਦੇ, ਸਾਨੂੰ ਸਾਹਿਬਜ਼ਾਦੇ ਨੇ ਰੋਕਿਆ ਸੀ। ਉਹ ਆਖਦੇ ਹਨ ਕਿ ਤੁਰਕ ਹਾਕਮ ਨੂੰ ਸਲਾਮ ਨਹੀਂ ਕਰਨਾ ਚਾਹੀਦਾ। ਸੱਚਾਈ ਦੀ ਫਤਿਹ ਹੋਈ। ਹੌਲੀ ਹੌਲੀ ਅਗਿਆਨੀ ਤੇ ਗੁਲਾਮ ਮਾਪਿਆਂ ਨੂੰ ਪਤਾ ਲੱਗ ਗਿਆ ਕਿ ਉਹ ਗਲਤੀ ਤੇ ਹਨ ਤੇ ਉਹਨਾਂ ਦੇ ਮੁੰਡੇ ਸੱਚਾਈ ਤੇ ਹਨ। ਸੱਚਮੁੱਚ ਹੀ ਤੁਰਕ ਹਾਕਮ ਨੂੰ ਸਲਾਮ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਜ਼ੁਲਮ ਕਰਦੇ ਹਨ। ਸੋ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਪਨ ਦੀਆਂ ਇਹ ਸਾਖੀਆਂ
ਬਹੁਤ ਵੱਡਾ ਰਾਜ ਲੁਕਾਈ ਬੈਠੀਆਂ ਨੇ। ਸਾਨੂੰ ਸਾਧ ਸੰਗਤ ਜੀ ਇੱਕ ਸੇਧ ਦੇ ਰਹੀਆਂ ਨੇ। ਜਿਵੇਂ ਕਿ ਮਾਈ ਦਾ ਬੱਚਾ ਦੇਹ ਰੋਗਤਾ ਵੱਲ ਵੱਧ ਜਾਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਪ੍ਰਤਾਪ ਦਰਸਾਉਂਦੀ ਹੈ ਸਾਖੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਰਹਿਬਰ ਸਨ। ਰਹਿਬਰ ਬਣ ਕੇ ਇਸ ਦੁਨੀਆ ਨੂੰ ਤਾਰਨ ਵਾਸਤੇ ਆਏ। ਇਸੇ ਪ੍ਰਕਾਰ ਸਾਧ ਸੰਗਤ ਨਿਡਰਤਾ ਵਾਲੀ ਇਹ ਸਾਖੀ ਜੋ ਸਲਾਮ ਨਹੀਂ ਕੀਤੀ ਨਵਾਬ ਨੂੰ, ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੱਚਾਈ ਵੱਲ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਜਿਹੜੇ ਨਵਾਬ ਨੇ ਮੁਸਲਮਾਨ ਨੇ ਉਹ ਜ਼ਾਲਮ ਹੋਇਆ ਕਰਦੇ ਨੇ। ਸੋ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਸਾਖੀਆਂ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਬਖਸ਼ਿਸ਼ ਕਰ ਰਹੇ ਨੇ। ਆਪਾਂ ਨੇ ਵੀ ਜੀਵਨ ਢਾਲਣਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਧੰਨ ਗੁਰੂ ਨਾਨਕ ਬਾਣੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ, ਕਮੈਂਟ ਕਰਨਾ, ਲਾਈਕ ਕਰਨਾ, ਗੁਰੂ ਸਾਹਿਬ ਦੇ ਖੁਸ਼ੀ ਪ੍ਰਾਪਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰ ਕੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਾਈ। ਬਾਬਾ ਪੈਦਾ ਸੱਚਖੰਡ, ਨਾਨਕ ਨਾਮ ਗਰੀਬੀ ਪਾਈ। ਹੁਣ ਸਾਧ ਸੰਗਤ ਜੀਓ, ਭਾਈ ਗੁਰਦਾਸ ਜੀ ਦੀ ਇਸ ਪੌੜੀ ਦੇ ਅੰਦਰ ਜੋ ਵਿਚਾਰ ਸਾਨੂੰ ਪ੍ਰਾਪਤ ਹੋਈ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇਸ ਜਗਤ ਵਿੱਚ ਗਰੀਬੀ ਲਿਆਂਦੀ। ਗੁਰੂ ਸਾਹਿਬ ਨਾਨਕ ਸਾਹਿਬ ਜੀ ਨੇ ਨਾਮ ਵੀ ਲਿਆਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗਿਆਨ ਦਾ ਚਿਰਾਗ ਬਾਲ ਕੇ ਆਪਣੇ ਘਰ ਵਿੱਚ ਨਹੀਂ, ਅੱਜ ਵੇਈ ਤੋਂ ਬਾਹਰ ਨਿਕਲੇ ਨੇ ਸਤਿਗੁਰੂ ਪਾਤਸ਼ਾਹ ਜੀ ਤੇ ਕਹਿਣ ਲੱਗੇ, ਧਿਆਨ ਲਗਾਇਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦੇ ਜਲਾਲ ਨੂੰ ਉਸ ਦਿਨ ਕੋਈ ਝੱਲ ਨਹੀਂ ਸੀ ਸਕਦਾ। ਹਜ਼ੂਰ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਲੋਧੀ ਦੀ ਕਾਰ ਨਹੀਂ ਕਰਨੀ। ਉਹਨਾਂ ਕਿਹਾ ਕਿਉਂ ਨਹੀਂ ਕਰਨੀ? ਕਹਿਣ ਲੱਗੇ ਅੱਜ ਤੋਂ ਬਾਅਦ ਉਸ ਦੀ ਕਾਰ ਕਰਾਂਗਾ ਜਿਸ ਨੇ ਮੇਰੀ ਝੋਲੀ ਵਿੱਚ ਦਾਤ ਪਾਈ ਹੈ। ਮਹਾਰਾਜ ਉਸ ਦੀ ਕਾਰ ਕੀ ਕਰਨੀ ਹੈ? ਬਾਬਾ ਨਾਨਕ ਜੀ ਕਹਿਣ ਲੱਗੇ ਲੋਕ ਭੁੱਖੇ ਨੇ, ਮੈਂ ਰੱਬ ਦੀ ਦਿੱਤੀ ਦਾਤ ਲੋਕਾਂ ਨੂੰ ਦੇਣ ਚੱਲਿਆ। ਕਹਿਣ ਵਾਲਿਆਂ ਨੇ ਆਖਿਆ ਬਾਬਾ ਦੇਣ ਕੀ ਜਾਏਗਾ? ਸਾਨੂੰ ਤਾਂ ਕੁਝ ਦਿਸਦਾ ਨਹੀਂ ਪਿਆ। ਕਿਹੜੀ ਚੀਜ਼ ਵੰਡ ਕੇ ਛਕੀ? ਸਭ ਤੋਂ ਪਹਿਲਾਂ ਸੁਲਤਾਨਪੁਰ ਦੀ ਧਰਤੀ ਦੇ ਬਾਬੇ ਦੇ ਚਰਨਾਂ ਦਾ ਧਿਆਨ ਧਰੋ, ਜਿਹੜਾ ਖਜ਼ਾਨੇ ਭਰ ਕੇ ਦੁਨੀਆ ਨੂੰ ਵੰਡਣ ਤੁਰਿਆ। ਕੇਵਲ ਆਪਣੇ ਘਰ ਲਈ ਨਹੀਂ ਸਾਧ ਸੰਗਤ ਜੀ। ਕਹਿਣ ਲੱਗੇ ਲੋਕ ਭੁੱਖੇ ਨੇ। ਮਹਾਰਾਜ ਕਾਹਦੀ ਭੁੱਖ? ਕਹਿਣ ਲੱਗੇ ਨੇ ਕਿ ਨਾਮ ਦੀ ਭੁੱਖ ਹੈ, ਪਰ ਭੁੱਖ ਕਿਤੋਂ ਪੂਰੀ ਨਹੀਂ ਹੁੰਦੀ। ਇਹ ਸਵਾਲ ਜਵਾਬ ਜਗਿਆਸੂ ਦੇ ਤੇ ਗੁਰੂ ਨਾਨਕ ਸਾਹਿਬ ਦੇ ਨੇ ਸਾਧ ਸੰਗਤ ਜੀ। ਪਹਿਲੇ ਦਿਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਤੁਰੇ ਨੇ ਤੇ ਆਪਣੇ ਸਾਥੀ ਮਰਦਾਨੇ ਨੂੰ ਲੈ ਕੇ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਨਾਮ ਦੀ ਭੁੱਖ ਨੂੰ ਦੂਰ ਕਰਨ ਲਈ ਤੇ ਨਾਮ ਵੰਡਣ ਲਈ ਬਾਬਾ ਜੀ ਤੁਰੇ ਨੇ ਤੇ ਸ਼ਬਦ ਵਰਤੇ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜਹ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੀਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਸਾਧ ਸੰਗਤ ਜੀਓ, ਜਿਹੜੀਆਂ ਯਾਤਰਾਵਾਂ ਉਦਾਸੀਆਂ ਕੀਤੀਆਂ ਨੇ ਸਾਧ ਸੰਗਤ ਜੀਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕੋਈ ਚਾਅ ਨਹੀਂ ਸੀ ਕਿ ਮੈਂ ਅਰਬ ਦੇਸ਼ਾਂ ਵਿੱਚ ਜਾਣਾ, ਧਰਤੀ ਦੇਖਣ ਜਾਣੀ ਹੈ, ਉੱਥੋਂ ਦੇ ਲੋਕ ਕਿਹੋ ਜਿਹੇ ਨੇ, ਰਹਿਣ ਸਹਿਣ ਕਿਵੇਂ ਦਾ। ਨਹੀਂ ਸਾਧ ਸੰਗਤ ਜੀ, ਇੱਕ ਆਮ ਯਾਤਰੀ ਦਾ ਤਜਰਬਾ ਵੀ ਕਰਨ ਵਾਸਤੇ ਨਹੀਂ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਦਾਤ ਝੋਲੀ ਵਿੱਚ ਪਾਉਣ ਵਾਸਤੇ ਗਏ ਨੇ, ਲੋਕਾਂ ਵਿੱਚ ਵੰਡਣ ਵਾਸਤੇ ਗਏ ਨੇ, ਜਿਹੜੀ ਉਹਨਾਂ ਨੇ ਸਾਈਂ ਕੋਲੋਂ ਪ੍ਰਾਪਤ ਕੀਤੀ। ਕੇਵਲ ਆਪ ਨਹੀਂ ਇਸ ਨਾਮ ਨੂੰ ਵੰਡਿਆ ਸਾਧ ਸੰਗਤ ਜੀਓ।
ਸਿੱਖ ਨੂੰ ਵੀ ਇੰਨੀ ਕੁ ਦਾਤ ਦਿੱਤੀ ਕਿ ਸੱਜਣਾ ਜਿੱਥੇ ਤੂੰ ਜਾਵੇਂ ਤੂੰ ਵੀ ਨਾਮ ਅੱਗੇ ਵੰਡੀ। ਬਾਬੇ ਨੇ ਆਪ ਵੰਡਿਆ ਤੇ ਇੰਨੀ ਕਿਰਪਾ ਕੀਤੀ ਕਿ ਇੱਕ ਦਿਨ ਸਾਧ ਸੰਗਤ ਜੀ ਮਨ ਸੁਖ ਆਇਆ। ਸਿਰਫ ਉਸ ਦਿਨ ਕਿਹਾ ਸੀ ਕਿ ਨਾਮ ਦਾ ਮਨ ਸੁਖ ਹੈ, ਕਦੀ ਮਨ ਦਾ ਵੀ ਸੁਖ ਮਾਣਿਆ, ਗੁਰੂ ਨਾਨਕ ਸਾਹਿਬ ਜੀ ਨੇ ਆਖਿਆ। ਹੁਣ ਚਰਨ ਫੜ ਕੇ ਕਹਿੰਦਾ ਮਹਾਰਾਜ ਕਿਵੇਂ ਮਾਣੀਦਾ? ਗੁਰੂ ਸਾਹਿਬ ਨੇ ਕਿਹਾ ਮਮਤਾ ਨੂੰ ਛੱਡ ਕੇ ਮੈਂ ਮੇਰੀ ਨੂੰ ਤਿਆਗ ਕੇ ਸੁਖ ਮਿਲਦਾ ਹੈ। ਸਾਧ ਸੰਗਤ ਜੀਓ ਪਹਿਲਾ ਸਿੱਖ ਹੈ ਭਾਈ ਮਨ ਸੁਖ, ਜਿਸ ਨੇ ਬਾਬੇ ਨਾਨਕ ਦੇ ਬਚਨਾਂ ਨੂੰ ਕਾਗਜ਼ ਉੱਪਰ ਲਿਖਿਆ, ਬਾਣੀ ਲਿਖ ਕੇ ਤੁਰ ਪਿਆ। ਹਜੂਰ ਨੂੰ ਕਹਿੰਦਾ ਹੈ ਕਿ ਮੈਨੂੰ ਕਿਰਪਾ ਕਰਕੇ ਅੰਦਰ ਦਾ ਸੁੱਖ ਦਿਓ। ਸਾਹਿਬ ਨੇ ਕੀਤੀ ਮਿਹਰ ਤੇ ਅੰਦਰ ਦਾ ਭਾਂਡਾ ਭਰ ਦਿੱਤਾ। ਸਾਧ ਸੰਗਤ ਜੀ ਫਿਰ ਕਹਿਣ ਲੱਗਾ ਮੈਂ ਘਰ ਟੇਕ ਕੇ ਬੈਠ ਜਾਵਾਂ। ਕਹਿਣ ਲੱਗੇ ਟੇਕ ਕੇ ਨਹੀਂ ਬੈਠਣਾ, ਆਪਣੀ ਕਿਰਤ ਕਰੀ। ਗੁਰਮੁਖੋ ਜੇ ਪ੍ਰਚਾਰਕ ਹੋਵੇ ਤਾਂ ਇਸ ਦੇ ਵਰਗਾ। ਇੰਨਾ ਕੁ ਟੇਕ ਕੇ ਬਾਬੇ ਨੇ ਮਿਹਰ ਕਰ ਦਿੱਤੀ। ਵਪਾਰੀ ਸੀ, ਅੱਗੇ ਸੂਰਜ ਦੀ ਟਿੱਕੀ ਚੜ੍ਹੇ ਤੇ ਉੱਠਦਾ ਸੀ, ਤੇ ਅੱਜ ਬਾਬੇ ਨੇ ਮਿਹਰ ਕੀਤੀ ਕਿ ਅੱਧੀ ਰਾਤ ਤੋਂ ਬਾਅਦ ਕਦੀ ਨੀਂਦ ਨਹੀਂ ਆਈ ਮਨ ਸੁਖ ਨੂੰ। ਨਾਮ ਦਾ ਛੱਟਾ ਦੇਈ ਗਿਆ। ਸਾਧ ਸੰਗਤ ਜੀਓ ਜਿੱਥੇ ਵੀ ਜਾਏ ਅੱਗੇ ਨਾਮ ਨੂੰ ਵੰਡੀ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ। ਭਾਈ ਮਨ ਸੁਖ ਲਾਹੌਰ ਗਿਆ, ਲਾਹੌਰ ਤੋਂ ਲੰਕਾ ਦੀ ਧਰਤੀ 'ਤੇ ਪਹੁੰਚਿਆ। ਇੱਕ ਛੋਟਾ ਜਿਹਾ ਰਜਵਾੜਾ ਹੈ, ਜਹਾਜ਼ ਕਿਨਾਰੇ ਲੱਗਾ। ਭਾਈ ਮਨ ਸੁਖ ਨੇ ਆਪ ਚੁੱਲ੍ਹਾ ਗਰਮ ਕੀਤਾ, ਅੱਗ ਬਾਲੀ, ਲੰਗਰ ਛਕਿਆ, ਬਾਬੇ ਦਾ ਸ਼ਬਦ ਪੜ੍ਹਿਆ ਤੇ ਲੋਕਾਂ ਨੂੰ ਲੰਗਰ ਛਕਾਇਆ। ਉੱਥੇ ਹੁਕਮ ਸੀ ਕਿ ਇਕਾਦਸ਼ੀ ਦਾ ਵਰਤ ਨਹੀਂ ਸਭ ਨੇ ਰੱਖਣਾ ਹੈ, ਅੱਗ ਨਹੀਂ ਕਿਸੇ ਨੇ ਬਾਲਣੀ ਤੇ ਖਾਣਾ ਕੁਝ ਨਹੀਂ, ਤੇ ਜਿਹੜਾ ਹੁਕਮ ਅਦੂਲੀ ਕਰੇ ਉਸ ਨੂੰ ਕੈਦ ਵਿੱਚ ਸੁੱਟ ਦੇਣਾ। ਭਾਈ ਮਨ ਸੁਖ ਨੂੰ ਇਸ ਹੁਕਮ ਅਦੂਲੀ ਦੇ ਜੁਰਮ ਵਿੱਚ ਸਾਧ ਸੰਗਤ ਕੈਦ ਵਿੱਚ ਸੁੱਟ ਦਿੱਤਾ ਗਿਆ ਹੈ। ਭਾਈ ਮਨ ਸੁਖ ਕੈਦ ਵਿੱਚ ਬੈਠਾ ਹੈ। ਅੱਧੀ ਰਾਤ ਉੱਠਿਆ ਤੇ ਬਾਬੇ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਸ਼ਿਵਨਾਥ ਪੁੱਛਦਾ ਹੈ ਕਿ ਇੰਨੀ ਸੁਰੀਲੀ ਆਵਾਜ਼ ਵਿੱਚ ਕੌਣ ਹੈ ਜੋ ਪ੍ਰਭਾਤ ਵੇਲੇ ਕੁਝ ਗੀਤ ਗਾ ਰਿਹਾ ਹੈ? ਸੰਤਰੀ ਕਹਿੰਦਾ ਹੈ ਰਾਜਨ ਉਹ ਗੁਸਤਾਖ ਕੈਦੀ ਹੈ ਜਿਸ ਨੇ ਕੱਲ੍ਹ ਤੁਹਾਡੇ ਹੁਕਮ ਦੀ ਅਦੂਲੀ ਕੀਤੀ। ਕਹਿਣ ਲੱਗੇ ਕਿ ਉਸ ਨੂੰ ਬਾਹਰ ਲਿਆਓ। ਮਨ ਸੁਖ ਨੂੰ ਰਾਜਾ ਕਹਿੰਦਾ ਹੈ ਕਿ ਹੱਦ ਹੋ ਗਈ, ਮੇਰੇ ਕੋਲ ਦੁਨੀਆ ਦੇ ਸੁੱਖ ਨੇ ਪਰ ਮੇਰੇ ਅੰਦਰੋਂ ਚਿੰਤਾ ਹੈ। ਤੂੰ ਰਾਤ ਪੱਥਰਾਂ 'ਤੇ ਪਿਆ, ਮੱਛਰ ਤੈਨੂੰ ਕੱਟ ਕੱਟ ਕੇ ਖਾਂਦਾ, ਪਰ ਤੇਰਾ ਚਿਹਰਾ ਦੱਸਦਾ ਹੈ ਕਿ ਤੂੰ ਕੁਝ ਗਾ ਰਿਹਾ ਹੈ, ਅੰਦਰੋਂ ਖੁਸ਼ ਹੈ। ਇਸ ਦਾ ਕਾਰਨ ਕੀ ਹੈ? ਇਹ ਤੈਨੂੰ ਕਿੱਥੋਂ ਮਿਲਿਆ? ਉੱਤਰ ਦਿੱਤਾ ਸੁਲਤਾਨਪੁਰ ਦੀ ਧਰਤੀ 'ਤੇ ਬਾਬੇ ਨੇ ਇੱਕ ਹੱਟ ਖੋਲ੍ਹਿਆ ਜਿੱਥੇ ਲੋਕਾਂ ਨੂੰ ਸੁੱਖ ਵੰਡਦਾ ਪਿਆ। ਮਿਹਰ ਕੀਤੀ ਤੇ ਅੰਦਰ ਦੇ ਸਾਰੇ ਚਿੰਤੇ ਝੋਰੇ ਖਤਮ ਕਰਕੇ ਨਾਮ ਦਾ ਸੁੱਖ ਟਿਕਾ ਦਿੱਤਾ। ਜਦੋਂ ਇੰਨੇ ਸ਼ਬਦ ਕਹੇ ਤਾਂ ਰਾਜੇ ਉੱਪਰ ਇੰਨਾ ਕੁ ਪ੍ਰਭਾਵ ਪਿਆ ਕਿ ਕਹਿੰਦੇ ਨੇ ਕਿ ਸ਼ਿਵਨਾਥ ਨੇ ਕੈਦ ਕੁਠੜੀ ਵਿੱਚੋਂ ਕੱਢ ਕੇ ਭਾਈ ਮਨ ਸੁਖ ਦੇ ਚਰਨ ਫੜ ਕੇ ਕਿਹਾ ਕਿ ਮੈਨੂੰ ਦੱਸ, ਕੀ ਉਸ ਹੱਟ ਦੇ ਮਾਲਕ ਤੱਕ ਮੈਂ ਨਹੀਂ ਪਹੁੰਚ ਸਕਦਾ? ਭਾਈ ਮਨ ਸੁਖ ਨੇ ਬਾਬੇ ਦਾ ਇੱਕ ਸ਼ਬਦ ਚੇਤੇ ਕਰਾਇਆ ਤੇ ਨਾਲ ਕਿਹਾ ਕਿ ਅੱਜ ਤੋਂ ਬਾਅਦ ਪ੍ਰੇਮ ਭਾਵਨਾ ਨਾਲ ਸ਼ਬਦ ਪੜ੍ਹੀ ਜਾਈ। ਰਾਜਾ ਕਹਿਣ ਲੱਗਾ ਮੈਂ ਆਪ ਮਿਲਣ ਜਾਵਾਂ ਉਹਨੂੰ। ਭਾਈ ਮਨ ਸੁਖ ਕਹਿੰਦੇ ਤੂੰ ਭਾਵਨਾ ਨਾਲ ਬੈਠੀ, ਉਹ ਦਾਤਾਂ ਦੇਣ ਵਾਲਾ ਇੱਕ ਦਿਨ ਤੇਰੇ ਘਰ ਦਾ ਬੂਹਾ ਖੜਕਾ ਕੇ ਤੈਨੂੰ ਵੀ ਦਾਤਾਂ ਦੇ ਜਾਏਗਾ। ਮਨ ਸੁਖ ਰਾਜੇ ਨੂੰ ਅੱਗੇ ਜਾਗ ਲਾ ਗਿਆ ਤੇ ਗੁਰੂ ਨਾਨਕ ਉਸ ਦੇ ਘਰ ਨਾਮ ਦੀ ਦਾਤ ਦੇਣ ਲਈ ਗਏ। ਸਾਧ ਸੰਗਤ ਜੀਓ ਇਹ ਜੋ ਸਿੱਖੀ ਦਾ ਇੱਕ ਅਸੂਲ, 3 ਅਸੂਲ ਗੁਰੂ ਪਾਤਸ਼ਾਹ ਮਹਾਰਾਜ ਨੇ 3 ਸਿਧਾਂਤ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਸ ਵੰਡ ਕੇ ਛਕਣ ਵਾਲੀ ਪ੍ਰਕਿਰਿਆ ਨੂੰ ਭਾਈ ਗੁਰਦਾਸ ਜੀ ਨੇ ਸਮਝਿਓ ਇਸ ਪੌੜੀ ਦੇ ਵਿੱਚ ਰੱਖਿਆ ਸੀ। ਸੋ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਤ ਕੀਤੀ, ਹਲ ਚਲਾਇਆ, ਹਲ ਵਾਹਿਆ, ਨਾਮ ਜਪਿਆ ਤੇ ਨਾਮ ਨੂੰ ਸਾਧ ਸੰਗਤ ਵੰਡਿਆ ਵੀ, ਵੰਡ ਕੇ ਛਕਣਾ। ਜਿੱਥੇ ਕਿਰਤ ਨੂੰ ਸਾਧ ਸੰਗਤ ਵੰਡਣਾ, ਕਮਾਈ ਨੂੰ ਵੰਡਣਾ, ਦਸਵੰਧ ਦੇਣਾ ਗੁਰੂ ਘਰ ਦੇ ਵਾਸਤੇ, ਸੰਗਤਾਂ ਵਾਸਤੇ, ਦੁਖੀਆਂ ਵਾਸਤੇ, ਰੋਗੀਆਂ ਵਾਸਤੇ ਸਾਧ ਸੰਗਤ ਜੀਓ ਸੇਵਾ ਕਰਨੀ ਰੋਗੀਆਂ ਦੀ, ਇਹ ਦਸਵੰਧ ਹੈ ਕੱਢਣਾ ਸਾਧ ਸੰਗਤ ਜੀਓ। ਇਹ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ, ਕਹੋ ਨਾਨਕ ਬਾਹਾਂ ਲੁੜਾਈਐ। ਸਾਧ ਸੰਗਤ ਸੇਵਾ ਕੀਤੀ ਸਫਲ ਹੈ ਜੇ ਸਤਿਗੁਰੂ ਕੰਮ ਨੂੰ ਮੰਨੇ। ਸਾਧ ਸੇਵਾ ਕੀਤੀ ਸਫਲ ਹੈ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਿੱਖ ਨੇ ਕਿਰਤ ਕਰਨੀ ਹੈ, ਨਾਮ ਜਪਣਾ, ਵੰਡ ਕੇ ਛਕਣਾ। ਅਸਲ ਵਿੱਚ ਜਿਹੜੇ ਤਿੰਨ ਇਹ ਸੁਨਹਿਰੀ ਅਸੂਲ ਨੇ, ਸਿਧਾਂਤ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ। ਜਿਹੜਾ ਸਿੱਖ ਇਹਨਾਂ ਦਾ ਧਾਰਨੀ ਹੈ ਉਹ ਅਸਲੀ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਵਿਖਾਵੇ ਦੇ ਸਿੱਖ ਬੜੇ ਚੱਲੇ ਫਿਰਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿਰਤ ਕਰਨਾ ਸਿੱਖ ਦਾ ਸਭ ਤੋਂ ਮੁੱਢਲਾ ਧਰਮ ਹੈ। ਰੱਬ ਵੀ ਕਿਰਤ ਕਰ ਰਿਹਾ, ਸਾਧ ਸੰਗਤ ਜੀਓ। ਉਹ ਕਰਤਾ ਪੁਰਖ ਤਾਈਓ ਹੈ ਨਾ, ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਕਿਰਤ ਕਰ ਰਿਹਾ ਨਾ, ਤੇ ਉਹਦਾ ਨਾਮ ਜਪਣਾ ਹੈ ਸਾਧ ਸੰਗਤ ਜੀਓ। ਜਿਵੇਂ ਕਿਰਤ ਕਰਕੇ ਆਪਾਂ ਕਮਾਈਆਂ ਨੂੰ ਦੇ ਖਜ਼ਾਨੇ ਭਰ ਲੈਂਦੇ ਹਾਂ, ਇਸ ਤਰ੍ਹਾਂ ਨਾਮ ਜਪ ਕੇ ਖਜ਼ਾਨੇ ਭਰਨੇ ਤੇ ਫਿਰ ਨਾਮ ਨੂੰ ਵੰਡਣਾ, ਵੰਡ ਕੇ ਛਕਣਾ। ਸੋ ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਬਾਣੀ ਚੈਨਲ ਤੇ ਆਪ ਜੀ ਨੂੰ ਹਾਜ਼ਰ ਆਉਣ ਤੇ ਬਹੁਤ ਬਹੁਤ ਸਵਾਗਤ ਹੈ, ਧੰਨਵਾਦ ਕੀਤਾ ਜਾਂਦਾ ਹੈ। ਬੇਨਤੀ ਹੈ ਸਰਬੱਤ ਸੰਗਤਾਂ ਨੂੰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ, ਕਮੈਂਟ ਅਤੇ ਲਾਈਕ ਕਰਕੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਆਓ ਆਪਾਂ ਕਥਾ ਦੀ ਆਰੰਭਤਾ ਕਰਦੇ ਹਾਂ। ਗੁਰੂ ਕੀ ਫਤਿਹ ਦੀ ਸਾਂਝ ਪਾਈਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਕੀ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਬੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਇਸ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਕਰਨ ਵਾਲੇ ਗੁਰਸਿੱਖ ਦੀ ਸਾਧ ਸੰਗਤ ਜੀਓ ਦਸ਼ਾ ਦਾ ਬਿਆਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਫਰਮਾਨ ਕਰ ਰਹੇ ਨੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ। ਇਹਦਾ ਭਾਵ ਇਹ ਨਹੀਂ ਕਿ ਗੁਰਦੁਆਰਾ ਸਾਹਿਬ ਵਿੱਚ ਰਹਿਣ ਵਾਲੇ ਹੀ ਸਿੱਖ ਦੀ ਗੱਲ ਕੀਤੀ ਗਈ ਹੈ, ਨਹੀਂ ਸਾਧ ਸੰਗਤ ਜੀਓ। ਗੁਰ ਕੇ ਗ੍ਰਹਿ ਤੋਂ ਭਾਵ ਗੁਰੂ ਦੀ ਚਲਾਈ ਹੋਈ ਮਰਿਆਦਾ ਵਿੱਚ ਰਹਿ ਕਰਕੇ ਜੋ ਸੇਵਕ ਆਪਣੇ ਆਪ ਨੂੰ ਸਮਰਪਿਤ ਕਰਕੇ ਸੇਵਾ ਕਰਦਾ ਹੈ ਅਤੇ ਗੁਰੂ ਪਾਤਸ਼ਾਹ ਮਹਾਰਾਜ ਦਾ ਹੁਕਮ ਆਪਣੇ ਸਿਰ ਦੇ ਉੱਪਰ ਆਪਣੇ ਮਨ ਵਿੱਚ ਗ੍ਰਹਿਣ ਕਰ ਲੈਂਦਾ ਹੈ ਸਾਧ ਸੰਗਤ ਜੀਓ, ਤੇ ਸੇਵਾ ਕਰਦਿਆਂ ਹੋਇਆਂ ਆਪਣੇ ਆਪ ਨੂੰ ਰੰਚਕ ਮਾਤਰ ਵੀ ਨਹੀਂ ਜਨਾਉਂਦਾ, ਭਾਵ ਕਿ ਹਉਮੈ ਭਾਵ ਨੂੰ ਖਤਮ ਕਰ ਲੈਂਦਾ ਹੈ। ਹਰ ਹਰ ਨਾਮ ਹਿਰਦੈ ਸਦ ਧਿਆਵੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਸੇਵਾ ਕਰਦਿਆਂ ਹੋਇਆਂ ਨਾਲ ਨਾਮ ਧਿਆਉਂਦਾ ਜਿਹੜਾ ਮਨ ਵਿੱਚ ਹੈ ਸਤਿਗੁਰੂ ਕੈ ਪਾਸ। ਜਿਹਨੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਸਾਧ ਸੰਗਤ ਜੀ ਆਪਣੇ ਤਨ ਨੂੰ ਸਮਰਪਿਤ ਕਰ ਦਿੱਤਾ, ਗੁਰੂ ਦੇ ਮਨ ਨੂੰ ਸਮਰਪਿਤ ਕਰ ਦਿੱਤਾ, ਧਨ ਸਾਧ ਸੰਗਤ ਸਮਰਪਿਤ ਕਰ ਦਿੱਤਾ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹਨਾਂ ਦੇ ਸੇਵਕਾਂ ਦੇ ਕਾਰਜ ਸਾਰੇ ਰਾਸ। ਤੇ ਸਭ ਤੋਂ ਵੱਡਾ ਕਾਰਜ ਕੀ ਹੈ ਸਾਧ ਸੰਗਤ ਜੀਓ? ਇਸ ਧਰਤੀ ਦੇ ਉੱਪਰ ਆ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਕਰ ਲੈਣਾ। ਇਹ ਸਿੱਖ ਦੀ ਮੰਜ਼ਿਲ ਵੀ ਹੈ ਤੇ ਇਹ ਸਿੱਖ ਦਾ ਸਭ ਤੋਂ ਵੱਡਾ ਕਾਰਜ ਵੀ ਹੈ। ਫਿਰ ਸਾਧ ਸੰਗਤ ਜੀਓ ਸੇਵਾ ਕਰਦਿਆਂ ਹੋਇਆਂ ਭਾਵੇਂ ਦੁਨੀਆ ਦੀ ਸੇਵਾ, ਜਗਤ ਦੀ ਸੇਵਾ, ਭਾਵੇਂ ਗੁਰੂ ਘਰ ਦੀ ਸੇਵਾ, ਸੰਗਤਾਂ ਦੀ ਸੇਵਾ ਕਰ ਰਿਹਾ ਹੈ, ਸੇਵਾ ਕਰਤ ਹੋਏ ਨਹਿ ਕਾਮੀ, ਨਿਸ਼ਕਾਮਨਾ, ਕੋਈ ਅੰਦਰ ਇੱਛਾ ਨਹੀਂ। ਜੋ ਇਸ ਭਾਵਨਾ ਦੇ ਨਾਲ ਸੇਵਾ ਕਰੇਗਾ ਸਾਧ ਸੰਗਤ ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹ ਅਕਾਲ ਪੁਰਖ ਪ੍ਰਮਾਤਮਾ ਜੋ ਸਾਡਾ ਮਾਲਕ ਹੈ ਉਹਦੀ ਪ੍ਰਾਪਤੀ ਫਿਰ ਹੋਏਗੀ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਫਰਮਾਨ ਕੀਤਾ ਕਿ ਆਪਣੀ ਕਿਰਪਾ ਜਿਸ ਆਪ ਕਰੇ, ਜਿਹਨੂੰ ਆਪ ਕਿਰਪਾ ਕਰਕੇ ਅਕਾਲ ਪੁਰਖ ਪ੍ਰਮਾਤਮਾ ਸੇਵਾ ਬਖਸ਼ ਦੇਵੇ, ਨਾਨਕ ਸੋ ਸੇਵਕ ਗੁਰ ਕੀ ਮੱਤ ਲੈ। ਉਹਨੂੰ ਗੁਰੂ ਮੱਤ ਆਪਣੀ ਬਖਸ਼ ਦਿੰਦਾ ਹੈ। ਤੇ ਜਦੋਂ ਗੁਰਮਤਿ ਦੇ ਦਾਇਰੇ ਵਿੱਚ ਆ ਕੇ ਸੇਵਕ ਸਿੱਖ ਸੇਵਾ ਕਰਦਾ ਸਾਧ ਸੰਗਤ ਜੀ, ਉਹਦਾ
ਪਾਰ ਉਤਾਰਾ ਹੋ ਜਾਂਦਾ, ਕੀਤੀ ਹੋਈ ਉਹਦੀ ਸੇਵਾ ਸਫਲੀ ਹੋ ਜਾਂਦੀ ਹੈ। ਇਸ ਦੇ ਉਲਟ ਕਈ ਵਾਰੀ ਸੰਸਾਰ ਵਿੱਚ ਦੇਖਣ ਨੂੰ ਮਿਲਦਾ ਕਿ ਸਾਧ ਸੰਗਤ ਜੀ ਉਹ ਨੇੜੇ ਰਹਿਣ ਵਾਲੇ ਬਹੁਤ ਜ਼ਿਆਦਾ ਹੰਕਾਰੀ ਹੋ ਜਾਂਦੇ ਨੇ। ਕਈਆਂ ਨੂੰ ਆਪਣੀ ਸੇਵਾ ਦਾ ਮਾਣ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਐਸੀ ਸੇਵਾ ਕੀਤੀ ਹੋਈ ਫਲਦਾਇਕ ਨਹੀਂ ਹੈ। ਉਹ ਸੇਵਾ ਕੀਤੀ ਹੋਈ ਸਫਲ ਹੀ ਨਹੀਂ ਹੋ ਸਕਦੀ ਜਿਸ ਸੇਵਾ ਦੇ ਕਾਰਨ ਕਰਕੇ ਸਾਧ ਸੰਗਤ ਜੀ ਆਪਣੇ ਅੰਦਰ ਹਉਮੈ ਆ ਜਾਏ। ਅੱਜ ਇਸੇ ਪ੍ਰਸੰਗ ਵਿੱਚ ਆਪਾਂ ਇੱਕ ਸਾਖੀ ਜੋ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ, ਨਿਸਬਾਸਰ ਨਖਿਅਤਰ ਬਨਾਸੀ ਰਵ ਸਸੀ ਅਰਬੇ ਨਾਦਾ ਗਿਰ ਬਸੁਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ ਅੰਡ ਬਨਾਸੀ ਜੇਰ ਬਨਾਸੀ ਉਤਪੁਜ ਸੇਦ ਬਨਾਦਾ ਚਾਰ ਬਨਾਸੀ ਖਟਹਿ ਬਨਾਸੀ ਇੱਕ ਸਾਧ ਬਚਨ ਨਹਿ ਚਲਾਦਾ। ਗਿਰ ਬਸਦਾ ਜਲ ਪਵਨ ਜਾਏਗਾ ਇੱਕ ਸਾਧ ਬਚਨ ਅਟਲਾਦਾ। ਸ਼ਾਮ ਦਾ ਵਕਤ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਿਕਾਰ ਕਰਨ ਵਾਸਤੇ ਜਾਣ ਨੂੰ ਤਿਆਰ ਸਨ। ਇਹਨਾਂ ਨੂੰ ਕੀ ਦੇਖਿਆ ਕਿ ਇੱਕ ਕਲੰਦਰ ਆ ਗਿਆ ਦਰਬਾਰ ਦੇ ਵਿੱਚ। ਉਸ ਕਲੰਦਰ ਨੇ ਇੱਕ ਬਹੁਤ ਵੱਡਾ ਰਿਛ ਫੜਿਆ ਹੋਇਆ ਸੀ। ਰਿਛ ਦੇ ਨੱਥ ਪਾਈ ਹੋਈ ਸੀ, ਨਕੇਲ ਪਾ ਕੇ ਉਸ ਨੂੰ ਨਚਾਉਂਦਾ ਫਿਰਦਾ ਸੀ ਤੇ ਪੈਸੇ ਮੰਗਦਾ ਸੀ। ਉਸਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਇਸ ਰਿਛ ਦਾ ਤਮਾਸ਼ਾ ਦੇਖਿਆ ਜਾਵੇ। ਸਤਿਗੁਰੂ ਜੀ ਅਟਕ ਗਏ। ਕਲੰਦਰ ਰਿਛ ਦਾ ਤਮਾਸ਼ਾ ਕਰਨ ਲੱਗਾ। ਤਮਾਸ਼ਾ ਦੇਖਦਿਆਂ ਦੇਖਦਿਆਂ ਸਤਿਗੁਰੂ ਜੀ ਨੇ ਭਾਈ ਕੀਰਤਨੀਏ ਵੱਲ ਦੇਖਿਆ। ਭਾਈ ਕੀਰਤਨੀਆ ਸਤਿਗੁਰੂ ਜੀ ਨੂੰ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਸੀ। ਹਜੂਰੀਆਂ ਸੇਵਕਾਂ ਦੇ ਵਿੱਚੋਂ ਇੱਕ ਸੀ। ਸਾਹਿਬਾਂ ਨੇ ਉਸ ਨੂੰ ਕਿਹਾ, ਭਾਈ ਕੀਰਤਨੀਆ ਜਾਣਦਾ ਹੈ ਇਹ ਰਿਛ ਕੌਣ ਹੈ? ਸੱਚੇ ਪਾਤਸ਼ਾਹ ਮੈਂ ਕੀ ਜਾਣਾ, ਆਪ ਜੀ ਦੀ ਲੀਲਾ ਅਪਰੰਪਾਰ ਹੈ। ਇਹ ਰਿਛ ਤੇਰਾ ਪਿਤਾ ਹੈ ਸੋਭਾ ਰਾਮ। ਸਤਿਗੁਰੂ ਜੀ ਨੇ ਮੁਸਕਰਾ ਕੇ ਜਦੋਂ ਇਹ ਆਖਿਆ ਤੇ ਸਾਧ ਸੰਗਤ ਜੀਓ ਭਾਈ ਕੀਰਤਨੀਆ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਹੈ ਮੇਰੇ ਪਿਤਾ ਜੀ ਉਹ ਰਿਛ ਦੀ ਜੂਨੇ? ਇਹ ਗੱਲ ਤਾਂ ਹੈਰਾਨ ਕਰਨ ਵਾਲੀ ਹੈ ਸਤਿਗੁਰੂ ਜੀ, ਮੈਂ ਨਹੀਂ ਮੰਨ ਸਕਦਾ। ਭਾਈ ਕੀਰਤਨੀਆ ਨੂੰ ਸਾਧ ਸੰਗਤ ਚੌਰ ਕਰਨ ਦੀ ਸੇਵਾ ਭੁੱਲ ਗਈ। ਉਹ ਰਿਛ ਵੱਲ ਵੇਖਣ ਲੱਗ ਪਿਆ। ਉਹ ਬਹੁਤ ਇਸ ਗੱਲੋਂ ਹੈਰਾਨ ਹੋਇਆ ਕਿ ਉਸਦਾ ਪਿਤਾ ਸੋਭਾ ਰਾਮ ਤਾਂ ਗੁਰੂ ਘਰ ਦਾ ਬਹੁਤ ਪ੍ਰੇਮੀ ਅਣਥਕ ਸੇਵਕ ਸੀ, ਭਗਤ ਆਦਮੀ ਸੀ। ਭਾਈ ਕੀਰਤਨੀਆ ਨੇ ਫਿਰ ਕਿਹਾ, ਸੱਚੇ ਪਾਤਸ਼ਾਹ ਮੇਰੇ ਪਿਤਾ ਨੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਸੀ। 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਕੋਲ ਰਹੇ ਨੇ ਤੇ ਗੁਰੂ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਵੀ ਸੁਣਿਆ ਕਰਦਾ ਸੀ। ਕੀ ਗੁਰੂ ਘਰ ਦੀ ਸੇਵਾ ਦਾ ਇਹੋ ਫਲ ਮਿਲਦਾ ਹੈ? ਕੀ ਮੈਂ ਵੀ ਰਿਛ ਦੀ ਜੂਨੇ ਪਵਾਂਗਾ ਸਤਿਗੁਰੂ ਜੀ? ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ। ਉਹਨਾਂ ਨੇ ਫਰਮਾਇਆ, ਮਨੁੱਖ ਕਰਮ ਦਾ ਖੱਟਿਆ ਖਾਂਦਾ ਹੈ। ਜੈਸਾ ਕੋਈ ਕਰਮ ਕਰਦਾ ਹੈ ਤੈਸਾ ਹੀ ਫਲ ਭੋਗਦਾ ਹੈ। ਸਾਰੀ ਵਾਰਤਾ ਸੁਣ ਇਹ ਰਿਛ ਕਿਵੇਂ ਬਣਿਆ। ਸਤਿਗੁਰੂ ਜੀ ਦੇ ਸਾਥ ਬਹੁਤ ਸਾਰੇ ਸਿੱਖ ਸਨ। ਸਾਧ ਸੰਗਤ ਜੀਓ ਸਤਿਗੁਰੂ ਜੀ ਦੇ ਬਚਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਥਾ ਸੁਣਾਉਣੀ ਆਰੰਭ ਕੀਤੀ। ਭਾਈ ਕੀਰਤਨੀਆ ਇਹ ਰਿਛ ਤੇਰਾ ਪਿਤਾ ਸੋਭਾ ਰਾਮ ਹੈ। ਇਹ ਠੀਕ ਹੈ ਗੁਰਮੁਖ ਸੀ ਤੇ ਗੁਰੂ ਘਰ ਦੀ ਸੇਵਾ ਕਰਿਆ ਕਰਦਾ ਸੀ, ਪਰ ਇਸ ਨੇ ਇੱਕ ਵੱਡੀ ਭੁੱਲ ਕੀਤੀ ਸੀ ਜਿਸ ਕਾਰਨ ਇਸ ਨੂੰ ਇਹ ਜੂਨ ਪ੍ਰਾਪਤ ਹੋਈ। ਸਤਿਗੁਰੂ ਜੀ ਕਥਾ ਸੁਣਾਈ ਗਏ। ਇੱਕ ਦਿਨ ਭਾਈ ਸੋਭਾ ਰਾਮ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਰਿਹਾ ਸੀ। ਸੰਗਤ ਬਹੁਤ ਸੀ। ਇੱਕ ਜ਼ਿਮੀਂਦਾਰ ਜਿਹਦਾ ਨਾਮ ਧੰਨਾ ਸੀ ਉਹ ਪ੍ਰਸ਼ਾਦ ਲੈਣ ਵਾਸਤੇ ਆਇਆ। ਭਾਈ ਧੰਨਾ ਬਹੁਤ ਧਰਮੀ ਤੇ ਨੇਕ ਪੁਰਸ਼ ਸੀ। ਉਸਨੇ ਕਦੀ ਕਿਸੇ ਦੀ ਚੀਜ਼ ਨਹੀਂ ਸੀ ਚੁੱਕੀ, ਨਾ ਕਿਸੇ ਦਾ ਬੁਰਾ ਤੱਕਿਆ ਸੀ, ਚੁਗਲੀ ਨਿੰਦਾ ਤੋਂ ਵਿਰਹਿਤ ਸੀ ਤੇ ਹੰਕਾਰ ਕਦੇ ਨਹੀਂ ਉਸਦੇ ਲਾਗਿਓਂ ਲੰਘਿਆ। ਉਹ ਕਣਕ ਦਾ ਗੱਡਾ ਲੈ ਕੇ ਆਇਆ ਸੀ। ਉਹਦੇ ਲੀੜੇ ਮੈਲੇ ਸਨ, ਉਹਦੇ ਦਾੜੇ ਵਿੱਚ ਘੱਟਾ ਪਿਆ ਹੋਇਆ ਸੀ, ਪੱਗ ਢਿਲਕੀ ਹੋਈ ਸੀ ਤੇ ਅਣਧੋਤੇ ਵਾਲ ਖਿਲਰੇ ਹੋਏ ਸਨ। ਉਹ ਜਦੋਂ ਪ੍ਰਸ਼ਾਦ ਲੈਣ ਵਾਸਤੇ ਅੱਗੇ ਵਧਿਆ ਤਾਂ ਬਹੁਤ ਭੀੜ ਸੀ। ਉਸਨੇ ਨਿਮਰਤਾ ਨਾਲ ਭਾਈ ਸੋਭਾ ਰਾਮ ਅੱਗੇ ਬੇਨਤੀ ਕੀਤੀ ਕਿ ਮੈਨੂੰ ਪਹਿਲਾਂ ਪ੍ਰਸ਼ਾਦ ਦੇ ਦੇਵੋ ਤਾਂ ਜੋ ਮੈਂ ਆਪਣੇ ਗੱਡੇ ਨਾਲ ਜਾ ਸਕਾਂ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਸਾਰੀ ਸੇਵਕ ਸੇਵਾ ਹੋ ਰਹੀ ਸੀ। ਸਾਧ ਸੰਗਤ ਜੀਓ ਤੇ ਉਸ ਭਾਈ ਸੋਭਾ ਰਾਮ ਨੇ ਇਹ ਅਣਸੁਣਿਆ ਕਰ ਦਿੱਤਾ। ਸਗੋਂ ਬੜੇ ਕ੍ਰੋਧ ਨਾਲ ਕਿਹਾ, ਕਿਉਂ ਰਿਛ ਵਾਂਗੂ ਭੂਤਰਦਾ ਤੇ ਨਾਸਾਂ ਚੜਾਉਂਦਾ ਹੈ? ਪਰੇ ਰਹੋ, ਪ੍ਰਸ਼ਾਦ ਮਿਲ ਜਾਵੇਗਾ। ਆਪਣੀ ਸੂਰਤ ਨਹੀਂ ਵੇਖਦਾ ਜੋ ਰਿਛ ਵਾਂਗ ਹੈ ਤੇ ਅੰਨ੍ਹੇਵਾਹ ਕੜਾਹ ਪ੍ਰਸ਼ਾਦ ਲੈਣ ਵਾਸਤੇ ਅੱਗੇ ਵਧ ਰਿਹਾ ਹੈ। ਘੜੀ ਪਰ ਸਬਰ ਵੀ ਨਹੀਂ ਹੁੰਦਾ।
ਧੰਨੇ ਨੇ ਗੁੱਸਾ ਨਹੀਂ ਕੀਤਾ। ਉਹ ਧਰਤੀ ਉੱਤੇ ਡਿੱਗਾ ਹੋਇਆ ਕੜਾਹ ਪ੍ਰਸ਼ਾਦ ਦਾ ਕਿਣਕਾ ਚੁੱਕ ਕੇ ਤੁਰ ਗਿਆ। ਤੁਰਦਾ ਹੋਇਆ ਉਹ ਸਿਰਫ ਇਹੋ ਕਹਿ ਗਿਆ, ਤੂੰ ਹੀ ਰਿਛ ਹੋ। ਧਰਮੀ ਸਿੱਖ ਦਾ ਬਚਨ ਸੱਤ ਹੋਇਆ, ਇੱਕ ਸਾਧ ਬਚਨ ਅਟਲਾਦਾ। 8 ਸਾਲ ਹੋਏ ਨੇ ਸੋਭਾ ਰਾਮ ਨੇ ਕਾਸ਼ੀ ਦੇ ਨੇੜੇ ਜਾ ਕੇ ਪ੍ਰਲੋਕ ਗਮਨ ਕੀਤਾ ਤੇ ਰਿਛ ਦੀ ਜੂਨ ਪ੍ਰਾਪਤ ਹੋਈ। ਹੁਣ ਇਹ ਜੂਨ ਭੁਗਤ ਰਿਹਾ ਹੈ। ਇਹ ਸੁਣ ਕੇ ਕਲੰਦਰ ਝੱਟ ਬੋਲ ਪਿਆ, ਮਹਾਰਾਜ 7 ਸਾਲ ਹੋਏ ਮੈਂ ਇਸ ਨੂੰ ਕਾਸ਼ੀ ਦੇ ਜੰਗਲਾਂ ਵਿੱਚ ਫੜਿਆ ਸੀ, ਤਦੋਂ ਇਸ ਦੀ ਉਮਰ ਮਸਾਂ 1 ਸਾਲ ਦੀ ਸੀ। ਆਪ ਜੀ ਦੇ ਬਚਨ ਸੱਤ ਨੇ। ਜਿੱਥੇ ਸਤਸੰਗਤ ਹੁੰਦੀ ਹੈ ਉਧਰ ਇਹ ਬਹੁਤ ਜਾਂਦਾ ਹੈ, ਚੁੱਪਚਾਪ ਖਲੋਤਾ ਰਹਿੰਦਾ ਹੈ। ਸਤਿਗੁਰੂ ਜੀ ਮਹਾਰਾਜ ਨੇ ਬਚਨ ਕੀਤਾ, ਸਤਸੰਗਤ ਵਿੱਚ ਜੋ ਵੀ ਪੁਰਸ਼ ਜਾਂ ਨਾਰੀ ਹੈ ਉਹ ਆ ਕੇ ਬੈਠੇ ਉਹ ਦੇਵਤਾ ਰੂਪ ਹੋ ਜਾਂਦੇ ਨੇ। ਚੋਰ, ਸਾਧ, ਠੱਗ, ਪਾਪੀ ਸਭ ਇੱਕ ਸਮਾਨ ਨੇ। ਕਿਸੇ ਨੂੰ ਮਾੜਾ ਨਹੀਂ ਜਾਣਨਾ ਚਾਹੀਦਾ। ਜਿਸ ਵੇਲੇ ਸੰਗਤ ਨੂੰ ਪ੍ਰਸ਼ਾਦ ਵਰਚਾਇਆ ਜਾਵੇ ਤਦੋਂ ਕਿਸੇ ਨੂੰ ਮੰਦਾ ਸ਼ਬਦ ਨਹੀਂ ਬੋਲਣਾ ਚਾਹੀਦਾ, ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ ਭਾਈ ਕੀਰਤਨੀਆ ਨੇ ਕਿਹਾ, ਮਹਾਰਾਜ ਜੀ ਹੁਣ ਇਹਦੀ ਜੂਨ ਕੱਟ ਦੇਵੋ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹਦੀ ਜੂਨ ਕੱਟੀ ਗਈ ਕਿਉਂਕਿ ਇਹਦੇ ਦਿਮਾਗ ਵਿੱਚੋਂ ਸੰਗਤ ਨਹੀਂ ਵਿਸਰੀ, ਇਸ ਕਰਕੇ ਇਹ ਸੱਚਖੰਡ ਵਿਖੇ ਜਾਏਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਸ ਨੂੰ ਕਿਣਕਾ ਮਾਤਰ ਲਿਆ ਕੇ ਪ੍ਰਸ਼ਾਦ ਛਕਾਓ। ਜਦੋਂ ਪ੍ਰਸ਼ਾਦ ਛਕਾਇਆ ਗਿਆ ਤੇ ਸਾਧ ਸੰਗਤ ਜੀ ਉਸ ਰਿਛ ਦੀ ਜੂਨ ਬਦਲ ਕੇ ਉਹ ਰਿਛ ਦਾ ਸਰੀਰ ਫੜ ਗਿਆ ਤੇ ਜਾਂਦੀ ਹੋਈ ਰੂਹ ਸਭ ਨੇ ਦੇਖੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਉਸ ਵਰਗਾਂ ਵਿੱਚ ਗਿਆ, ਜੂਨ ਬਦਲੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦੇ ਨਾਲ ਜੁੜਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਬਾਣੀ ਚੈਨਲ ਵੱਲੋਂ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ, ਲਾਈਕ ਅਤੇ ਕਮੈਂਟ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਭਾਈ ਬਾਲਾ ਅਤੇ ਮਰਦਾਨਾ ਜਗਤ ਜਲੰਦੇ ਨੂੰ ਤਾਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਾਮ ਰੂਪ ਢਾਕ ਕੇ ਬੰਗਾਲ ਦੀ ਧਰਤੀ ਤੇ ਪਹੁੰਚੇ ਨੇ। ਜਦੋਂ ਇਸ ਕਾਮਰੂਪ ਦੇਸ਼ ਵਿੱਚ ਪਹੁੰਚੇ ਤੇ ਨਗਰ ਵਿੱਚ ਪਹੁੰਚਣ ਤੋਂ ਪਹਿਲਾਂ ਬਾਰ-ਬਾਰ ਇੱਕ ਬ੍ਰਿਖ ਹੇਠਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖਾਂ ਨੇ ਔਰ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਉਹ ਡੇਰਾ ਕੀਤਾ। ਕੁਝ ਸਮੇਂ ਬਾਅਦ ਪਹਿਲਾਂ ਵਾਂਗ ਭਾਈ ਮਰਦਾਨਾ ਜੀ ਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸ਼ਹਿਰ ਬੜਾ ਸੁੰਦਰ ਹੈ, ਇੱਥੋਂ ਦਾ ਵਾਤਾਵਰਨ ਰਮਣੀਕ ਹੈ, ਬੜੇ ਸੁੰਦਰ ਪੇੜ ਲੱਗੇ ਹੋਏ ਹਨ, ਜਲਵਾਯੂ ਬਹੁਤ ਸੁੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਭੁੱਖ ਨੇ ਬੜਾ ਸਤਾਇਆ ਹੋਇਆ ਹੈ, ਆਪ ਜੀ ਆਗਿਆ ਕਰੋ ਮੈਂ ਇਸ ਸ਼ਹਿਰ ਵਿੱਚ ਜਾਵਾਂ, ਕੁਝ ਖਾ ਕਰਕੇ ਆਵਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਾ ਜੀ, ਇਸ ਸ਼ਹਿਰ ਵਿੱਚ ਜਾਣਾ ਤੁਹਾਡਾ ਉਚਿਤ ਨਹੀਂ ਹੋਵੇਗਾ, ਪਰ ਮਹਾਰਾਜ ਜੀ ਮੈਂ ਭੁੱਖਿਆਂ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ, ਆਪ ਕਿਰਪਾ ਕਰੋ, ਮੈਨੂੰ ਭੇਜਣ ਦੀ ਕਿਰਪਾਲਤਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਰੋਕਿਆ ਤੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਨਹੀਂ ਰੁਕੇ। ਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਤੋਂ ਬਿਨਾਂ ਹੀ ਚਲੇ ਗਏ ਨੇ। ਕਾਮਰੂਪ ਇਸ ਨਗਰ ਵਿੱਚ ਜਦੋਂ ਗਏ ਨੇ ਸਾਧ ਸੰਗਤ ਜੀ, ਉੱਥੋਂ ਦੀਆਂ ਇਸਤਰੀਆਂ ਜਾਦੂਗਰਣੀਆਂ ਸਨ, ਵਿਭਚਾਰਣਾ ਸਨ, ਟੂਣੇ ਹਾਰੀਆਂ ਸਨ, ਬੜੀਆਂ ਸੁਸ਼ੀਲ ਸੁੰਦਰ ਸਨ। ਭਾਈ ਮਰਦਾਨਾ ਜੀ ਨੂੰ ਦੇਖ ਕੇ ਬੜੀਆਂ ਪ੍ਰਸੰਨ ਹੋਈਆਂ। ਭਾਈ ਮਰਦਾਨਾ ਜੀ ਦੇ ਗਲ ਵਿੱਚ ਸਾਧ ਸੰਗਤ ਜੀ ਉਹ ਇੱਕ ਜੰਤਰ ਮੰਤਰ ਦਾ ਕੀਤਾ ਹੋਇਆ ਇਹ ਧਾਗਾ ਤਵੀਤ ਗਲ ਵਿੱਚ ਪਾ ਕੇ ਭੇਡੂ ਬਣਾ ਕੇ ਬੰਨ੍ਹ ਲਿਆ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਬਾਲਾ ਜੀ ਦੇ ਨਾਲ ਬਾਹਰ ਬ੍ਰਿਖ ਹੇਠਾਂ ਬਿਰਾਜਮਾਨ ਨੇ। ਕੁਝ ਸਮੇਂ ਬਾਅਦ ਜਦੋਂ ਭਾਈ ਮਰਦਾਨਾ ਜੀ ਘਰ ਵਾਪਸ ਨਹੀਂ ਆਏ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਆਖਿਆ ਕਿ ਆਪਾਂ ਨੂੰ ਚੱਲਣਾ ਚਾਹੀਦਾ ਹੈ। ਭਾਈ ਮਰਦਾਨਾ ਜੀ ਨੂੰ ਕਾਮਰੂਪ ਦੀਆਂ ਸੁੰਦਰ ਇਸਤਰੀਆਂ ਨੇ ਭੇਡੂ ਬਣਾ ਕੇ ਬੰਨ੍ਹਿਆ ਹੋਇਆ ਹੈ, ਆਪਾਂ ਉਹਨੂੰ ਛੁਡਾ ਕੇ ਲੈ ਕੇ ਆਈਏ। ਭਾਈ ਬਾਲਾ ਜੀ ਨੇ ਕਹਿਣਾ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਈ ਮਰਦਾਨਾ ਜੀ ਨੇ ਬੜੀ ਗਲਤੀ ਕੀਤੀ, ਆਪ ਜੀ ਦਾ ਹੁਕਮ ਨਹੀਂ ਮੰਨਿਆ, ਉਹਨੂੰ ਸਜ਼ਾ ਭੁਗਤਣ ਦਿਓ। ਪਰ ਮਹਾਰਾਜ ਕਹਿਣ ਲੱਗੇ, ਤੁਹਾਡਾ ਹੀ ਵਿਸ਼ਾਲ ਮਤ ਹੈ ਭਾਈ ਬਾਲਾ ਜੀ, ਉਹ ਸਾਡੇ ਨਾਲ ਆਏ ਨੇ, ਸਾਨੂੰ ਉਸ ਦੀ ਲਾਜ ਹੈ, ਸਾਨੂੰ ਚੱਲਣਾ ਚਾਹੀਦਾ ਹੈ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਬਾਲਾ ਜੀ ਸਮੇਤ ਨਗਰ ਵਿੱਚ ਪਹੁੰਚੇ, ਉੱਥੇ ਪਹੁੰਚੇ ਨੇ ਜਿੱਥੇ ਇਸਤਰੀਆਂ ਨੇ ਸਾਧ ਸੰਗਤ ਭਾਈ ਮਰਦਾਨਾ ਜੀ ਨੂੰ ਭੇਡੂ ਬਣਾ ਕੇ ਇੱਕ ਕਿੱਲੇ ਨਾਲ ਬੰਨ੍ਹਿਆ ਹੋਇਆ ਹੈ। ਗੁਰੂ ਪਾਤਸ਼ਾਹ ਮਹਾਰਾਜ ਦਾ ਸੁੰਦਰ ਚਿਹਰਾ ਵੇਖ ਕਰਕੇ ਭਾਈ ਮਰਦਾਨਾ ਜੀ ਧਰਤੀ ਨੂੰ ਖਰੋਂਚਣ ਲੱਗ ਪਏ ਨੇ।
ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦੇਖ ਕਰਕੇ ਸਾਧ ਸੰਗਤ ਜੀ ਉਹ ਬੜੇ ਫੁੰਕਾਰੇ ਮਾਰਦਾ ਹੈ ਕਿ ਮੈਨੂੰ ਇੱਥੋਂ ਛੁਡਾ ਲਓ। ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਆਖਿਆ ਕਿ ਇਹਦੇ ਗਲ ਵਿੱਚ ਬੰਨ੍ਹਿਆ ਹੋਇਆ ਇਹ ਧਾਗਾ ਖੋਲ੍ਹ ਕੇ ਲਿਆਓ। ਜਦੋਂ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਵੱਲ ਵਧੇ ਤੇ ਉੱਥੇ ਜੋ 4 ਇਸਤਰੀਆਂ ਬੈਠੀਆਂ ਸਨ ਉਹਨਾਂ ਵਿੱਚੋਂ ਇੱਕ ਭੱਜ ਕੇ ਆਈ, ਭਾਈ ਬਾਲਾ ਜੀ ਦੇ ਗਲ ਵਿੱਚ ਤਵੀਤ ਧਾਗਾ ਪਾਉਣ ਲੱਗੀ ਹੈ। ਜਦੋਂ ਆਈ ਤੇ ਸਾਧ ਸੰਗਤ ਜੀ ਨਾਲ ਦੀ ਨਾਲ ਉਹਦਾ ਰੂਪ ਬਦਲ ਗਿਆ, ਕੁੱਤੀ ਦਾ ਰੂਪ ਧਾਰਨ ਕਰ ਲਿਆ, ਕੁੱਤੀ ਬਣ ਗਈ। ਦੂਸਰੀ ਇਸਤਰੀ ਉੱਠੀ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਗਲ ਵਿੱਚ ਧਾਗਾ ਪਾਉਣ ਵਾਸਤੇ ਵਧੀ ਹੈ, ਪਰ ਕੁਦਰਤ ਦੀ ਖੇਡ ਵਾਪਰੀ ਕਿ ਉਹ ਵੀ ਭੇਡ ਦਾ ਰੂਪ ਬਣ ਗਈ। ਜਿਹੜੀਆਂ 2 ਇਸਤਰੀਆਂ ਹੋਰ ਬੈਠੀਆਂ ਸਨ ਉਹ ਬੜੀਆਂ ਭੈਭੀਤ ਹੋਈਆਂ, ਆਪੇ ਉਹ ਆਪਣੇ ਘਰਾਂ ਨੂੰ ਭੱਜ ਗਈਆਂ। ਤੇ ਸਾਧ ਸੰਗਤ ਜੀ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਭਾਈ ਮਰਦਾਨਾ ਜੀ ਦੇ ਗਲੋਂ ਇਹ ਧਾਗਾ ਲਾਓ। ਜਿਉਂ ਧਾਗਾ ਲਾਇਆ ਤੇ ਗੁਰੂ ਪਾਤਸ਼ਾਹ ਮਹਾਰਾਜ ਦਾ ਇਹ ਅਨੰਨ ਸੇਵਕ ਭਾਈ ਮਰਦਾਨਾ ਜੀ ਉਸੇ ਮਾਨਵੀ ਰੂਪ ਵਿੱਚ ਆ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ। ਗੁਰੂ ਪਾਤਸ਼ਾਹ ਮਹਾਰਾਜ ਤੋਂ ਭੁੱਲ ਬਖਸ਼ਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਇਹ ਸਜ਼ਾ ਭੁਗਤਣੀ ਪਈ। ਸਾਧ ਸੰਗਤ ਜੀ ਸ਼ਾਮ ਦਾ ਵਕਤ ਹੋਇਆ। ਉਹਨਾਂ ਇਸਤਰੀਆਂ ਦੇ ਮਰਦ ਜਦੋਂ ਘਰ ਪਹੁੰਚੇ ਤੇ ਦੇਖਿਆ ਕਿ ਉਹਨਾਂ ਦੀਆਂ ਇਸਤਰੀਆਂ ਇੱਕ ਨੇ ਕੁੱਤੀ ਦਾ ਰੂਪ ਧਾਰਨ ਕੀਤਾ ਹੋਇਆ, ਦੂਸਰੀ ਭੇਡ ਬਣੀ ਹੋਈ ਹੈ। ਉਹ ਸਮਝ ਗਏ ਕਿ ਜਿਹੜੇ ਮਹਾਂਪੁਰਖ ਇੱਥੇ ਬਿਰਾਜਮਾਨ ਹੋਏ ਹਨ ਇਹਨਾਂ ਨਾਲ ਕੋਈ ਅਵੱਗਿਆ ਕੀਤੀ ਹੋਣੀ ਹੈ ਤੇ ਇਹਨਾਂ ਦੇ ਸ਼ਰਾਪ ਸਦਕਾ ਇਹਨਾਂ ਦਾ ਇਹ ਰੂਪ ਧਾਰਨ ਕਰ ਲਿਆ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਇਸਤਰੀਆਂ ਹੁਣ ਇਸ਼ਾਰੇ ਨਾਲ ਸਾਨੂੰ ਤੁਹਾਡੇ ਵੱਲ ਭੇਜ ਰਹੀਆਂ ਨੇ। ਇਹ ਵਿਚਾਰਨਾ ਹਨ, ਹਰ ਵਕਤ ਕਾਮਕ ਬਿਰਤੀ ਰੱਖਦੀਆਂ ਹਨ। ਇਹਨਾਂ ਨੂੰ ਇਹ ਨਹੀਂ ਪਤਾ ਕਿ ਮਹਾਂਪੁਰਖਾਂ ਨਾਲ ਕਿਵੇਂ ਪੇਸ਼ ਆਈਦਾ ਹੈ, ਮਹਾਂਪੁਰਖਾਂ ਦੀ ਸੇਵਾ ਕਰੀਦੀ ਹੈ, ਮਹਾਂਪੁਰਖਾਂ ਦੇ ਚਰਨਾਂ ਵਿੱਚ ਲੱਗ ਕੇ ਆਪਣਾ ਉਧਾਰ ਕਰੀਦਾ। ਪਰ ਇਹ ਕਾਮ ਦੀਆਂ ਮਾਰੀਆਂ ਹੋਈਆਂ ਕਾਮ ਬਿਰਤੀ ਵਾਲੀਆਂ ਨੇ ਕੁਝ ਵੀ ਨਹੀਂ ਸੋਚਿਆ। ਗੁਰੂ ਪਾਤਸ਼ਾਹ ਮਹਾਰਾਜ ਇਹ ਚੰਚਲ ਇਸਤਰੀਆਂ ਨੇ, ਇਹਨਾਂ ਦੀ ਭੁੱਲ ਬਖਸ਼ ਦੇਵੋ, ਇਹਨਾਂ ਨੂੰ ਪਹਿਲਾਂ ਵਾਲਾ ਰੂਪ ਦੇ ਦੇਵੋ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਨ ਦਿਆਲ ਜੋ ਜਗਤ ਜਲੰਦੇ ਨੂੰ ਤਾਰਨ ਵਾਸਤੇ ਇਸ ਦੁਨੀਆ ਦੇ ਉੱਪਰ ਆਏ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਇਸਤਰੀਆਂ ਨੂੰ ਸਾਧ ਸੰਗਤ ਜੀ ਉਹ ਉਸੇ ਰੂਪ ਵਿੱਚ ਇਸਤਰੀਆਂ ਦੇ ਰੂਪ ਵਿੱਚ ਹੀ ਲੈ ਆਂਦਾ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਨਗਰ ਵਿੱਚ 5 ਦਿਨ ਠਹਿਰੇ ਨੇ। 5 ਦਿਨਾਂ ਬਾਅਦ ਸਾਧ ਸੰਗਤ ਜੀ ਉਹ ਜਦੋਂ ਜਾਣ ਲੱਗੇ ਨੇ ਤੇ ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਗੁਰੂ ਚਰਨਾਂ ਵਿੱਚ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ, ਸਾਡੇ ਇਸ ਨਗਰ ਨੂੰ ਉਤਾਰਿਆ ਹੈ। 5 ਦਿਨਾਂ ਦੀ ਸੰਗਤ ਦੇ ਨਾਲ ਸਾਡੇ ਮਨੁੱਖੀ ਮਨਾਂ ਦੇ ਵਿੱਚ ਜੋ ਉਪੱਦਰ ਸਨ, ਜੋ ਗਲਤੀਆਂ ਸਨ, ਜੋ ਸਾਡੀ ਬੁੱਧੀ ਵਿਵੇਕ ਹੋਣੀ ਚਾਹੀਦੀ ਸੀ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਮ ਦੀਆਂ ਭਰੀਆਂ ਹੋਈਆਂ ਇਹਨਾਂ ਇਸਤਰੀਆਂ ਨੇ ਸਾਡੇ ਵੀ ਮਨਾਂ ਦੇ ਉੱਪਰ ਹਮੇਸ਼ਾ ਚੰਚਲਤਾਈ ਦਾ ਹੀ ਰੂਪ ਮਨ ਕੀਤਾ ਹੋਇਆ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਤੁਹਾਡੀ ਸੰਗਤ ਨਾਲ ਸਾਡੇ ਮਨ ਉਜਲੇ ਗਏ ਸਨ, ਸ਼ੀਸ਼ਾ ਬਣ ਗਏ ਸਨ। ਹੁਣ ਕਿਰਪਾ ਕਰੋ, ਸਾਡਾ ਚੰਗੀ ਤਰ੍ਹਾਂ ਉਧਾਰ ਕਰਕੇ ਜਾਓ। ਸਾਡਾ ਨਗਰ ਆਪ ਜੀ ਦੇ ਚਰਨ ਛੋਹ ਦੇ ਨਾਲ ਬਦਲ ਚੁੱਕਿਆ, ਸਾਡੀ ਸੋਚ ਬਦਲ ਗਈ ਹੈ। ਮਹਾਰਾਜ ਕਹਿਣ ਲੱਗੇ ਇੱਥੇ ਧਰਮਸ਼ਾਲ ਬਣਾਓ, ਆਏ ਗਏ ਦੀ ਸੇਵਾ ਕਰੋ, ਲੰਗਰ ਲਾਓ। ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਮੇਸ਼ਾ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰੋ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਸਿੱਖਿਆ ਦਿੱਤੀ। ਇਸ ਸਿੱਖਿਆ ਨੂੰ ਗ੍ਰਹਿਣ ਕਰਕੇ ਉਹ ਮੰਦ ਵਾਸ਼ਨਾਵਾਂ ਭਰੀਆਂ ਇਸਤਰੀਆਂ ਸਾਧ ਸੰਗਤ ਜੀ ਉਹ ਦੇਵੀਆਂ ਦਾ ਰੂਪ ਬਣ ਗਈਆਂ। ਉਹ ਨਾਮ ਜਪਦੀਆਂ, ਅਕਾਲ ਪੁਰਖ ਪ੍ਰਮਾਤਮਾ ਦਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਦੀਆਂ। ਨਰ ਨਾਰੀ ਸਭੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਕੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਧਰਦੇ। ਸਾਧ ਸੰਗਤ ਜੀ ਉਹ ਸਿਮਰਨ ਮੈਂ ਆਪ ਨਿਰੰਕਾਰਾ। ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਹੁਕਮ ਹੈ ਕਿ ਜੋ ਸਿਮਰਨ ਕਰਦਾ ਹੈ ਉਹ ਭਾਵੇਂ ਚੋਰ ਹੈ, ਭਾਵੇਂ ਦੈਂਤ ਹੈ, ਭਾਵੇਂ ਕਾਮਕ ਰੂਪੀ ਕੋਈ ਇੱਛਾ ਵਾਲੀ ਇਸਤਰੀ ਹੈ, ਭਾਵੇਂ ਮਰਦ ਹੈ, ਸਾਧ ਸੰਗਤ ਜੀ ਉਹਨਾਂ ਦੀਆਂ ਅੰਦਰਲੀਆਂ ਮਨੋਬਿਰਤੀਆਂ ਬਦਲ ਜਾਂਦੀਆਂ ਨੇ, ਸੋਚ ਬਦਲ ਜਾਂਦੀ ਹੈ। ਪ੍ਰਮਾਤਮਾ ਦਾ ਨਾਮ ਐਸਾ ਤਤ ਰੂਪ ਅੰਦਰ ਪੈਦਾ ਕਰ ਦਿੰਦਾ ਹੈ ਕਿ ਸਾਧ ਸੰਗਤ ਜੀ ਮੰਦ ਬੁੱਧੀਆਂ ਸੁਚੱਜੀਆਂ ਹੋ ਜਾਂਦੀਆਂ ਹਨ। ਇਸ ਕਰਕੇ ਬਹੁਤ ਵਧੀਆ ਉਹਨਾਂ ਦੀ ਮਨੋਬਿਰਤੀ ਬਣ ਗਈ। ਆਏ ਗਏ ਦੀ ਸੇਵਾ ਕਰਦੇ, ਗੁਰੂ ਕੇ ਲੰਗਰ ਲਾਉਂਦੇ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਗੁਣ ਗਾਇਨ ਕਰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਉਹ ਇਹ ਕਾਮ ਰੂਪ ਦੀਆਂ ਇਸਤਰੀਆਂ ਔਰ ਮਰਦ ਸਾਧ ਸੰਗਤ ਜੋ ਦੇਵੀ ਦੇਵਤਿਆਂ ਦਾ ਰੂਪ ਧਾਰਨ ਕਰ ਗਏ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਅਖਵਾਉਣ ਵਾਲਿਓ,
ਆਪਾਂ ਵੀ ਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ ਆਪਣੇ ਆਪ ਨੂੰ ਚੇਂਜ ਕਰਨਾ ਹੈ। ਗੱਲ ਤਾਂ ਸਾਧ ਸੰਗਤ ਜੀ ਅਮਲ ਕਰਨ ਦੀ ਹੈ। ਭਾਵੇਂ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀਏ ਸਾਥ, ਪੜ੍ਹਦਿਆਂ ਸਾਧ ਸੰਗਤ ਜੀ ਬਹੁਤ ਆਰਜਾ ਲੰਘ ਜਾਂਦੀ ਹੈ। ਕਈ ਧਰਮ ਗ੍ਰੰਥ ਚੁੱਕੀ ਫਿਰਦੇ ਨੇ, ਪਰ ਧਰਮ ਗ੍ਰੰਥਾਂ ਦੇ ਵਿੱਚੋਂ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਨਹੀਂ ਕਰਦੇ। ਜੀਵਨ ਵਿੱਚ ਚੇਂਜ ਲਿਆਉਣੀ ਚਾਹੀਦੀ ਹੈ। ਸਾਡੀ ਜ਼ਿੰਦਗੀ ਬਦਲ ਜਾਵੇ, ਅਸੀਂ ਉਸ ਪਾਸੇ ਵੱਲ ਵਧੀਏ। ਪਰ ਸਾਧ ਸੰਗਤ ਜੀ ਉਹ ਦਿਖਾਵੇ ਮਾਤਰ ਹੀ ਅਸੀਂ ਪਾਠ ਕਰਦੇ ਹਾਂ, ਦਿਖਾਵੇ ਮਾਤਰ ਹੀ ਅਸੀਂ ਸੇਵਾ ਕਰਦੇ ਹਾਂ। ਆਪਣੇ ਮਨ ਨੂੰ ਸਾਧ ਸੰਗਤ ਚੇਂਜ ਨਹੀਂ ਕਰਦੇ, ਬਦਲਦੇ ਨਹੀਂ ਹਾਂ। ਜਦੋਂ ਤੱਕ ਅਸੀਂ ਆਪਣੇ ਔਗੁਣਾਂ ਨੂੰ ਗੁਣਾਂ ਦੇ ਵਿੱਚ ਤਬਦੀਲ ਨਹੀਂ ਕਰਦੇ, ਉਦੋਂ ਤੱਕ ਸਾਡਾ ਇਹ ਜੀਵਨ ਸਫਲਾ ਨਹੀਂ ਹੋਣ ਲੱਗਾ ਸਾਧ ਸੰਗਤ ਜੀ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਬਾਣੀ ਪੜ੍ਹ ਕੇ ਆਪਣੇ ਅੰਦਰ ਦੀ ਬਿਰਤੀ ਨੂੰ ਬਦਲਣਾ ਹੈ। ਔਗਣ ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ ਰੂਪ, ਇਹ ਸਾਧ ਸੰਗਤ ਅਹੰਕਾਰ ਰੂਪ, ਇਹਨਾਂ ਦਾ ਰੂਪ ਚੇਂਜ ਕਰਨਾ ਹੈ। ਜਿਵੇਂ ਆਪਾਂ ਲਾਲਚ ਕਰਦੇ ਹਾਂ ਮਾਇਆ ਦਾ, ਇਹ ਲਾਲਚ ਸਾਡਾ ਗੁਰਬਾਣੀ ਪੜ੍ਹਨ ਵੱਲ ਵੱਧ ਜਾਵੇ। ਜਿੱਥੇ ਜਪਜੀ ਸਾਹਿਬ ਦਾ ਪਾਠ ਕਰਦੇ ਉੱਥੇ 5 ਬਾਣੀਆਂ ਦਾ ਪਾਠ ਕਰਨ ਲੱਗ ਪਈਏ। ਸਾਧ ਸੰਗਤ ਜੀ ਜਿੱਥੇ ਮੋਹ ਸਾਡਾ ਮਮਤਾ ਮਾਇਆ ਦੇ ਵਿੱਚ ਹੈ, ਇਸਤਰੀਆਂ ਦੇ ਵਿੱਚ ਹੈ, ਸਾਡੇ ਬਾਲ ਬੱਚਿਆਂ ਦੇ ਵਿੱਚ ਹੈ, ਇਸ ਤਰ੍ਹਾਂ ਇਹ ਸਾਡਾ ਮੋਹ ਜਿਹੜਾ ਗੁਰੂ ਚਰਨਾਂ ਨਾਲ ਜੁੜ ਜਾਵੇ, ਗੁਰੂ ਦਾ ਮੋਹ ਕਰਨ ਲੱਗ ਪਈਏ। ਅਹੰਕਾਰ ਸਾਡੇ ਵਿੱਚੋਂ ਖਤਮ ਹੋ ਜਾਵੇ, ਸਾਧ ਸੰਗਤ ਕ੍ਰੋਧ ਖਤਮ ਹੋ ਜਾਵੇ। ਇਹਨਾਂ 5 ਵਿਸ਼ੇ ਵਿਕਾਰਾਂ ਦਾ ਰੂਪ ਚੇਂਜ ਕਰਕੇ ਅਸੀਂ ਇੱਕ ਸਾਦੀ ਜ਼ਿੰਦਗੀ ਬਤੀਤ ਕਰੀਏ। ਇਹ ਗੁਰੂ ਨਾਨਕ ਸਾਹਿਬ ਜੀ ਦਾ ਮਿਸ਼ਨ ਹੈ। ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦਾਸ ਹਰਪਾਲ ਸਿੰਘ ਖਾਨੇਵਾਲ ਨੂੰ ਅਲਪ ਬੁੱਧੀ ਜਾਣ ਕਰਕੇ ਸਿੱਖ ਸੰਗਤ ਗੁਰੂ ਪਾਤਸ਼ਾਹ ਬਖਸ਼ਣਯੋਗ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਬਾਣੀ ਚੈਨਲ ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ, ਲਾਈਕ ਅਤੇ ਕਮੈਂਟ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਸੰਗਤ ਜੀ, ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾ ਕੇ ਆਪਾਂ ਅਗਲੀ ਕਥਾ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਧਰਮ ਦੇ ਵਿੱਚ ਇਸਤਰੀ ਨੂੰ ਬਹੁਤ ਵੱਡਾ ਦਰਜਾ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਜੀਓ, ਇੱਕ ਇਸਤਰੀ ਹੀ ਹੈ ਜੋ ਹਰ ਮੈਦਾਨ ਵਿੱਚ, ਹਰ ਕਰਤੱਵ ਵਿੱਚ ਆਪਣੀ ਇੱਕ ਖਾਸ ਜਗ੍ਹਾ ਬਣਾਈ ਬੈਠੀ ਹੈ। ਕਦੀ ਉਹ ਪਿੱਛੇ ਬੈਠ ਰਾਹ ਦਿਖਾਉਂਦੀ ਹੈ, ਕਦੀ ਅੱਗੇ ਲੱਗ ਅਗਵਾਈ ਕਰਦੀ ਹੈ, ਕਦੇ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖੀ ਤਾਂ ਜਾਂਦੀ ਹੈ ਪਰ ਕਹਿੰਦੀ ਕੁਝ ਨਹੀਂ। ਕਦੇ ਐਸੀ ਕਰੁਣਾਮਈ ਹੋ ਕੱਢਦੀ ਹੈ ਕਿ ਦੀਵਾਰਾਂ ਤੱਕ ਹਿਲ ਜਾਂਦੀਆਂ ਨੇ, ਅਤੇ ਜਦ ਵਗਾਰ ਪਾਉਂਦੀ ਹੈ ਤਾਂ ਕਾਇਰ ਵੀ ਖੰਡਾ ਹੱਥ ਫੜ ਮੈਦਾਨ ਵਿੱਚ ਕੁੱਦ ਪੈਂਦੇ ਨੇ। ਸੋ ਆਓ, ਐਸੀ ਇੱਕ ਸਿੱਖ ਬੀਬੀ ਜਿਸ ਦਾ ਨਾਮ ਮਾਈ ਭਾਗੋ ਹੈ, ਉਹ ਸਾਧ ਸੰਗਤ ਜੀਓ ਜਿਸ ਨੇ ਇਤਿਹਾਸ ਵਿੱਚ ਇੱਕ ਅਮੇਟ ਛਾਪ ਛੱਡੀ ਹੈ। ਮਾਈ ਭਾਗੋ ਹੀ ਮਰਦਾਵਾਂ ਭੇਸ ਧਾਰਨ ਕਰਕੇ ਸਨਮੁਖ ਯੁੱਧ ਵਿੱਚ ਸ਼ਾਮਲ ਹੋਈ। ਆਪ ਅੱਗੇ ਹੋ ਮੁਗਲਾਂ ਦਾ ਡਟ ਕੇ ਟਾਕਰਾ ਕੀਤਾ। ਸਰੀਰ ਤੇ ਕਿਤਨੇ ਹੀ ਫਟ ਖਾਧੇ ਪਰ ਨਿਡਾਲ ਨਾ ਹੋਈ। ਉਹ ਜੁਰਤ ਦੀ ਮਿਸਾਲ ਸੀ। ਗੁਰੂ ਘਰ ਨਾਲ ਉਸਦਾ ਅਥਾਹ ਪਿਆਰ ਸੀ। ਉਹ ਪਹਿਲੀ ਵੀਰ ਇਸਤਰੀ ਹੈ। ਮਾਈ ਭਾਗੋ ਦੇ ਬਚਪਨ ਦਾ ਨਾਮ ਭਾਗ ਭਰੀ ਸੀ। ਸਿੱਖ ਇਤਿਹਾਸ ਵਿੱਚ ਉਸ ਨੂੰ ਮਾਈ ਭਾਗੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਈ ਭਾਗੋ ਮਾਲੋ ਸ਼ਾਹ ਦੀ ਸਪੁੱਤਰੀ ਸੀ। ਭਾਈ ਮਾਲੋ ਗੁਰੂ ਹਰਗੋਬਿੰਦ ਜੀ ਦੀ ਸੈਨਾ ਵਿੱਚ ਭਰਤੀ ਹੋ ਕੇ ਕਈ ਵਾਰ ਮੁਗਲਾਂ ਵਿਰੁੱਧ ਬੜੀ ਬਹਾਦਰੀ ਨਾਲ ਲੜੇ ਸਨ। ਮਾਈ ਭਾਗੋ ਇਸੇ ਭਾਈ ਮਾਲੋ ਦੀ ਹੋਣਹਾਰ ਸਪੁੱਤਰੀ ਸੀ। ਵੀਰਤਾ, ਸਿੱਖੀ ਪਿਆਰ ਮਾਈ ਭਾਗੋ ਨੂੰ ਆਪਣੇ ਪਰਿਵਾਰ ਰਾਹੀਂ ਹੀ ਮਿਲਿਆ ਹੈ। ਭਾਈ ਮਾਲੋ ਸ਼ਾਹ ਪੈਰੋ ਸ਼ਾਹ ਦੇ ਪੁੱਤਰ ਸਨ। ਪੈਰੋ ਸ਼ਾਹ ਭਾਈ ਲੰਗਾਹ ਦੇ ਭਰਾ ਸਨ। ਭਾਈ ਲੰਗਾਹ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਸਾਹਿਬ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਬੜੀ ਸੇਵਾ ਕੀਤੀ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜਦੋਂ ਦੇਣ ਗਏ ਤਾਂ ਭਾਈ ਲੰਗਾਹ ਉਹਨਾਂ 5 ਵਿੱਚ ਇੱਕ ਸਨ ਜੋ ਨਾਲ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਭਾਈ ਲੰਗਾਹ ਦੀ ਹਵੇਲੀ ਵਿੱਚ ਹੀ ਹੋਇਆ ਸੀ। ਸੋ ਮਾਈ ਭਾਗੋ ਦਾ ਗੁਰੂ ਘਰ ਨਾਲ ਰਿਸ਼ਤਾ ਬਹੁਤ ਹੀ ਗੂੜਾ ਸੀ। ਮਾਈ ਭਾਗੋ ਨੂੰ 5 ਗੁਰੂ ਸਾਹਿਬਾਨ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬਚਪਨ ਤੋਂ ਹੀ ਮਾਈ ਭਾਗੋ ਨੂੰ ਆਪਣੇ ਪਿਤਾ ਵਾਂਗ
ਸ਼ਸਤਰਾਂ ਦਾ ਅਭਿਆਸ ਕਰਨ ਦਾ ਸ਼ੌਕ ਸੀ। ਉਹ ਆਪਣੇ ਹੱਥ ਹਮੇਸ਼ਾ ਸਾਂਗ ਰੱਖਦੀ ਸੀ। ਸਾਂਗ ਇੱਕ ਪ੍ਰਕਾਰ ਦਾ ਨੇਜਾ ਹੁੰਦਾ ਹੈ। ਉਹ ਛੋਟੀਆਂ ਝਾੜੀਆਂ ਬੂਟਿਆਂ ਨੂੰ ਨਿਸ਼ਾਨੇ ਬਣਾਉਂਦੀ ਰਹਿੰਦੀ ਤਾਂ ਕਿ ਆਪਣਾ ਅਭਿਆਸ ਜਾਰੀ ਰੱਖ ਸਕੇ। ਬਚਪਨ ਤੋਂ ਹੀ ਉਸ ਵਿੱਚ ਅਨੋਖੀ ਵੀਰਤਾ ਸੀ। ਸਾਧ ਸੰਗਤ ਜੀਓ, ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤ ਪਾਨ ਕਰਾ ਕੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ, ਚਾਰੇ ਪਾਸੇ ਇੱਕ ਅਨੋਖੀ ਕ੍ਰਾਂਤੀ ਲਿਆ ਦਿੱਤੀ ਸੀ। ਉਸ ਨਾਲ ਸਿੱਖਾਂ ਵਿੱਚ ਜਾਤ ਪਾਤ ਦੀ ਭਾਵਨਾ ਦੀ ਥਾਂ ਏਕਤਾ ਦੀ ਭਾਵਨਾ ਆਈ। ਇਸਤਰੀ ਪੁਰਸ਼ ਬਾਲ ਬੱਚੇ ਸਭ ਅੰਮ੍ਰਿਤ ਦੀ ਦਾਤ ਪਾਉਣ ਲਈ ਅੱਗੇ ਵਧ ਰਹੇ ਸਨ। ਮਾਈ ਭਾਗੋ ਦਾ ਆਨੰਦ ਕਾਰਜ ਭਾਈ ਨਿਧਾਨ ਸਿੰਘ ਵੜੈਚ ਨਾਲ ਪਿੰਡ ਪੱਟੀ ਵਿਖੇ ਹੋ ਚੁੱਕਿਆ ਸੀ। ਦੋਹਾਂ ਜੀਆਂ ਨੇ ਵੀ ਹਜ਼ਾਰਾਂ ਇਸਤਰੀ ਪੁਰਸ਼ਾਂ ਨੌਜਵਾਨਾਂ ਬੱਚਿਆਂ ਨਾਲ ਅੰਮ੍ਰਿਤ ਪਾਨ ਕੀਤਾ ਤੇ ਵਾਹਿਗੁਰੂ ਕੇ ਖਾਲਸੇ ਕਹਿਲਾਏ। ਅੰਮ੍ਰਿਤ ਦੀ ਦਾਤ ਪਾ ਕੇ ਉਹ ਹੁਣ ਭਾਗ ਕੌਰ ਦੇ ਨਾਮ ਨਾਲ ਜਾਣੀ ਜਾਣ ਲੱਗੀ। ਸਾਧ ਸੰਗਤ ਜੀ, ਜਦੋਂ ਅਨੰਦਪੁਰ ਸਾਹਿਬ ਦੀ ਲੜਾਈ ਚੱਲ ਰਹੀ ਸੀ ਤਾਂ ਮਾਝੇ ਦੇ ਕਈ ਪਿੰਡਾਂ ਦੇ ਕੁਝ ਸਿੱਖ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ। ਬੇਦਾਵੇ ਦੇਣ ਤੋਂ ਬਾਅਦ ਕਿਹਾ ਸੀ, ਅੱਜ ਤੋਂ ਨਾ ਤੁਸੀਂ ਸਾਡੇ ਗੁਰੂ ਅਤੇ ਨਾ ਹੀ ਅਸੀਂ ਸਾਡੇ ਸਿੱਖ। ਅਸੀਂ ਤੁਹਾਡੇ ਸਿੱਖ। ਆਨੰਦਗੜ੍ਹ ਦੇ ਕਿਲੇ ਵਿੱਚ ਘਿਰੇ ਸਿੱਖਾਂ ਦੀ ਗਿਣਤੀ ਆਏ ਦਿਨ ਘਟਦੀ ਚਲੀ ਜਾ ਰਹੀ ਸੀ। ਬਹੁਤੇ ਸਿੱਖ ਸ਼ਹੀਦ ਹੋ ਚੁੱਕੇ ਸਨ। ਕਿਲੇ ਵਿੱਚ ਰਾਸ਼ਨ ਅਤੇ ਪਾਣੀ ਦਾ ਵੀ ਗੰਭੀਰ ਸੰਕਟ ਪੈਦਾ ਹੋ ਗਿਆ ਸੀ। ਉਧਰ ਮੁਗਲ ਅਤੇ ਪਹਾੜੀ ਰਾਜੇ ਕਸਮਾਂ ਚੁੱਕ ਰਹੇ ਸਨ ਕਿ ਜੇ ਗੁਰੂ ਜੀ ਕਿਲਾ ਛੱਡ ਕੇ ਹੋਰ ਕਿਤੇ ਚਲੇ ਜਾਣ ਤਾਂ ਉਹ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ। ਕਿਲੇ ਵਿੱਚ ਬਚੇ ਹੋਏ ਸਿੱਖ ਵੀ ਇਸ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਉਹਨਾਂ ਨੂੰ ਮੁਗਲਾਂ ਅਤੇ ਪਹਾੜੀਆਂ ਦੀ ਕਸਮਾਂ ਤੇ ਯਕੀਨ ਕਰਕੇ ਇਹ ਕਿਲਾ ਛੱਡ ਦੇਣਾ ਚਾਹੀਦਾ ਹੈ। ਆਖਰ 20 ਦਸੰਬਰ 1704 ਈਸਵੀ ਨੂੰ ਗੁਰੂ ਜੀ ਨੇ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ। ਕਿਲਾ ਛੱਡਣ ਦੀ ਦੇਰ ਸੀ ਕਿ ਮੁਗਲਾਂ ਨੇ ਹਮਲਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਤੇ 40 ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿੱਚ ਪਹੁੰਚੇ। ਗੁਰਬਿਲਾਸ ਪਾਤਸ਼ਾਹੀ 10ਵੀਂ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੇ ਚਿੱਠੀ ਵਿੱਚ ਕਸਮ ਉਠਾ ਲਿਖਿਆ ਸੀ ਕਿ ਤੁਸੀਂ ਚਮਕੌਰ ਦੀ ਗੜੀ ਆ ਜਾਓ ਤੇ ਉਹ ਸਰਹੰਦ ਆ ਜਾਏਗਾ ਤੇ ਮਿਲ ਕੇ ਸਭ ਕੁਝ ਨਜਿੱਠ ਲਵਾਂਗੇ। ਔਰੰਗਜ਼ੇਬ ਨੇ ਆਉਣਾ ਕੀ ਸੀ, ਸਗੋਂ ਸਰਹੰਦ ਦੇ ਨਵਾਬ ਨੇ 10 ਲੱਖ ਫੌਜ ਚੜਾ ਦਿੱਤੀ। ਇਸ ਲੜਾਈ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ 40 ਸਿੰਘਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਪਿੱਛੋਂ ਔਰੰਗਜ਼ੇਬ ਦੇ ਨਾਂ ਚਿੱਠੀ ਲਿਖੀ, ਜ਼ਫਰਨਾਮਾ, ਜਿਹਦੇ ਵਿੱਚ ਸਾਰੇ ਧੋਖਿਆਂ ਦਾ ਜ਼ਿਕਰ ਵਿਸਤਾਰ ਨਾਲ ਗੁਰੂ ਪਾਤਸ਼ਾਹ ਜੀ ਨੇ ਕੀਤਾ ਹੈ। ਸੋ ਸਾਧ ਸੰਗਤ ਜੀ, ਅਨੰਦਪੁਰ ਸਾਹਿਬ ਦੀ ਲੜਾਈ ਵੇਲੇ ਗੁਰੂ ਜੀ ਦਾ ਸਾਥ ਛੱਡ ਆਏ ਸਿੱਖ ਜਦ ਆਪਣੇ ਘਰਾਂ ਵਿੱਚ ਪਰਤੇ ਤਾਂ ਕਿਸੇ ਵੀ ਸਿੱਧੇ ਮੂੰਹ ਨਾਲ ਉਹਨਾਂ ਨਾਲ ਗੱਲ ਨਾ ਕੀਤੀ। ਮਾਵਾਂ ਆਪਣੀਆਂ ਕੋਖ ਨੂੰ ਕੋਸਣ ਲੱਗ ਪਈਆਂ, ਭੈਣਾਂ ਆਪਣੀਆਂ ਰਖੜੀਆਂ ਨੂੰ ਕੋਸਣ ਲੱਗ ਪਈਆਂ, ਤੀਵੀਆਂ ਆਪਣੇ ਸੁਹਾਗ ਨੂੰ। ਐਸੀਆਂ ਲਾਹਣਤਾਂ ਪਾਈਆਂ ਕਿ ਇਸਤਰੀਆਂ ਮਰਦਾਵੇਂ ਵੇਸ ਧਾਰ ਕੇ ਆਪ ਜੰਗ ਵਿੱਚ ਗੁਰੂ ਜੀ ਦਾ ਸਾਥ ਦੇਣ ਲਈ ਤਿਆਰ ਹੋ ਗਈਆਂ। ਇਹਨਾਂ ਸਭ ਵਿੱਚੋਂ ਸਭ ਤੋਂ ਅੱਗੇ ਸੀ ਮਾਈ ਭਾਗੋ। ਮਾਈ ਭਾਗੋ ਨੇ ਆਪਣੀਆਂ ਚੂੜੀਆਂ ਲਾ ਮਰਦਾਵਾਂ ਵੇਸ ਧਾਰ ਲਿਆ। ਉਹ ਲੰਮੀ ਉੱਚੀ ਤੇ ਸੋਹਣੇ ਜੁੱਸੇ ਵਾਲੀ ਇਸਤਰੀ ਸੀ। ਸੱਚ ਸਿਦਕ ਅਤੇ ਨਿਰਭੈਤਾ ਉਸ ਦੇ ਗਹਿਣੇ ਸਨ। ਉਹ ਆਪਣੇ ਨਾਲ ਇੱਕ ਛੋਟੀ ਜਿਹੀ ਸੈਨਾ ਤਿਆਰ ਕਰਕੇ ਗੁਰੂ ਜੀ ਦੀ ਸੈਨਾ ਵਿੱਚ ਆ ਮਿਲੀ। ਉਸ ਦੇ 2 ਭਰਾ ਸਰਦਾਰ ਤਾਰਾ ਸਿੰਘ ਅਤੇ ਸਰਦਾਰ ਦਿਲਬਾਗ ਸਿੰਘ ਵੀ ਉਸ ਨਾਲ ਮੁਕਤਸਰ ਆ ਗਏ। ਗੁਰੂ ਜੀ ਦੇ ਪਾਸ ਇੱਕ ਤਗੜੀ ਸੈਨਾ ਤਿਆਰ ਹੋ ਗਈ। ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਬਾਦਸ਼ਾਹੀ ਹੁਕਮ ਨਾਲ ਸੂਬਾ ਸਰਹੰਦ ਦੀਆਂ ਫੌਜਾਂ ਬੜੀ ਤੇਜ਼ੀ ਨਾਲ ਉਹਨਾਂ ਦਾ ਪਿੱਛਾ ਕਰਦੀਆਂ ਆ ਰਹੀਆਂ ਨੇ। ਗੁਰੂ ਜੀ ਨੇ ਖਿਦਰਾਣੇ ਦੀ ਢਾਬ ਮੁਕਤਸਰ ਦੇ ਨੇੜੇ ਹੀ ਉਹਨਾਂ ਨਾਲ ਜੰਗ ਕਰਨ ਦਾ ਨਿਸ਼ਚਾ ਕਰ ਲਿਆ। ਇਹ ਗੁਰੂ ਜੀ ਦੀ ਮੁਗਲਾਂ ਵਿਰੁੱਧ ਆਖਰੀ ਲੜਾਈ ਸੀ। ਮਾਈ ਭਾਗੋ ਇਸੇ ਜੰਗ ਵਿੱਚ ਬੜੀ ਬਹਾਦਰੀ ਨਾਲ ਲੜੀ ਅਤੇ ਖੱਬੀ ਰਾਣ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਈ। ਲਹੂ ਲਹਾਨ ਮੈਦਾਨੇ ਜੰਗ ਵਿੱਚ ਡਿੱਗ ਪਈ। ਗੁਰੂ ਜੀ ਨੂੰ ਜਦ ਪਤਾ ਲੱਗਾ ਸਿੱਖ ਸ਼ਹੀਦਾਂ ਵਿੱਚ ਇੱਕ ਸਿੰਘਣੀ ਵੀ ਘਾਇਲ ਹੋਈ ਪਈ ਹੈ ਤਾਂ ਉਹਨਾਂ ਉਸ ਨੂੰ ਮੈਦਾਨ ਵਿੱਚੋਂ ਚੁਕਵਾ ਡੇਰੇ ਵਿੱਚ ਮੰਗਵਾਇਆ। ਉਸ ਦੇ ਜ਼ਖਮਾਂ ਦਾ ਇਲਾਜ ਕਰਵਾਇਆ। ਠੀਕ ਹੋਣ ਤੋਂ ਬਾਅਦ ਉਸ ਗੁਰੂ ਜੀ ਦੇ ਚਰਨਾਂ ਵਿੱਚ ਰਹਿਣ ਦਾ ਵਿਚਾਰ ਬਣਾ ਲਿਆ। ਤਵਾਰੀਖ ਗੁਰੂ ਖਾਲਸਾ ਨੇ ਮਾਈ ਭਾਗੋ ਨੂੰ ਸਾਹਿਬਜ਼ਾਦਾ ਜੋਰਾਵਰ ਸਿੰਘ ਦੀ ਖਿਡਾਰੀ ਵੀ ਦੱਸਿਆ ਹੈ। ਨਰੋਆ ਹੋਣ ਬਾਅਦ ਮਾਈ ਭਾਗੋ ਗੁਰੂ ਜੀ ਨਾਲ ਦਮਦਮਾ ਸਾਹਿਬ ਤੋਂ ਆਗਰੇ ਤੇ ਨੰਦੇੜ ਸਾਹਿਬ ਗਈ। ਉਹ ਹਰ ਸਮੇਂ ਪਹਿਰਾ ਦਿੰਦੀ, ਹਰ ਕੋਈ ਉਸ ਦਾ ਆਦਰ ਕਰਦਾ। ਮਾਈ ਭਾਗੋ ਦੇ ਦੋਵੇਂ ਭਰਾ ਤੇ ਪਤੀ ਨੇ ਮੁਕਤਸਰ ਦੀ ਲੜਾਈ ਵਿੱਚ ਸ਼ਹੀਦੀਆਂ ਪਾਈਆਂ ਸਨ। ਇਸੇ ਕਾਰਨ ਮਾਈ ਭਾਗੋ ਨੇ ਪਿੰਡ ਵਾਪਸ ਨਾ ਜਾ ਕੇ ਫਕੀਰੀ ਧਾਰਨ ਕਰ ਲਈ ਅਤੇ ਬਾਕੀ ਸਮਾਂ ਗੁਰੂ ਜੀ ਦੇ ਚਰਨਾਂ ਵਿੱਚ ਬਿਤਾਉਣ ਦਾ ਫੈਸਲਾ ਕੀਤਾ। ਸੋ ਸਾਧ ਸੰਗਤ ਜੀਓ, ਮਾਈ ਭਾਗੋ ਆਉਣ ਵਾਲੀਆਂ ਸਦੀਆਂ ਵਿੱਚ ਸਿੱਖ ਇਤਿਹਾਸ ਨੂੰ ਪ੍ਰਭਾਵਿਤ ਕਰਦੀ ਰਹੇਗੀ। ਗੁਰੂ ਸਿੰਘਾਂ ਨੂੰ ਕੁਰਬਾਨੀ ਦੇਣ ਲਈ ਪ੍ਰੇਰਦੀ ਰਹੀ। ਉਸੇ ਦੀ ਪ੍ਰੇਰਨਾ ਸਦਕਾ ਬੀਬੀਆਂ ਨੇ ਬੱਚਿਆਂ ਦੇ ਕੀਤੇ ਟੋਟੇ ਗਲਾਂ ਵਿੱਚ ਪਵਾਏ ਸਨ ਪਰ ਸੀ ਨਹੀਂ ਸੀ ਕੀਤੀ।
ਉਹ ਜੁਰਤ ਤੇ ਕੁਰਬਾਨੀ ਦੀ ਮੂਰਤ ਸੀ। ਮਾਈ ਭਾਗੋ ਨੇ ਖਾਲਸਾ ਪੰਥ ਦੀ ਟੁੱਟੀ ਤੰਦ ਜੋੜੀ। ਮਾਈ ਭਾਗੋ ਬਿਦਰ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿੱਛੋਂ ਜਨਵਾੜੇ ਦੀ ਗੜੀ ਰੁਸਤਮ ਰਾਓ ਅਤੇ ਬਾਲਾ ਰਾਓ ਦੇ ਗ੍ਰਹਿ ਵਿਖੇ ਗੁਰਪੁਰੀ ਸੁਧਾਰ ਗਏ। ਉਸ ਦਾ ਹੱਥ ਵਾਲਾ ਸਾਂਗ ਹੁਣ ਵੀ ਹਜੂਰ ਸਾਹਿਬ ਗੁਰੂ ਜੀ ਦੇ ਸ਼ਸਤਰਾਂ ਨਾਲ ਸ਼ੋਭਾ ਪਾ ਰਿਹਾ ਹੈ। ਕਿਤਨਾ ਮਾਣ ਉਸ ਨੂੰ ਹੁਣ ਵੀ ਪੰਥ ਦੇ ਰਿਹਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਇਹ ਬੱਚੀ, ਜਿਸ ਨੇ ਸਾਧ ਸੰਗਤ ਜੀਓ ਬਹੁਤ ਵੱਡਾ ਜੁਰਤ ਦਾ ਕਾਰਜ ਕੀਤਾ। ਗੁਰੂ ਚਰਨਾਂ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਆ ਕਰਕੇ ਸਾਧ ਸੰਗਤ ਜੀਓ ਮੈਦਾਨੇ ਜੰਗ ਵਿੱਚ ਲੜੀ। ਸੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਪੰਥ ਨੂੰ ਇਹ ਹਦਾਇਤ ਕੀਤੀ ਹੈ ਕਿ ਮਾਈਆਂ ਨੂੰ ਭਾਵ ਬੀਬੀਆਂ ਨੂੰ ਸਭ ਤੋਂ ਉੱਚਾ ਦਰਜਾ ਦੇਣਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਉਸ ਸਮੇਂ ਜਦੋਂ ਬੀਬੀਆਂ ਦੀ ਸਾਧ ਸੰਗਤ ਇਸਤਰੀ ਦੀ ਦੁਰਦਸ਼ਾ ਹੋ ਰਹੀ ਸੀ, ਹੋਰ ਧਰਮਾਂ ਦੇ ਲੋਕ ਇਸਤਰੀ ਨੂੰ ਕੋਈ ਜੁੱਤੀ ਮੰਨਦਾ ਸੀ, ਕੋਈ ਕਹਿੰਦਾ ਸੀ ਕਿ ਇਹ ਰੱਬ ਨੇ ਅਰਧਾਂਗਣੀ ਬਣਾਈ ਹੈ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਖਲੋ ਕੇ ਇੱਕੋ ਹੀ ਗੱਲ ਕਹੀ ਸੀ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੱਲ ਆਖੀ ਕਿ ਇੱਕ ਇਸਤਰੀ ਹੈ ਜਿਹੜੀ ਆਪਣੇ ਪਿਆਰ ਦੇ ਵਲਵਲੇ ਨਾਲ ਸਾਰੇ ਸਮਾਜ ਨੂੰ ਅੱਗੇ ਵਧਾਉਂਦੀ ਹੈ। ਕਦੇ ਉਹ ਮਾਂ ਬਣ ਕੇ ਆਪਣੇ ਪੁੱਤਰ ਨੂੰ ਹੱਲਾਸ਼ੇਰੀ ਦਿੰਦੀ ਹੈ, ਭੈਣ ਬਣ ਕੇ ਆਪਣੇ ਭਰਾ ਦੀ ਆਪਣੇ ਆਪ ਦੀ ਰੱਖਿਆ ਕਰਨ ਵਾਸਤੇ ਭਰਾ ਨੂੰ ਪ੍ਰੇਰਿਤ ਕਰਦੀ ਹੈ। ਕਦੇ ਸਾਧ ਸੰਗਤ ਜੀਓ ਉਹ ਇਸਤਰੀ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣ ਵਾਸਤੇ ਪਤੀ ਦਾ ਪ੍ਰੇਮ ਪਾਉਣਾ ਚਾਹੁੰਦੀ ਹੈ। ਸਿੱਖ ਇਤਿਹਾਸ ਵਿੱਚ ਐਸੀ ਇਸਤਰੀਆਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੀਬੀਆਂ ਕਹਿ ਕੇ ਪੁਕਾਰਿਆ। ਇਹ ਸਾਧ ਸੰਗਤ ਜੀਓ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਹੁਤ ਵੱਡੀ ਵਡਿਆਈ ਦੀ ਗੱਲ ਹੈ। ਸਿੱਖ ਇਤਿਹਾਸ ਪੜ੍ਹਨ ਤੋਂ ਬਾਅਦ ਇਹ ਨਹੀਂ ਕੋਈ ਕਹਿ ਸਕਦਾ ਕਿ ਔਰਤ ਨੀਵੀਂ, ਮਾੜੀ, ਅਬਲਾ ਜਾਂ ਕਦਰਹੀਨ ਹੈ। ਸ਼ਾਇਦ ਉਹਨਾਂ ਦੇ ਕਰਤੱਵ ਦਾ ਹੀ ਸਦਕਾ ਅੱਜ ਸਿੱਖ ਔਰਤ ਗੌਰਵ ਨਾਲ ਸਿਰ ਉੱਚਾ ਕਰ ਸਕਦੀ ਹੈ। ਤੋ ਸਾਧ ਸੰਗਤ ਜੀਓ ਇੱਥੇ ਕੋਈ ਪਾਬੰਦੀ ਨਹੀਂ, ਕੋਈ ਪਰਦਾ ਨਹੀਂ, ਕੋਈ ਕਿਤੇ ਕੋਈ ਬਨਾਵਟ ਨਹੀਂ, ਕਿਤੇ ਕੋਈ ਦਿਖਾਵਾ ਨਹੀਂ, ਉਸ ਦੀ ਕੋਈ ਹੱਦ ਨਹੀਂ, ਪਰ ਫਿਰ ਵੀ ਆਪਣੀ ਇੱਕ ਹੱਦ ਵਿੱਚ ਰਹਿ ਕੇ ਉਹ ਇਹ ਸਭ ਕੁਛ ਸਾਧ ਸੰਗਤ ਜੀਓ ਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਰਸ ਮਾਣਦੀ ਹੈ। ਉਸ ਦੀ ਖੁਸ਼ਬੂ ਅੱਜ ਵੀ ਸਾਨੂੰ ਸਿੱਖ ਇਤਿਹਾਸ ਖੋਲਦਿਆਂ ਆ ਜਾਂਦੀ ਹੈ। ਸਾਰੇ ਸਿੱਖ ਇਤਿਹਾਸ ਨੂੰ ਪੜ੍ਹ ਕੇ ਇਹੀ ਮਹਿਸੂਸ ਕੀਤਾ ਜਾਂਦਾ ਹੈ ਕਿ ਔਰਤ ਇੱਕ ਉੱਤਮ ਹੈ, ਕੇਵਲ ਉੱਤਮ ਹੈ। ਧੰਨ ਗੁਰੂ ਨਾਨਕ ਬਾਣੀ ਚੈਨਲ ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ, ਲਾਈਕ ਅਤੇ ਕਮੈਂਟ ਕਰਕੇ ਆਸ਼ੀਰਵਾਦ ਬਖਸ਼ਿਸ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਦੇ ਵਿੱਚ ਨਿਮਰਤਾ ਭਰਨ ਵਾਸਤੇ ਬਹੁਤ ਜ਼ਿਆਦਾ ਉਪਦੇਸ਼ ਕੀਤਾ ਹੈ। ਸੋ ਆਓ ਸੰਗਤ ਜੀ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਦ੍ਰਿੜ ਕਰਵਾਇਆ ਹੈ ਕਿ ਜਿਸ ਸਿੱਖ ਦੇ ਪਾਸ ਨਿਮਰਤਾ ਹੈ, ਹਲੀਮੀ ਹੈ, ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਸਕਦਾ ਹੈ ਅਤੇ ਸਤਿਗੁਰੂ ਪਾਸੋਂ, ਸੰਗਤ ਪਾਸੋਂ, ਅਕਾਲ ਪੁਰਖ ਪ੍ਰਮਾਤਮਾ ਪਾਸੋਂ ਬਰਕਤਾਂ ਦੇ ਗੱਫੇ ਲੈ ਸਕਦਾ ਹੈ। ਇਸ ਗੱਲ ਨੂੰ ਸਮਝਣ ਲਈ ਕੋਸ਼ਿਸ਼ ਕਰੀਏ ਕਿ ਸਾਡੇ ਗੁਰੂ ਸਾਹਿਬਾਨ ਨੇ ਸਿੱਖੀ ਪ੍ਰਚਾਰ ਕਰਨ ਸਮੇਂ ਨਿਮਰਤਾ ਦੀ ਢਾਲ ਬਣਾ ਕੇ ਬੜੇ ਹੰਕਾਰੀਆਂ ਨੂੰ ਜੀਵਨ ਜੁਗਤ ਪ੍ਰਦਾਨ ਕਰਕੇ ਵੀ ਹਉਮੈ ਨੂੰ ਨਜ਼ਦੀਕ ਨਹੀਂ ਢੁਕਣ ਦਿੱਤਾ। ਅਸੀਂ ਹੰਕਾਰ ਤੋਂ ਰਹਿਤ ਕਿਵੇਂ ਹੋਣਾ ਹੈ? ਆਓ ਸਾਹਿਬਾਂ ਦੇ ਜੀਵਨ ਕਾਲ ਨੂੰ ਵਾਚੀਏ, ਉਹਨਾਂ ਦੇ ਵਰਤੇ ਹੋਏ ਅਸੂਲਾਂ ਨੂੰ ਅਪਣਾ ਕੇ ਗੁਰੂ ਮਤ ਦਾ ਪ੍ਰਚਾਰ ਕਰੀਏ ਔਰ ਆਪਣੇ ਜੀਵਨ ਨੂੰ ਸਫਲ ਬਣਾਈਏ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਾਧ ਸੰਗਤ ਜੀਓ ਐਮਨਾਬਾਦ ਵਿਖੇ ਕਿਰਤ ਕਰਕੇ ਭੋਜਨ ਛਕਣ ਵਾਲੇ ਵਿਅਕਤੀ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਵਿਸ਼ਰਾਮ ਕੀਤਾ। ਭਾਈ ਲਾਲੋ ਜੀ ਦੀ ਆਤਮਾ ਪ੍ਰਸੰਨ ਹੋਈ ਤੇ ਪੁੱਛਿਆ, ਦਾਤਾ ਜੀਓ, ਤੁਸੀਂ ਬੇਦੀ ਕੁਲ ਦੇ ਚਮਕਦੇ ਸਿਤਾਰੇ ਹੋ ਤੇ ਮੈਂ ਸ਼ੂਦਰ ਹਾਂ, ਆਪ ਜੀ ਮੇਰੇ ਘਰ ਦਾ ਭੋਜਨ ਪਾਓਗੇ? ਹਜੂਰ ਗੁਰੂ ਨਾਨਕ ਸਾਹਿਬ ਜੀ ਨੇ ਮਹਾਰਾਜ ਨੇ ਜੋ ਜਵਾਬ ਦਿੱਤਾ, ਕਹਿਣ ਲੱਗੇ, ਹਾਂ ਲਾਲੋ ਜੀ, ਦੁਨੀਆ ਦੇ ਮਨ ਦਾ ਭੁਲੇਖਾ ਦੂਰ ਕਰਨ ਵਾਸਤੇ ਹੀ ਅਸੀਂ ਤੇਰੇ ਪਾਸ ਆਏ ਹਾਂ। ਤੁਸੀਂ ਭੋਜਨ ਤਿਆਰ ਕਰੋ, ਨਾਨਕ ਸਤਿਕਾਰ ਨਾਲ ਛਕੇਗਾ। ਭੋਜਨ ਪਾਇਆ ਤੇ ਰਾਤ ਗੁਜ਼ਾਰੀ, ਦਿਨ ਚੜ੍ਹਿਆ। ਸੈਦਪੁਰ ਵਿਖੇ ਹੀ ਪਠਾਨ ਹਾਕਮਾਂ ਦਾ ਇੱਕ ਅਹਿਲਕਾਰ ਹੈ ਮਲਕ ਭਾਗੋ, ਜੋ ਕਿ ਬੜਾ ਹੀ ਰਿਸ਼ਵਤਖੋਰ ਤੇ ਹਉਮੈ ਦਾ ਭਰਿਆ ਹੋਇਆ ਹੈ। ਮਲਕ ਭਾਗੋ ਆਪਣੇ ਮਹੱਲਾਂ ਵਿੱਚ ਬ੍ਰਹਮ ਭੋਜ ਦੀ ਪ੍ਰਦਰਸ਼ਨੀ ਕਰੀ ਬੈਠਾ ਹੈ। ਇਸ ਨੇ ਬੜੇ ਸਾਧੂ ਸੰਤ ਮਹਾਤਮਾ ਤਵੀਸਰ ਰਿਸ਼ੀ ਮੁਨੀ ਪੰਡਤ ਜੋਗੀ ਬੁਲਾਏ ਨੇ।
ਗਿਰੀ ਛੁਹਾਰੇ ਪਿਸਤਾ ਬਦਾਮ ਸੌਗੀ ਆਦਿ ਮਿਲਾ ਕੇ ਸਮੱਗਰੀ ਤਿਆਰ ਕੀਤੀ ਤੇ ਵੇਦਾਂ ਦੇ ਮੰਤਰ ਪੜ੍ਹ ਕੇ ਹਵਨ ਕਰੀ ਜਾ ਰਹੇ ਨੇ। ਇਸ ਖੁਸ਼ੀ ਵਿੱਚ ਮਲਕ ਭਾਗੋ ਨੇ ਸਾਰੇ ਸ਼ਹਿਰ ਵਿੱਚ ਸੱਦਾ ਪੱਤਰ ਭੇਜੇ ਕਿ ਮੇਰੇ ਬ੍ਰਹਮ ਭੋਜ ਵਿੱਚ ਸ਼ਿਰਕਤ ਫਰਮਾਈ ਜਾਵੇ। ਇਸੇ ਹੀ ਸਮੇਂ ਸ਼ਹਿਰ ਵਿੱਚ ਚਰਚਾ ਚੱਲ ਰਹੀ ਸੀ ਕਿ ਗਰੀਬ ਲਾਲੋ ਦੇ ਘਰ ਬੇਦੀ ਨਾਨਕ ਆਇਆ ਹੋਇਆ ਹੈ। ਮਲਕ ਨੇ ਪਿਆਦੇ ਨੂੰ ਕਿਹਾ ਕਿ ਤਪੇ ਨਾਨਕ ਨੂੰ ਵੀ ਆਖ ਆਉਣ ਕਿ ਮੇਰੇ ਬ੍ਰਹਮ ਭੋਜ ਵਿੱਚ ਸ਼ਾਮਲ ਹੋਵੇ। ਹੁਕਮ ਦੀ ਤਾਮੀਲ ਹੋਈ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬ੍ਰਹਮ ਭੋਜ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਨਕਾਰ ਦਿੱਤਾ। ਸੱਦਾ ਦੇਣ ਵਾਲੇ ਨੇ ਕਿਹਾ, ਮਹਾਰਾਜ ਚੱਲ ਕੇ ਤਾਂ ਦੇਖੋ ਕੈਸੇ ਪਦਾਰਥ ਬਣੇ ਹਨ। ਪੂਰੀਆਂ, ਪਰੌਂਠੇ, ਪੂੜੇ, ਸੇਵੀਆਂ, ਪਕੌੜੇ, ਚਟਨੀਆਂ, ਅਚਾਰ, ਮੁਰੱਬਾ, ਬੂੰਦੀ ਬਦਾਨਾ, ਕੜਾਹ, ਖੀਰ, ਲੱਡੂ, ਪੇੜੇ, ਮਿਸ਼ਰੀ, ਮਲਾਈ, ਮੱਖਣ, ਰਬੜੀ, ਦੁੱਧ, ਫੇਣੀਆਂ, ਦਹੀਂ, ਭੱਲੇ ਤਿਆਰ ਨੇ। ਆਪ ਜੀ ਆ ਕੇ ਭੋਜਨ ਪਾਓ। ਮੇਰੇ ਗਰੀਬ ਨਵਾਜ ਨੇ ਜੋ ਕਿਹਾ ਸਾਧ ਸੰਗਤ ਜੀ ਕਹਿਣ ਲੱਗੇ, ਉਹ ਭਲੇ ਪੁਰਸ਼ੋ, ਅਸੀਂ ਇਸ ਤਰ੍ਹਾਂ ਦਾ ਭੋਜਨ ਕਦੀ ਨਹੀਂ ਛਕਿਆ। ਸੱਦਾ ਦੇਣ ਵਾਲੇ ਪਿਆਦੇ ਨੇ ਵਾਪਸ ਆ ਕੇ ਮਲਕ ਜੀ ਨੂੰ ਦੱਸਿਆ ਕਿ ਨਾਨਕ ਤਪੇ ਨੇ ਬ੍ਰਹਮ ਭੋਜ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਸੋ ਸਾਧ ਸੰਗਤ ਜੀਓ, ਮਲਕ ਭਾਗੋ ਅਭਿਮਾਨੀ ਸੀ। ਉਹਨੂੰ ਸੁਣਦਿਆਂ ਸਾਰ ਹੀ ਉਹਦਾ ਪਾਰਾ ਤੇਜ਼ ਹੋ ਗਿਆ। ਉਸ ਦੀਆਂ ਅੱਖਾਂ ਨੇ ਸਾਧ ਸੰਗਤ ਜੀਓ ਗਰਮੀ ਦਾ ਰੂਪ ਧਾਰਨ ਕਰ ਲਿਆ। ਉਸਨੇ ਬਹੁਤ ਕ੍ਰੋਧਿਤ ਹੋ ਕੇ ਕਿਹਾ, ਜਾਓ ਜਬਰੀ ਪਕੜ ਕੇ ਲੈ ਕੇ ਆਓ। ਸਿਪਾਹੀ ਚਲੇ ਗਏ। ਵਕਤ ਨੂੰ ਵਿਚਾਰਦੇ ਹੋਏ ਗੁਰੂਦੇਵ ਪਾਤਸ਼ਾਹ ਮਹਾਰਾਜ ਜੀ ਬ੍ਰਹਮ ਭੋਜ ਵਿੱਚ ਜਾ ਕੇ ਸ਼ਾਮਲ ਹੋ ਗਏ। ਬੜੇ ਬੜੇ ਮਹਾਤਮਾ ਬੈਠੇ ਨੇ। ਇਸ ਚੱਲ ਰਹੇ ਭੰਡਾਰੇ ਦੇ ਦੇਵੀ ਦਾਤੇ ਮਲਕ ਭਾਗੋ ਦਾ ਹਿਰਦਾ ਤੰਦੂਰ ਵਾਂਗ ਤਪ ਰਿਹਾ ਸੀ। ਗੁੱਸੇ ਦਾ ਭਰਿਆ ਪੀਤਾ ਮਲਕ ਕੁਰਖਤ ਸ਼ਬਦਾਂ ਵਿੱਚ ਬੋਲਿਆ, ਓਏ ਨਾਨਕ ਤਪਾ, ਮੈਂ ਤੈਨੂੰ ਇਸ ਭੰਡਾਰੇ ਵਿੱਚ ਸ਼ਾਮਲ ਹੋਣ ਲਈ ਯਾਦ ਕੀਤਾ, ਪਰ ਤੂੰ ਅੱਗੋਂ ਇਨਕਾਰ ਭੇਜਿਆ ਤੇ ਉੱਤਮ ਜਾਤੀ ਦਾ ਖੱਤਰੀ ਹੋ ਕੇ ਇੱਕ ਗਰੀਬ ਅਤੇ ਸ਼ੂਦਰ ਦੇ ਘਰੋਂ ਰੋਟੀ ਖਾ ਰਿਹਾ ਹੈ ਅਤੇ ਮਰਦਾਨੇ ਮਰਾਸੀ ਨੂੰ ਆਪਣੇ ਸਾਥ ਰੱਖ ਕੇ ਇਹ ਉਲਟਾ ਮਾਰਗ ਕਿਉਂ ਅਪਣਾਇਆ ਹੈ। ਤਾਂ ਅੱਗੋਂ ਬੇਪਰਵਾਹ ਤੇ ਨਿਰਭਉ ਦਾਤੇ ਦੇ ਨਾਮ ਦੀ ਅਨੋਖੀ ਮਸਤੀ ਵਿੱਚ ਖੀਵੇ ਹੋ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਬੋਲੇ, ਓਏ ਭਲਿਆ ਪੁਰਸ਼ਾ, ਇਹ ਤੇਰਾ ਪਕਵਾਨ ਬ੍ਰਹਮ ਦੇ ਮੂੰਹ ਵਿੱਚ ਪੈਣ ਵਾਲਾ ਭੋਜ ਨਹੀਂ। ਇਸ ਵਿੱਚੋਂ ਮਾਸੂਮ ਅਤੇ ਗਰੀਬਾਂ ਦੇ ਖੂਨ ਦੇ ਟੇਪੇ ਡਿੱਗਦੇ ਹੋਏ ਮੈਨੂੰ ਨਜ਼ਰ ਆ ਰਹੇ ਨੇ। ਭਾਈ ਲਾਲੋ ਜੀ ਦੀ ਕਿਰਤ ਦੀ ਕਮਾਈ ਹੈ। ਅਸਲ ਵਿੱਚ ਤਾਂ ਸੁੱਚੀ ਕਿਰਤ ਦਾ ਪ੍ਰਸ਼ਾਦਾ ਹੀ ਬ੍ਰਹਮ ਭੋਜ ਹੁੰਦਾ ਹੈ। ਤੇ ਸਾਡਾ ਸਾਥੀ ਜੋ ਮਰਦਾਨਾ ਜੀ ਹੈ, ਇਹ ਮਰਾਸੀ ਨਹੀਂ, ਇਹ ਤਾਂ ਰਬਾਬੀ ਹੈ ਜੋ ਸ਼ਬਦ ਸੁਣਾ ਕੇ ਭੁੱਲਿਆਂ ਨੂੰ ਪ੍ਰਭੂ ਜੀ ਦੇ ਮਾਰਗ ਤੇ ਪਾਉਂਦਾ ਹੈ। ਮਲਕ ਜੀ, ਤੁਸੀਂ ਬੜੇ ਸਿਆਣੇ ਹੋ, ਜਰਾ ਦੂਰਅੰਦੇਸ਼ੀ ਨਾਲ ਦੇਖੋ। ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਦੋਂ ਬੀਜ ਦਿੱਤਾ ਜਾਏ, ਬੂਟਾ ਉਗ ਪਵੇ ਤਾਂ ਕੰਡੇ ਦੇ ਸੂਲਾਂ ਆਪਣੇ ਆਪ ਹੀ ਨਿਕਲ ਆਉਂਦੇ। ਧੱਕੇਸ਼ਾਹੀ ਤੇ ਬੇਈਮਾਨੀ ਨਾਲ ਇਕੱਠੇ ਕੀਤੇ ਪਦਾਰਥਾਂ ਨੂੰ ਗਿਆਨਵਾਨ ਨਹੀਂ ਖਾਂਦੇ। ਜੇ ਕੋਈ ਗਿਆਨ ਵਾਲਾ ਖਾ ਲਵੇ ਤਾਂ ਉਸ ਦਾ ਧਿਆਨ ਪ੍ਰਭੂ ਜੀ ਵੱਲੋਂ ਉਖੜ ਜਾਂਦਾ ਹੈ। ਸਿਮਰਨ ਦੀ ਲੜੀ ਟੁੱਟ ਜਾਂਦੀ ਹੈ। ਇਸ ਤਰ੍ਹਾਂ ਦਾ ਭੋਜਨ ਖਾਣ ਵਾਲੇ ਦੇ ਮਨ ਤੇ ਬੜਾ ਅਸਰ ਪੈਂਦਾ ਹੈ। ਜ਼ਹਿਰ ਉੱਤੇ ਲਪੇਟੀ ਹੋਈ ਖੰਡ ਨੂੰ ਸੋਝੀ ਵਾਲਾ ਕਿਉਂ ਖਾਵੇ। ਇਸ ਪਿਆਰ ਭਿੱਜੀ ਵਾਰਤਾਲਾਪ ਨੂੰ ਸੁਣ ਕੇ ਮਲਕ ਦੀ ਅੱਖ ਖੁੱਲੀ ਤੇ ਉਸ ਦੇ ਸੁੱਤੇ ਹੋਏ ਭਾਗ ਜਾਗੇ। ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਉਪਕਾਰੀ ਨੇ ਸੁੱਕੀ ਅਤੇ ਜਲੀ ਹੋਈ ਖੇਤੀ ਨੂੰ ਪਿਆਰ ਦੇ ਪਾਣੀ ਨਾਲ ਸਿੰਜ ਕੇ ਪ੍ਰਫੁੱਲਤ ਕਰ ਦਿੱਤਾ ਹੋਵੇ। ਸਾਧ ਸੰਗਤ ਜੀਓ, ਮਲਕ ਭਾਗੋ ਮੋਮ ਵਾਂਗ ਪਿਘਲ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਕਦਮਾਂ ਤੇ ਨਤਮਸਤਕ ਹੋਇਆ। ਬੜੀ ਹੀ ਨਿਮਰਤਾ ਨਾਲ ਅਰਜ਼ ਕੀਤੀ, ਦਾਤਾਰ ਜੀਓ, ਤੁਸੀਂ ਬਖਸ਼ਿੰਦ ਪਿਤਾ ਹੋ, ਮੈਨੂੰ ਸੋਝੀ ਪ੍ਰਦਾਨ ਕੀਤੀ ਹੈ। ਮੇਰਾ ਵਾਲਿਓ, ਮੈਨੂੰ ਬਖਸ਼ ਲਵੋ ਔਰ ਨਾਲ ਹੀ ਆਪਣੀਆਂ ਸੰਦਲੀ ਪੈੜਾਂ ਦੀ ਖੁਸ਼ਬੂ ਬਿਖੇਰ ਕੇ ਜਾਣਾ। ਮਲਕ ਦੀ ਨਿਮਰਤਾ ਤੇ ਪ੍ਰਸੰਨ ਹੋ ਕੇ ਜੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਹੋਏ ਭਲੇ ਪੁਰਸ਼ਾ, ਆਪਣੇ ਹਿਰਦੇ ਵਿੱਚੋਂ ਹਉਮੈ ਨੂੰ ਖਾਸ ਕਰਕੇ ਨਾਮ ਜਪੋ, ਧਰਮ ਦੀ ਕਿਰਤ ਕਰੋ। ਆਪਣੇ ਹਉਮੈ ਨੂੰ ਕੱਢ ਕੇ ਨਾਮ ਜਪਣਾ ਹੈ, ਵੰਡ ਕੇ ਛਕਣਾ ਹੈ। ਸਾਰੀ ਜ਼ਿੰਦਗੀ ਸ਼ਾਂਤੀ ਅਤੇ ਟਿਕਾ ਬਣਿਆ ਰਹੇਗਾ। ਪਿਆਰ ਵਿੱਚ ਭਿੱਜੇ ਹੋਏ ਬੋਲਾਂ ਨਾਲ ਐਸਾ ਪ੍ਰਚਾਰ ਕੀਤਾ ਕਿ ਮਲਕ ਭਾਗੋ ਜੀ ਦੀ ਆਤਮਾ ਨਾਮ ਵਿੱਚ ਰੰਗ ਦਿੱਤੀ ਤੇ ਮਲਕ ਭਾਗੋ ਜੀ ਦੇ ਭਾਗ ਜਗਾ ਦਿੱਤੇ। ਸੋ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਨੇ ਸਾਨੂੰ ਨਿਮਰਤਾ ਧਾਰਨ ਕਰਨ ਵਾਸਤੇ ਬਹੁਤ ਜ਼ਿਆਦਾ ਉਪਦੇਸ਼ ਕੀਤਾ ਹੈ। ਜਿਵੇਂ ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀਓ ਬਾਣੀ ਦੇ ਅੰਦਰ ਸਾਨੂੰ ਇਹ ਬਖਸ਼ਿਸ਼ ਕੀਤਾ ਹੈ ਕਿ ਕਿਸੇ ਨਾਲ ਵੀ ਝਗੜਾ ਨਹੀਂ ਕਰਨਾ ਸਿੱਖ ਨੇ, ਸਗੋਂ ਅਗਲੇ ਦੀਆਂ ਗੱਲਾਂ ਸੁਣ ਕੇ ਆਪ ਚੁੱਪ ਕਰ ਜਾਣਾ ਹੁੰਦਾ ਹੈ। ਸੂਫੀ ਦਰਵੇਸ਼ ਮਹਾਂਪੁਰਖ ਬਾਬਾ ਫਰੀਦ ਜੀ ਨੇ ਵੀ ਬਿਆਨ ਕੀਤਾ ਹੈ
ਕਹਿਣ ਲੱਗੇ, ਫਰੀਦਾ ਜੋ ਤੈਂ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪਨ ਡੈ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਸੋ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਨੂੰ ਸੰਦੇਸ਼ ਬਖਸ਼ਿਸ਼ ਕੀਤਾ ਹੈ ਕਿ ਜੇ ਕੋਈ ਕ੍ਰੋਧਿਤ ਹੋ ਕੇ ਸਾਡੇ ਵੱਲ ਵੱਧਦਾ ਹੈ ਤਾਂ ਸਿੱਖ ਨੇ ਉਹਦਾ ਜਵਾਬ ਕ੍ਰੋਧ ਨਾਲ ਨਹੀਂ ਦੇਣਾ, ਸਗੋਂ ਨਿਮਰਤਾ ਭਰੇ ਸ਼ਬਦਾਂ ਦੇ ਨਾਲ ਉਸਦੀ ਸਾਧ ਸੰਗਤ ਜੀ ਤਸੱਲੀ ਕਰਾ ਦੇਣੀ ਹੁੰਦੀ ਹੈ। ਸਿੱਖ ਆਪਣੇ ਹਿਰਦੇ ਵਿੱਚ ਨਿਮਰਤਾ ਧਾਰਨ ਕਰਕੇ ਸ਼ਾਂਤੀ ਦਾ ਪੁੰਜ ਬਣ ਜਾਵੇ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਸਾਧ ਸੰਗਤ ਜੀਓ ਸ਼ਾਂਤੀ ਔਰ ਨਿਮਰਤਾ ਹਾਸਲ ਕਰਕੇ ਤੱਤੀਆਂ ਤਵੀਆਂ ਤੇ ਬੈਠ ਕੇ ਸਾਧ ਸੰਗਤ ਜੀਓ ਸਿੱਖ ਨੂੰ ਇੱਕ ਰਾਹ ਪਾਇਆ ਹੈ। ਸਿੱਖ ਨੂੰ ਇਹ ਸਮਝਾਇਆ ਹੈ ਕਿ ਜਿਤਨਾ ਮਰਜ਼ੀ ਕੋਈ ਜ਼ੁਲਮ ਕਰਦਾ ਹੋਵੇ, ਜ਼ੁਲਮ ਢਾਉਂਦਾ ਹੋਵੇ, ਸਿੱਖ ਨੇ ਕ੍ਰੋਧਿਤ ਨਹੀਂ ਹੋਣਾ, ਪਰ ਜ਼ੁਲਮ ਨੂੰ ਸਹਾਰ ਜਾਣਾ ਹੁੰਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਉਹ ਸਿੱਖ ਸਾਧ ਸੰਗਤ ਜੀ ਆਪਣੇ ਹਿਰਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਵਸਾ ਕੇ ਆਪਣੀ ਜੀਵਨ ਯਾਤਰਾ ਜਿਹੜੀ ਹੈ ਉਹਨੂੰ ਸਫਲਾ ਕਰ ਲੈਂਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨੇ, ਸਹਿਨਸ਼ੀਲਤਾ, ਨਿਮਰਤਾ ਔਰ ਮਿੱਠ ਬਚਨ ਬੋਲਣਾ, ਇਹ ਸਾਡੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਰਾਹੀਂ ਸਿਖਾਇਆ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਨੇ ਕਿ ਫਰੀਦਾ ਜਾ ਤੋ ਖੱਟਣ ਵੇਲ ਤਾ ਤੂੰ ਰੱਤਾ ਦੁਨੀ ਸਿਉ, ਮਰਗ ਸਵਾਈ ਨੇਹ ਜਾ ਭਰਿਆ ਤਾਂ ਲੱਦਿਆ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਹਿਨਸ਼ੀਲਤਾ ਵਰਗੇ ਗੁਣ ਉਹਨਾਂ ਵਿੱਚ ਦਰਸਾਏ ਨੇ। ਜਿਹੜਾ ਗੁਰੂ ਪਾਤਸ਼ਾਹ ਮਹਾਰਾਜ ਦਾ ਨਾਮ ਜਪਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਗੁਰਬਾਣੀ ਪੜ੍ਹਦਾ ਹੈ, ਸਿੱਖ ਸੰਗਤਾਂ ਦੀ ਸੇਵਾ ਕਰਦਾ ਹੈ, ਗੁਰੂ ਘਰ ਦੀ ਸੇਵਾ ਕਰਦਾ ਹੈ। ਸਾਧ ਸੰਗਤ ਜੀਓ, ਸੇਵਾ ਕਰਨ ਨਾਲ ਹੀ ਮਨ ਵਿੱਚ ਨਿਮਰਤਾ ਆਉਂਦੀ ਹੈ, ਸੇਵਾ ਕਰਨ ਦੇ ਨਾਲ ਹੀ ਸਹਿਨਸ਼ੀਲਤਾ ਵਰਗੇ ਗੁਣ ਪੈਦਾ ਹੋ ਜਾਂਦੇ ਨੇ। ਇਸ ਕਰਕੇ ਕਦੇ ਵੀ ਸੇਵਾ ਦਾ ਤੇ ਸਿਮਰਨ ਦਾ ਲੜ ਨਹੀਂ ਛੱਡਣਾ, ਇਹ ਸਭ ਤੋਂ ਵੱਡਾ ਸਿਧਾਂਤ ਹੈ ਸਿੱਖੀ ਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਸਿਧਾਂਤ ਬਖਸ਼ਿਸ਼ ਕਰਕੇ ਸਿੱਖ ਦਾ ਇੱਕ ਰੋਲ ਮਾਡਲ ਜੀਵਨ ਬਣਾਇਆ ਹੈ। ਰੋਲ ਮਾਡਲ ਤੋਂ ਭਾਵ ਕਿ ਸਾਰੀ ਸੰਸਾਰ ਨੂੰ ਸੇਧ ਦੇਣ ਵਾਲਾ ਇੱਕ ਜੀਵਨ ਹੈ ਸਿੱਖ ਦਾ ਜੀਵਨ। ਸਾਧ ਸੰਗਤ ਜੀਓ, ਸੋ ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਨਿਮਰਤਾ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ, ਇਹ ਸੰਦੇਸ਼ ਬਖਸ਼ਿਸ਼ ਕੀਤਾ ਹੈ। ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗੁਰੂ ਪਾਤਸ਼ਾਹ ਬਖਸ਼ਣਯੋਗ, ਸੰਗਤ ਬਖਸ਼ਣਯੋਗ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਬਾਣੀ ਚੈਨਲ ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ। ਸਾਰਿਆਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਉਂਦੇ ਹਾਂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਲਾਈਕ ਅਤੇ ਕਮੈਂਟ ਕਰਨਾ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਬਿਰਾਜਮਾਨ ਸਨ ਅਤੇ ਸਾਧ ਸੰਗਤ ਜੀਓ, ਪਹਾੜੀ ਰਾਜਿਆਂ ਨੂੰ ਲੜਾਈਆਂ ਵਿੱਚ ਬੜੀਆਂ ਮਾਰਾਂ ਪਈਆਂ। ਦਿਨੇ ਮਾਰ ਖਾ ਕੇ ਰਾਤ ਨੂੰ ਵਿਚਾਰਾ ਕਰਨ ਲੱਗੇ ਕਿ ਕਿਹੜਾ ਨਵਾਂ ਪੈਂਤੜਾ ਕੀਤਾ ਜਾਵੇ ਜਿਸ ਨਾਲ ਗੁਰੂ ਜੀ ਨੂੰ ਅਨੰਦਪੁਰ ਛੱਡਣਾ ਪਵੇ। ਇਹ ਕਰਾਮਾਤੀ ਹੈ, ਸਾਰੇ ਦੇਸ਼ ਵਿੱਚੋਂ ਲੋਕ ਇਸ ਦੀ ਸਹਾਇਤਾ ਕਰਦੇ ਹਨ। ਜਦੋਂ ਵਿਚਾਰਾਂ ਹੋ ਰਹੀਆਂ ਸਨ ਤਾਂ ਮੰਡੀ ਦੇ ਰਾਜੇ ਸੁਦਰਸੈਨ ਨੇ ਨੇਕ ਸਲਾਹ ਦਿੱਤੀ ਕਿ ਲੜਾਈ ਨਹੀਂ ਕਰਨੀ ਚਾਹੀਦੀ, ਸਗੋਂ ਗੁਰੂ ਜੀ ਨਾਲ ਮੇਲ ਰੱਖਣਾ ਚਾਹੀਦਾ ਹੈ। ਗੁਰੂ ਜੀ ਬ੍ਰਹਮਾ ਦਾ ਅਵਤਾਰ ਹਨ, ਉਹਨਾਂ ਦੀ ਬ੍ਰਹਮ ਸ਼ਕਤੀ ਨਾਲ ਟੱਕਰ ਲੈ ਕੇ ਅਸੀਂ ਕਦੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ। ਚੰਗਾ ਤਾਂ ਇਹ ਹੈ ਕਿ ਸਮਝੌਤਾ ਕਰ ਲਈਏ, ਸਮਝੌਤੇ ਨਾਲ ਜ਼ਰੂਰ ਉਹ ਅਸਾਂ ਲੋਕਾਂ ਦੀ ਸਹਾਇਤਾ ਕਰਨਗੇ। ਸੁਦਰਸੈਨ ਦੀਆਂ ਸੱਚੀਆਂ ਗੱਲਾਂ ਦਾ ਕੇਸਰੀ ਸਿੰਘ ਨੂੰ ਬਹੁਤ ਗੁੱਸਾ ਲੱਗਾ। ਉਹ ਹੰਕਾਰੀ ਪੁਰਖ ਕ੍ਰੋਧ ਨਾਲ ਬੋਲਿਆ, ਇਹ ਕਦੀ ਨਹੀਂ ਹੋ ਸਕਦਾ ਕਿ ਅਸੀਂ ਇੱਕ ਸਾਧੂ ਦੇ ਪੈਰੀਂ ਪਈਏ। ਸਾਧੂ ਵੀ ਉਹ ਜੋ ਧਰਮ ਦਾ ਤਿਆਗੀ, ਛੋਟੀਆਂ ਜਾਤੀਆਂ ਨਾਲ ਮੇਲ ਰੱਖਣ ਵਾਲਾ ਹੋਵੇ। ਅਸੀਂ ਦੇਸ਼ ਦੇ ਰਾਜੇ ਹਾਂ, ਅਸਾਂ ਕੋਲ ਫੌਜ ਹੈ, ਅਸਾਂ ਕੋਲ ਖਜ਼ਾਨਾ ਹੈ। ਇਸ ਸਤਿਗੁਰੂ ਜੀ ਪਾਸ ਕੀ ਹੈ? ਕੀ ਕਰੇਗਾ ਅਸਾਂ ਨੂੰ? ਕਿੰਨਾ ਚਿਰ ਲੜੇਗਾ ਅਸਾਂ ਨਾਲ? ਐਵੇਂ ਦਿਲ ਨਹੀਂ ਛੱਡਣਾ ਚਾਹੀਦਾ। ਜੇ ਸਾਹਮਣੇ ਹੋ ਕੇ ਨਹੀਂ ਲੜਨਾ ਤਾਂ ਆਓ ਮੈਂ ਤੁਹਾਨੂੰ ਵਿਉਂ ਤੋਂ ਦੱਸਦਾ ਹਾਂ, ਉਸੇ ਤਰ੍ਹਾਂ ਕਰਨਾ। ਸੁਣੋ, ਅਨੰਦਪੁਰ ਦੇ ਚੌਗਿਰਦੇ ਘੇਰਾ ਪਾ ਲਈਏ। ਅਨੰਦਪੁਰ ਹੱਦ ਦੇ ਚੌਗਿਰਦੇ ਬੈਠ ਕੇ ਧਿਆਨ ਰੱਖੀਏ ਕਿ ਬਾਹਰੋਂ ਕੋਈ ਚੀਜ਼ ਅੰਦਰ ਨਾ ਆਵੇ ਤੇ ਨਾ ਹੀ ਜਾਵੇ। ਆਪੇ ਭੁੱਖੇ ਮਰਦੇ ਹੋਏ ਤਰਲੇ ਕੱਢਣਗੇ। ਅੰਨ ਤੇ ਹੋਰ ਵਸਤੂਆਂ ਤੋਂ ਬਿਨਾਂ ਕਿੰਨਾ ਕੁ ਚਿਰ ਮਨੁੱਖ ਜਿਉਂਦਾ ਰਹਿ ਸਕਦਾ ਹੈ। ਤੋ ਸਾਧ ਸੰਗਤ ਜੀਓ, ਇਸ ਤਰ੍ਹਾਂ ਨਾਕਾਬੰਦੀ ਨਾਲ ਸੰਗਤ ਵੀ ਨਹੀਂ ਆਵੇਗੀ। ਜੇ ਸੰਗਤ ਨਾ ਆਵੇ ਤਾਂ ਚੜਾਵਾ ਕਿੱਥੋਂ ਚੜ੍ਹੇਗਾ? ਪਹਿਲਾਂ ਵੀ ਸਾਨੂੰ ਇਹ ਢੰਗ ਵਰਤਣਾ ਚਾਹੀਦਾ ਸੀ। ਐਵੇਂ ਲੜ ਕੇ ਜਵਾਨ ਮਰਵਾਏ ਸਨ,
ਉਸਨੇ ਅਨੰਦਪੁਰ ਦੀ ਧਰਤੀ ਖਰੀਦੀ ਹੈ। ਚੌਗਿਰਦੇ ਦੀ ਧਰਤੀ ਤਾਂ ਅਸਾਂ ਦੀ ਹੈ। ਦਰਿਆ ਤੋਂ ਪਾਰ ਮੁਗਲ ਰਾਜ ਹੈ। ਅਸੀਂ ਆਪਣੀ ਹੱਦ ਵਿੱਚ ਕਿਸੇ ਨੂੰ ਵੜਨ ਨਹੀਂ ਦੇਈਏ। ਰਾਜਾ ਕੇਸਰੀ ਸਿੰਘ ਦੀ ਵਿਉਂਤ ਸਾਰਿਆਂ ਨੂੰ ਚੰਗੀ ਲੱਗੀ, ਕਿਉਂਕਿ ਉਹ ਲੜਨਾ ਵੀ ਨਹੀਂ ਸਨ ਚਾਹੁੰਦੇ ਤੇ ਪਿੱਛੇ ਵੀ ਨਹੀਂ ਸਨ ਹਟਣਾ ਚਾਹੁੰਦੇ। ਸਰਬਸੰਮਤੀ ਨਾਲ ਇਹ ਪਾਸ ਹੋ ਗਿਆ ਕਿ ਅਨੰਦਪੁਰ ਦੇ ਚੌਗਿਰਦੇ ਘੇਰਾ ਪਾ ਲਿਆ ਜਾਵੇ। ਸੂਰਜ ਚੜ੍ਹਿਆ। ਰਾਜਿਆਂ ਨੇ ਰਾਤ ਦੀ ਗਿਣੀ ਮਿਥੀ ਸਕੀਮ ਅਨੁਸਾਰ ਅਨੰਦਪੁਰ ਦੇ ਚੌਗਿਰਦੇ ਘੇਰਾ ਪਾ ਦਿੱਤਾ। ਉਹਨਾਂ ਨੇ ਥੋੜ੍ਹੀ ਜਿਹੀ ਫੌਜ ਇੱਕ ਪਾਸੇ ਰੱਖ ਕੇ ਬਾਕੀ ਸਾਰੀ ਫੌਜ ਖਿਲਾਰ ਦਿੱਤੀ। ਇਸ ਗੱਲ ਦਾ ਪਤਾ ਸਤਿਗੁਰੂ ਜੀ ਨੂੰ ਲੱਗ ਗਿਆ। ਸਤਿਗੁਰੂ ਜੀ ਘਬਰਾਏ ਨਹੀਂ, ਸਗੋਂ ਫੈਸਲਾ ਕੀਤਾ, ਅਕਾਲ ਪੁਰਖ ਦੀ ਦਇਆ ਦ੍ਰਿਸ਼ਟੀ ਨਾਲ ਘੇਰੇ ਦਾ ਮੁਕਾਬਲਾ ਕਰਾਂਗੇ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿੰਘਾਂ ਦੀ ਸੈਨਾ ਕਿਲ੍ਹਾ ਲੋਹਗੜ੍ਹ ਵਿੱਚੋਂ ਨਿਕਲੀ ਤੇ ਵੈਰੀ ਦੇ ਦਲ ਵੱਲ ਵਧੀ। ਵੈਰੀ ਵੀ ਅੱਗੇ ਹੋ ਕੇ ਜੰਮ ਕੇ ਲੜਿਆ। ਉਸ ਦਿਨ ਦੀ ਲੜਾਈ ਵਿੱਚ ਰਾਜਿਆਂ ਨੂੰ ਹਾਰ ਹੋਈ ਤੇ ਉਹਨਾਂ ਦਾ ਜਾਨੀ ਨੁਕਸਾਨ ਸਿੰਘਾਂ ਨਾਲੋਂ ਕਈ ਗੁਣਾ ਬਹੁਤ ਹੋਇਆ। 1-2 ਰਾਜੇ ਵੀ ਮਾਰੇ ਗਏ। ਉਹਨਾਂ ਦੀ ਨੀਤ ਜੰਗ ਕਰਨ ਦੀ ਨਹੀਂ ਸੀ ਤੇ ਸਿੰਘ ਆ ਪਏ। ਰਾਤ ਨੂੰ ਬੈਠ ਕੇ ਰਾਜੇ ਫਿਰ ਵਿਚਾਰਾਂ ਕਰਨ ਲੱਗੇ। ਉਸੇ ਰਾਤ ਦੀ ਇਕੱਤਰਤਾ ਤੇ ਬਹਿਸ ਇਸ ਗੱਲ ਦੀ ਚਰਚਾ ਸੀ ਕਿ ਕਿਲ੍ਹਾ ਲੋਹਗੜ੍ਹ ਕਿਉਂ ਨਹੀਂ ਟੁੱਟਦਾ। ਉਸ ਵੇਲੇ ਲੋਹਗੜ੍ਹ ਵਿੱਚ ਸਤਿਗੁਰੂ ਜੀ ਆਪ ਬਿਰਾਜਮਾਨ ਸਨ। ਉੱਥੋਂ ਹੀ ਸਾਰੀ ਲੜਾਈ ਲੜੀ ਜਾ ਰਹੀ ਸੀ। ਕੇਸਰੀ ਸਿੰਘ ਤੇ ਹੋਰ ਰਾਜਿਆਂ ਦੇ ਕਹਿਣ ਤੇ ਇਹ ਵਿਚਾਰ ਹੋਈ ਕਿ ਕਿਲ੍ਹੇ ਦਾ ਦਰਵਾਜ਼ਾ ਹੀ ਤੋੜ ਦਿੱਤਾ ਜਾਵੇ। ਪਰ ਤੋੜਿਆ ਕਿਵੇਂ ਜਾਵੇ, ਕਿਉਂਕਿ ਦਰਵਾਜ਼ਾ ਲੋਹੇ ਲੱਕੜਾਂ ਦਾ ਬਹੁਤ ਮਜ਼ਬੂਤ ਸੀ। ਉਸ ਨੂੰ ਤੋੜਨਾ ਸੌਖਾ ਨਹੀਂ ਸੀ। ਅੰਤ ਇਹ ਫੈਸਲਾ ਹੋਇਆ ਕਿ ਮਸਤ ਹਾਥੀ ਨੂੰ ਸ਼ਰਾਬ ਪਿਲਾ ਕੇ ਅਤੇ ਉਸ ਦੇ ਸਿਰ ਉੱਤੇ ਲੋਹੇ ਦੇ ਤਵੇ ਬੰਨ੍ਹ ਕੇ ਛੱਡਿਆ ਜਾਵੇ। ਉਹ ਦਰਵਾਜ਼ੇ ਨੂੰ ਟੱਕਰ ਮਾਰੇ ਤਾਂ ਜ਼ਰੂਰ ਹੀ ਦਰਵਾਜ਼ਾ ਟੁੱਟ ਜਾਵੇਗਾ। ਇਹ ਸਲਾਹ ਵੀ ਸਾਰਿਆਂ ਨੂੰ ਚੰਗੀ ਲੱਗੀ ਤੇ ਮੰਨ ਕੇ ਪ੍ਰਸੰਨ ਹੋਏ। ਨਿਰਬਲ ਪਹਾੜੀਏ ਤਰਲੇ ਲੈਂਦੇ ਫਿਰਦੇ ਸਨ। ਜੇਕਰ ਉਹ ਸਤਿਗੁਰੂ ਜੀ ਨਾਲ ਈਰਖਾ ਨਾ ਕਰਦੇ ਤਾਂ ਨਾ ਲੜਦੇ ਤਾਂ ਮੁਗਲ ਹਕੂਮਤ ਉਸ ਵੇਲੇ ਚੰਦ ਸਾਲਾਂ ਵਿੱਚ ਖਤਮ ਹੋ ਜਾਣੀ ਸੀ। ਜੋ ਸਿੰਘਾਂ ਨੂੰ 9 ਸਾਲ ਪਿੱਛੋਂ ਲੜਾਈਆਂ ਕਰਨੀਆਂ ਪਈਆਂ ਸਨ, ਉਹ ਨਾ ਕਰਨੀਆਂ ਪੈਂਦੀਆਂ। ਸਾਰਾ ਭਾਰਤ ਪਰਦੇਸੀਆਂ ਦੀ ਗੁਲਾਮੀ ਤੋਂ ਸੁਤੰਤਰ ਹੋ ਜਾਂਦਾ। ਪਰ ਹੋਣੀ ਨੂੰ ਕੌਣ ਟਾਲੇ। ਜੋ ਕੁਝ ਹੋਣਾ ਸੀ ਸਾਧ ਸੰਗਤ ਜੀ ਉਹ ਹੋ ਕੇ ਰਿਹਾ। ਆਪਣੇ ਪਰਾਏ ਹੋ ਗਏ। ਹੁਣ ਹਾਥੀ ਨੂੰ ਤਿਆਰ ਕੀਤਾ ਗਿਆ। ਉਸ ਨੂੰ ਇੱਕ ਘੜਾ ਸ਼ਰਾਬ ਦਾ ਪਿਲਾ ਦਿੱਤਾ ਗਿਆ। ਉਹਦੇ ਉੱਤੇ ਲੋਹੇ ਦਾ ਜਾਲ ਸੁੱਟਿਆ ਗਿਆ। ਮੱਥੇ ਅੱਗੇ ਫੁਲਾਦ ਦੇ ਤਵੇ ਬੰਨ੍ਹ ਦਿੱਤੇ ਗਏ। ਉਹ ਤਵੇ ਜਿਨ੍ਹਾਂ ਦਾ ਟੁੱਟਣਾ ਬਹੁਤ ਕਠਿਨ ਸੀ। ਜਦੋਂ ਉਹ ਹਾਥੀ ਸ਼ਰਾਬੀ ਹੋ ਗਿਆ ਤਾਂ ਉਸ ਦੀ ਸੁੰਡ ਵਿੱਚ ਤਲਵਾਰ ਫਸਾ ਕੇ ਉਸ ਨੂੰ ਕਿਲ੍ਹਾ ਲੋਹਗੜ੍ਹ ਵੱਲ ਸਿੱਧਾ ਕਰ ਦਿੱਤਾ ਗਿਆ, ਤਾਂ ਕਿ ਜਾ ਕੇ ਦਰਵਾਜ਼ੇ ਨੂੰ ਟੱਕਰ ਮਾਰੇ ਤੇ ਦਰਵਾਜ਼ਾ ਚੂਰ-ਚੂਰ ਕਰ ਸੁੱਟੇ। ਦੂਸਰੇ ਪਾਸੇ ਸਤਿਗੁਰੂ ਜੀ ਨੇ ਇਤਲਾਹ ਵਸੂਲ ਹੋਈ ਕਿ ਰਾਜੇ ਮਸਤ ਹਾਥੀ ਨੂੰ ਭੇਜ ਰਹੇ ਹਨ ਤਾਂ ਸਾਹਿਬਾਂ ਨੇ ਉਸੇ ਵੇਲੇ ਸਹਿ ਸੁਭਾਅ ਵਚਨ ਕੀਤਾ, ਕੋਈ ਚਿੰਤਾ ਨਹੀਂ। ਜੇ ਉਹ ਹਾਥੀ ਭੇਜ ਰਹੇ ਹਨ ਤਾਂ ਸਾਡੇ ਪਾਸ ਵੀ ਹਾਥੀ ਦਾ ਮੁਕਾਬਲਾ ਕਰਨ ਵਾਲਾ ਦੁਨੀ ਚਿੰਦ ਹੈ। ਇਹ ਹਾਥੀ ਦੀਆਂ ਚਾਂਗਰਾਂ ਕਢਾਵੇਗਾ, ਆਉਣ ਦਿਓ। ਤੇ ਗੁਰੂ ਜੀ ਨੂੰ ਇਹ ਖਬਰ ਸੂਹੇ ਨੇ ਰਾਤ ਹੀ ਦੇ ਦਿੱਤੀ ਸੀ। ਉਸ ਵੇਲੇ ਹੀ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਅਤੇ ਦੁਨੀ ਚੰਦ ਲਾਗੇ ਖਲੋਤਾ ਸੀ। ਇਹ ਭਾਈ ਲਾਲੋ ਦਾ ਪੋਤਾ ਸੀ ਤੇ ਤਕੜਾ ਸੂਰਮਾ ਮਸੰਦ ਸੀ। ਇਹਦੀ ਦੇਹ ਬਹੁਤ ਭਾਰੀ ਸੀ, ਪਹਿਲਵਾਨ ਵੱਡਾ ਸੀ। ਪਰ ਜਦੋਂ ਉਸਨੇ ਸਤਿਗੁਰਾਂ ਦੇ ਬਚਨ ਸੁਣੇ ਤਾਂ ਉਹਦਾ ਦਿਲ ਦਹਿਲ ਗਿਆ ਅਤੇ ਡਰ ਕੇ ਸੋਚਣ ਲੱਗਾ, ਹਾਥੀ ਨਾਲ ਮੈਂ ਕਿਵੇਂ ਮੁਕਾਬਲਾ ਕਰ ਸਕਦਾ ਹਾਂ। ਗੁਰੂ ਜੀ ਜ਼ਰੂਰ ਮੈਨੂੰ ਐਵੇਂ ਮਰਵਾ ਦੇਣਗੇ। ਕਦੀ ਹਾਥੀਆਂ ਨਾਲ ਮਨੁੱਖਾਂ ਦੀ ਲੜਾਈਆਂ ਲੜੀਆਂ ਗਈਆਂ ਨੇ, ਮਰਦ ਨਾਲ ਤਾਂ ਮਰਦ ਲੜਦਾ ਆਇਆ ਹੈ। ਡਰੇ ਹੋਏ ਦੁਨੀ ਚੰਦ ਨੇ ਆਪਣੇ ਸਾਥੀਆਂ ਨਾਲ ਮਿਲ ਸਲਾਹ ਕੀਤੀ ਕਿ ਉਹ ਵੀ ਸਾਰੇ ਹਲਵਾ ਪੂਰੀ ਛਕਣ ਵਾਲੇ ਸਨ। ਉਹਨਾਂ ਨੇ ਸਲਾਹ ਕੀਤੀ ਕਿ ਨਸ ਚੱਲਣ ਵਿੱਚ ਹੀ ਭਲਾ ਹੈ। ਜਦੋਂ ਰਾਤ ਦਾ ਹਨੇਰਾ ਹੋਇਆ ਤਾਂ ਦੁਨੀ ਚੰਦ ਅੱਗੇ ਲੱਗ ਕੇ ਕਿਲ੍ਹੇ ਦੀ ਕੰਧ ਟੱਪਣ ਦੀ ਤਿਆਰੀ ਕਰਨ ਲੱਗਾ। ਦੁਨੀ ਚੰਦ ਨੇ ਕਿਲ੍ਹੇ ਦੀ ਕੰਧ ਤੋਂ ਛਾਲ ਮਾਰੀ ਤਾਂ ਉਹਦੀ ਲੱਤ ਟੁੱਟ ਗਈ। ਲੱਤ ਟੁੱਟਣ ਦੀ ਪੀੜਾ ਨਾਲ ਵਿਆਕੁਲ ਹੋਣ ਲੱਗਾ, ਪਰ ਉਹ ਉਸੇ ਤਰ੍ਹਾਂ ਹੀ ਨੱਠ ਉੱਠਿਆ। ਉਸਦੇ ਸਾਥੀ ਉਸ ਨੂੰ ਆਸਰਾ ਦਿੰਦੇ ਹੋਏ ਚੁੱਕ ਕੇ ਦੂਰ ਲੈ ਗਏ। ਪਰ ਮੂਸਾ ਭੱਜਿਆ। ਮੌਤ ਤੋਂ ਮੌਤ ਅੱਗੇ ਖੜੀ ਵਾਲੀ ਗੱਲ ਹੋਈ। ਦੁਨੀ ਚੰਦ ਤਾਂ ਮੌਤ ਕੋਲੋਂ ਡਰਦਾ ਨੱਸਾ ਸੀ, ਪਰ ਅੰਮ੍ਰਿਤਸਰ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਹ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਮਰਿਆ, ਜਿਸ ਕਾਰਨ ਉਹ ਪਾਪੀ ਸਿੱਧਾ ਨਰਕਾਂ ਨੂੰ ਗਿਆ। ਅਕਿਰਤਕਣ ਪਾਪੀ ਸੀ। ਸਵੇਰ ਹੋਈ ਤਾਂ ਸਤਿਗੁਰਾਂ ਨੂੰ ਸੇਵਕਾਂ ਨੇ ਦੱਸਿਆ ਕਿ ਦੁਨੀ ਚੰਦ ਨੱਸ ਗਿਆ ਹੈ। ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਬਚਨ ਕੀਤਾ, ਹਾਂ ਉਹ ਨੱਸ ਗਏ ਹਨ, ਦੀਨ ਦੁਨੀਆ ਤੋਂ ਨੱਸ ਗਏ ਹਨ। ਵਾਹ ਵਾਹ, ਹੁਣ ਅਸਾਂ ਦਾ ਸਿੰਘ ਭਾਈ ਬਚਿੱਤਰ ਸਿੰਘ ਹਾਥੀ ਨਾਲ ਯੁੱਧ ਕਰੇਗਾ। ਸਤਿਗੁਰੂ ਜੀ ਦੇ ਕੌਤਕ ਜਿਵੇਂ ਹੋਰ ਬਹੁਤ ਸਾਰੇ ਨਿਰਾਲੇ ਨੇ ਸਾਧ ਸੰਗਤ, ਤਿਵੇਂ ਇਹ ਕੌਤਕ ਵੀ ਨਿਰਾਲਾ ਹੈ। ਭਾਈ ਬਚਿੱਤਰ ਸਿੰਘ ਮਧਰੇਕਾ ਦਾ ਜਵਾਨ ਸੀ। ਗੁਰੂ ਜੀ ਦਾ ਇਸ਼ਾਰਾ ਪਾ ਕੇ ਉਹ ਹਾਥੀ ਨਾਲ ਲੜਨ ਵਾਸਤੇ ਤਿਆਰ ਹੋ ਪਿਆ। ਗੁਰੂ ਜੀ ਦੀ ਥਾਪਣਾ ਲੈ ਕੇ ਹੱਥ ਵਿੱਚ ਬਰਛਾ ਫੜ ਕੇ ਅਤੇ ਘੋੜੇ ਉੱਤੇ ਸਵਾਰ ਹੋ ਕੇ ਕਿਲ੍ਹੇ ਵਿੱਚੋਂ ਬਾਹਰ ਨਿਕਲਿਆ। ਉਸਦੇ ਪਿੱਛੇ 1000 ਸਿੱਖ ਹੋਰ ਸਨ ਜੋ ਦੂਸਰੀ ਸੈਨਾ ਦਾ ਮੁਕਾਬਲਾ ਕਰਨ ਵਾਸਤੇ ਸਨ। ਕਿਉਂਕਿ ਰਾਜੇ ਨੇ ਨਿਰਾ ਹਾਥੀ ਨਹੀਂ ਸੀ ਭੇਜਿਆ, ਸਗੋਂ ਸੈਨਾ ਵੀ ਭੇਜੀ ਸੀ ਤੇ ਹੰਕਾਰੀ ਰਾਜਾ ਕੇਸਰੀ ਸਿੰਘ ਵੀ ਘੋੜੇ ਉੱਤੇ ਸਵਾਰ ਹਾਥੀ ਦੇ ਪਿੱਛੇ ਕਿਲ੍ਹੇ ਨੂੰ ਸਰ ਕਰਨ ਵਾਸਤੇ ਆਇਆ ਸੀ। ਉਸਨੇ ਕਸਮਾਂ ਖਾਧੀਆਂ ਸਨ ਕਿ ਉਹ ਕਿਲ੍ਹਾ ਫਤਿਹ ਕਰਨ ਤੋਂ ਬਿਨਾਂ ਅੰਨ ਜਲ ਮੂੰਹ ਨੂੰ ਨਹੀਂ ਲਾਵੇਗਾ, ਅਤੇ ਜੇ ਕਿਲ੍ਹਾ ਫਤਿਹ ਨਾ ਹੋਇਆ
ਤਾਂ ਜਿਉਂਦਾ ਨਹੀਂ ਆਵੇਗਾ। ਸਤਿਗੁਰੂ ਜੀ ਨੇ ਉਸ ਦਾ ਹੰਕਾਰ ਚਕਨਾਚੂਰ ਕਰਨ ਵਾਸਤੇ ਭਾਈ ਉਦੈ ਸਿੰਘ ਨੂੰ ਹੁਕਮ ਕੀਤਾ। ਸਤਿਗੁਰੂ ਜੀ ਆਪ ਕਿਲੇ ਦੇ ਬੁਰਜ ਉੱਪਰ ਚਲੇ ਗਏ, ਜਿੱਥੋਂ ਸਾਰੀ ਬਾਹਰ ਦੀ ਝਾਕੀ ਨਜ਼ਰ ਆਉਂਦੀ ਸੀ। ਸਾਹਿਬਾਂ ਨੇ ਦੇਖਿਆ ਕਿ ਹਾਥੀ ਦੇ ਪਿੱਛੇ ਪਿੱਛੇ ਭਾਤ ਖਾਣੇ ਪਹਾੜੀਏ ਹਨ, ਜੋ ਆਪਣੇ ਆਪ ਨੂੰ ਹਿੰਦੂ ਅਖਵਾਉਂਦੇ ਹਨ ਤੇ ਉਹ ਗੁਰੂ ਗੱਦੀ ਤੇ ਚੜ੍ਹਾਈ ਕਰਕੇ ਆਏ ਹਨ, ਜਿਸ ਗੁਰਗੱਦੀ ਦੇ 9ਵੇਂ ਪਾਤਸ਼ਾਹ ਨੇ ਹਿੰਦੂ ਧਰਮ, ਸੱਭਿਅਤਾ ਤੇ ਹਿੰਦੂਆਂ ਦੀ ਇੱਜ਼ਤ ਵਾਸਤੇ ਆਪਣੇ ਆਪ ਦਾ ਬਲੀਦਾਨ ਦਿੱਤਾ ਸੀ। ਉਹ ਬੜੇ ਜੋਸ਼ ਨਾਲ ਆ ਰਹੇ ਸਨ। ਦੁਸ਼ਮਣਾਂ ਦਾ ਨੇੜੇ ਆਉਣਾ ਦੇਖ ਕੇ ਸਤਿਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਤੇ ਹੋਰ ਸਿੰਘਾਂ ਨੂੰ ਤਿਆਰ ਕੀਤਾ। ਭਾਈ ਬਚਿੱਤਰ ਸਿੰਘ ਦੀ ਪਿੱਠ ਤੇ ਥਾਪਣਾ ਦੇ ਕੇ ਸਤਿਗੁਰੂ ਜੀ ਨੇ ਅੰਮ੍ਰਿਤ ਸ਼ਕਤੀ ਬਖਸ਼ੀ। ਬਚਿੱਤਰ ਸਿੰਘ ਅੰਦਰ ਅੰਮ੍ਰਿਤ ਸ਼ਕਤੀ ਆ ਗਈ। ਉਹ ਆਪਣੇ ਪੈਰਾਂ ਨਾਲ ਧਰਤੀ ਨੂੰ ਕੰਬਾਉਣ ਲੱਗਾ। ਕਿਲੇ ਦਾ ਦਰਵਾਜ਼ਾ ਖੁੱਲ੍ਹਿਆ। ਭਾਈ ਬਚਿੱਤਰ ਸਿੰਘ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਉਂਦਾ ਹੋਇਆ ਕਿਲੇ ਅੰਦਰੋਂ ਬਾਹਰ ਆਇਆ। ਹਿਰਨ ਦੀ ਤਰ੍ਹਾਂ ਚੁੰਗੀਆਂ ਲਾਉਂਦਾ ਹੋਇਆ ਅੱਗੇ ਵਧਿਆ ਤਾਂ ਕਿ ਹਾਥੀ ਅਤੇ ਦੁਸ਼ਮਣਾਂ ਦੇ ਕਿਲੇ ਦੇ ਦਰਵਾਜ਼ੇ ਤੋਂ ਦੂਰ ਹੀ ਰੋਕ ਦਿੱਤਾ ਜਾਵੇ। ਕੇਸਰੀ ਸਿੰਘ ਦਾ ਹਾਥੀ ਅੰਨ੍ਹੇਵਾਹ ਆ ਰਿਹਾ ਸੀ। ਪਹਾੜੀ ਸੈਨਾ ਜੈ ਦੇਵਾ ਆਖਦੀ ਹੋਈ ਦਰਿਆ ਦੇ ਹੜ੍ਹ ਵਾਂਗ ਅੱਗੇ ਵਧੀ ਆ ਰਹੀ ਸੀ। ਸਤਿਗੁਰੂ ਦਾ ਸ਼ਰਧਾਲੂ ਬਲੀ ਸੂਰਮਾ ਬਚਿੱਤਰ ਸਿੰਘ ਬਰਛੇ ਨੂੰ ਸੰਭਾਲਦਾ ਹੈ। ਹਾਥੀ ਦੇ ਮੱਥੇ ਵੱਲ ਸਿੱਧਾ ਕਰਦਾ ਹੋਇਆ ਅੱਗੇ ਹੋਇਆ। ਭਾਵੇਂ ਹਾਥੀ ਦੇ ਮੱਥੇ ਅੱਗੇ ਮੋਟੇ ਲੋਹੇ ਦੇ ਤਵੇ ਬੰਨੇ ਹੋਏ ਸਨ, ਫਿਰ ਵੀ ਬਚਿੱਤਰ ਸਿੰਘ ਨੇ ਐਸਾ ਵਾਰ ਕੀਤਾ ਕਿ ਬਰਛਾ ਲੋਹੇ ਦੇ ਤਵਿਆਂ ਨੂੰ ਚੀਰਦਾ ਹੋਇਆ ਅੱਗੇ ਲੰਘ ਗਿਆ। ਜਿਉਂ ਹੀ ਬਰਛਾ ਵੱਜਾ ਤਿਉਂ ਹੀ ਹੱਥ ਦੀ ਸ਼ਰਾਬ ਲੱਥ ਗਈ ਤੇ ਬਰਛੇ ਵੱਜਣ ਦੀ ਪੀੜ ਨੇ ਉਸ ਨੂੰ ਵਿਆਕੁਲ ਕਰ ਦਿੱਤਾ। ਐਸਾ ਵਿਆਕੁਲ ਕੀਤਾ ਕਿ ਹੋਸ਼ ਨਾ ਰਹੀ। ਉਹ ਚੀਕਾਂ ਮਾਰਦਾ ਹੋਇਆ ਅੱਗੇ ਜਾਣ ਦੀ ਥਾਂ ਪਿੱਛੇ ਨੂੰ ਮੁੜਿਆ। ਉਹ ਨਸ਼ੇ ਨਾਲ ਪਾਗਲ ਸੀ। ਉਹ ਸੱਟ ਖਾ ਕੇ ਕਹਿਰ ਨਾਲ ਪਿੱਛੇ ਮੁੜਿਆ ਤੇ ਪਹਾੜੀਆਂ ਨੂੰ ਲਿਤਾੜ ਕੇ ਚੁੱਕ ਕੇ ਮਾਰਨ ਲੱਗਾ। ਜਦੋਂ ਹਾਥੀ ਨੇ ਇਸ ਤਰ੍ਹਾਂ ਆਪਣਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਸਿੰਘਾਂ ਨੂੰ ਸੁਨਹਿਰੀ ਮੌਕਾ ਮਿਲ ਗਿਆ। ਉਹਨਾਂ ਨੇ ਜੋਸ਼ ਨਾਲ ਪਹਾੜੀਆਂ ਉੱਤੇ ਹਮਲਾ ਕਰ ਦਿੱਤਾ। ਐਸੀ ਕਟਾਵੜ ਕੀਤੀ ਗਈ ਕਿ ਪਹਾੜੀਏ ਸਨਮੁਖ ਹੋ ਕੇ ਲੜਨ ਦੀ ਥਾਂ ਪਿੱਛੇ ਨੂੰ ਨੱਠ ਉੱਠੇ। ਗਿੱਦੜਾਂ ਵਾਂਗੂ ਨੱਠੇ ਜਾਂਦੇ ਪਹਾੜੀਆਂ ਨੂੰ ਸਿੰਘ ਸੂਰਮੇ ਗਾਜਰ ਮੂਲੀਆਂ ਦੀ ਤਰ੍ਹਾਂ ਕੱਟਣ ਲੱਗੇ। ਕਈ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ। ਸੂਰਮਿਆਂ ਦੇ ਘੋੜਿਆਂ ਦੇ ਸੁੰਮਾਂ ਹੇਠ ਨੱਪੀ ਦੇ ਹੀ ਮਰਨ ਲੱਗੇ। ਭਾਈ ਸੇਵਾ ਸਿੰਘ, ਟੇਲ ਸਿੰਘ ਤੇ ਉਦੈ ਸਿੰਘ ਨੇ ਬਹੁਤ ਬਹਾਦਰੀ ਦਿਖਾਈ। ਸਾਹਿਬਜ਼ਾਦਾ ਅਜੀਤ ਸਿੰਘ ਦਾ ਦੁਸ਼ਮਣਾਂ ਦੇ ਪਿੱਛੇ ਕਈ ਕੋਹ ਤੱਕ ਚਲੇ ਗਏ। ਘੋੜਾ ਮਾਰਿਆ ਗਿਆ ਤੇ ਉਹ ਬਹੁਤ ਹੀ ਅਕਲ ਤੇ ਬਹਾਦਰੀ ਨਾਲ ਦੁਸ਼ਮਣਾਂ ਕੋਲੋਂ ਬਚੇ। ਪਹਾੜੀਏ ਬੜੀਆਂ ਸ਼ੇਖੀਆਂ ਨਾਲ ਸਤਿਗੁਰੂ ਜੀ ਵੱਲ ਆਏ ਸਨ, ਪਰ ਅਕਾਲ ਪੁਰਖ ਨੇ ਹੰਕਾਰੀਆਂ ਤੇ ਜ਼ਾਲਮਾਂ ਦੇ ਸਿਰ ਨੀਵੇਂ ਕੀਤੇ। ਉਹ ਸਨਮੁਖ ਹੋ ਕੇ ਲੜ ਵੀ ਨਾ ਸਕੇ। ਜਿਹੜਾ ਕੇਸਰੀ ਸਿੰਘ ਗੁਰੂ ਸਾਹਿਬ ਨੂੰ ਫੜਨ ਵਾਸਤੇ ਆਇਆ ਸੀ ਅਤੇ ਜਿਸ ਨੇ ਜ਼ਮੀਨ ਅਸਮਾਨ ਮਿਲਾ ਦਿੱਤੇ ਸਨ, ਉਹ ਭਾਈ ਬਚਿੱਤਰ ਸਿੰਘ ਤੇ ਆਲਮ ਸਿੰਘ ਦੇ ਸਨਮੁਖ ਲੜ ਨਾ ਸਕਿਆ। 2 ਹੱਥ ਕਰਨ ਤੋਂ ਪਹਿਲਾਂ ਹੀ ਹੰਕਾਰੀ ਪੁਰਸ਼ ਮਾਰਿਆ ਗਿਆ। ਉਸ ਦੇ ਮਰਨ ਸਾਰ ਪਹਾੜੀਏ ਦਿਲ ਛੱਡ ਕੇ ਪਿੱਛੇ ਨੂੰ ਨੱਠ ਉੱਠੇ। ਉਹਨਾਂ ਨੱਠੇ ਜਾਂਦਿਆਂ ਨੂੰ ਸਿੰਘਾਂ ਨੇ ਮਿਲ ਕੇ ਮਾਰਿਆ। ਜਿਹੜੇ ਬਚੇ ਉਹ ਕਹਿਲੂਰ ਦੀਆਂ ਪਹਾੜੀਆਂ ਵਿੱਚ ਜਾ ਲੁਕੇ। ਇਹ ਲੜਾਈ ਵੀ ਉਹਨਾਂ ਨੂੰ ਹਾਰਨੀ ਪਈ। ਅਕਾਲ ਪੁਰਖ ਨੇ ਸਿੰਘਾਂ ਨੂੰ ਫਤਿਹ ਬਖਸ਼ੀ। ਇਸ ਲੜਾਈ ਵਿੱਚ ਪਹਾੜੀਆਂ ਦਾ ਬਹੁਤ ਨੁਕਸਾਨ ਹੋਇਆ। ਹਥਿਆਰ ਤੇ ਘੋੜੇ ਸਿੰਘਾਂ ਦੇ ਬਹੁਤ ਹੱਥ ਆਏ। ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਲੜਾਈ ਜਿੱਤ ਕੇ ਸਾਧ ਸੰਗਿਓ ਧੰਨਵਾਦ ਕੀਤਾ ਉਸ ਅਕਾਲ ਪੁਰਖ ਦਾ। ਦੁਸ਼ਟ ਗੰਜਨ ਸਤਰ ਭੰਜਨ ਪਰਮ ਪੁਰਖ ਪ੍ਰਮਾਥ, ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜੇ ਗਾਥ, ਭੂਤ ਭਵ ਭਵਿਖ ਭਵਾਨ ਪ੍ਰਮਾਣ ਦੇਵ ਅਗੰਜ, ਆਦ ਅੰਤ ਅਨਾਦ ਸ੍ਰੀਪਤ ਪਰਮ ਪੁਰਖ ਪੰਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।